ਅਸੀਂ ਸਾਰੇ ਅੱਜ ਇਕੱਠੇ ਹੋਏ ਹਾਂ ਇੰਟਰਨੈਸ਼ਨਲ ਸਿੱਖ ਫੋਰਮ ਜਿਹਦੇ ਫਾਊਂਡਰ ਚੇਅਰਮੈਨ ਹਨ ਪਦਮ ਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੀ ਜੀ, ਚੜ੍ਹਦੀ ਕਲਾ ਟਾਈਮ ਟੀਵੀ ਦੇ ਚੇਅਰਮੈਨ, ਸਿੱਖ ਕੌਮ ਦੀ ਸੇਵਾ ਵੱਖ-ਵੱਖ ਤਰੀਕਿਆਂ ਨਾਲ ਕਰ ਰਹੇ ਹਨ। ਉਹਨਾਂ ਦੇ ਜੀਵਨ ਬਾਰੇ ਆਪਾਂ ਥੋੜੀ ਦੇਰ ਨੂੰ ਤੁਹਾਨੂੰ ਦੱਸਾਂਗੇ। ਆਪਣੇ ਜੀਵਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਤੇ ਉਹ ਆਪ ਵੀ ਚਾਨਣਾ ਪਾਉਣਗੇ, ਪਰ ਅਸੀਂ ਸਾਰੀ ਸੰਗਤ ਵੱਲੋਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਉਹਨਾਂ ਨੂੰ ਜੀ ਆਇਆਂ ਕਹਿਣਾ ਚਾਹੁੰਦੇ ਹਾਂ ਕਿ ਉਹਨਾਂ ਨੇ ਜਿਹੜਾ ਇਹ ਨਵਾਂ ਉਪਰਾਲਾ ਕੀਤਾ ਹੈ ਇੰਟਰਨੈਸ਼ਨਲ ਸਿੱਖ ਫੋਰਮ ਦਾ, ਅੱਜ ਦੇ ਸੈਮੀਨਾਰ ਦੇ ਖਤਮ ਹੋਣ ਤੱਕ ਤੁਹਾਨੂੰ ਪਤਾ ਚੱਲ ਜਾਏਗਾ ਕਿ ਇਹ ਇੰਟਰਨੈਸ਼ਨਲ ਸਿੱਖ ਫੋਰਮ ਆਉਣ ਵਾਲੇ ਸਮੇਂ ਵਿੱਚ ਕੀ ਭੂਮਿਕਾ ਨਿਭਾਉਣ ਵਾਲੀ ਹੈ। ਮੈਂ ਕਰਨਾਲ ਤੇ ਹਰਿਆਣੇ ਦੀ ਸੰਗਤ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਣ ਲਈ ਮੈਂ ਸਤਿਕਾਰ ਸਹਿਤ ਬੇਨਤੀ ਕਰਦਾ ਹਾਂ ਪਦਮ ਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੀ ਜੀ ਨੂੰ ਤੇ ਮਿਸਿਸ ਦਰਦੀ ਨੂੰ ਕਿ ਉਹ 1 ਮਿੰਟ ਵਾਸਤੇ ਮੰਚ ਤੇ ਆ ਜਾਣ। ਤੇ ਮੈਂ ਬੇਨਤੀ ਕਰਦਾ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਵੀਰ ਗੁਰਤੇਜ ਸਿੰਘ ਜੀ ਖਾਲਸਾ, ਸਰਦਾਰ ਗੁਰਪ੍ਰੀਤ ਸਿੰਘ ਜੀ ਨੂੰ ਅਤੇ ਵੀਰ ਤਰਨਪਾਲ ਸਿੰਘ ਜੀ ਨੂੰ ਕਿ ਉਹ ਸਰਦਾਰ ਜਗਜੀਤ ਸਿੰਘ ਦਰਦੀ ਜੀ ਨੂੰ ਸਟੇਜ ਤੇ ਜਦੋਂ ਆਉਣ ਉਹਨਾਂ ਨੂੰ ਜੀ ਆਇਆਂ ਕਰਨ। ਇੱਕ ਸ਼ਾਲ ਅਤੇ ਸਰੋਪਾ ਦੇ ਕੇ ਅਸੀਂ ਕਰਨਾਲ ਤੇ ਹਰਿਆਣੇ ਦੀ ਸੰਗਤ ਵੱਲੋਂ ਇੱਥੇ ਆਉਣ ਤੇ ਅਸੀਂ ਉਹਨਾਂ ਨੂੰ ਜੀ ਆਇਆਂ ਕਹਿਣਾ ਹੈ। ਮੇਰੀ ਬੇਨਤੀ ਹੈ ਵੀਰ ਗੁਰਤੇਜ ਸਿੰਘ ਜੀ ਖਾਲਸਾ, ਮੇਰੀ ਬੇਨਤੀ ਹੈ ਡਾਕਟਰ ਗੁਰਬਚਨ ਸਿੰਘ ਜੀ ਸਾਡੀ ਕੌਮ ਦੀ, ਉਹ ਵੀ ਬੜੀ ਉੱਚੀ ਸੁੱਚੀ ਹਸਤੀ ਹਨ, ਮੈਨੂੰ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਅੱਗੇ ਆ ਜਾਣ। ਡਾਕਟਰ ਗੁਰਬਚਨ ਸਿੰਘ ਜੀ ਵੀ, ਵੀਰ ਅਹੂਜਾ ਸਾਹਿਬ ਨੂੰ ਬੇਨਤੀ ਹੈ ਕਿ ਡਾਕਟਰ ਗੁਰਬਚਨ ਸਿੰਘ ਜੀ ਨੂੰ ਵੀ ਅੱਗੇ ਲਿਆਂਦਾ ਜਾਏ। ਸਰਦਾਰ ਜਗਜੀਤ ਸਿੰਘ ਦਰਦੀ ਜੀ ਦਾ ਇੱਥੇ ਪਹੁੰਚਣ ਤੇ ਅਸੀਂ ਜੀ ਆਇਆਂ ਕਰ ਰਹੇ ਹਾਂ। ਤੇ ਨਾਲ ਹੀ ਮੇਰੀ ਬੇਨਤੀ ਹੈ ਮਨਜੀਤ ਕੌਰ ਪੰਨੂ ਜੀ ਨੂੰ ਕਿ ਉਹ ਆਉਣ ਅਤੇ ਸਾਡੇ ਸਤਿਕਾਰਯੋਗ ਮਿਸਿਸ ਦਰਦੀ ਜੀ, ਉਹਨਾਂ ਨੂੰ ਵੀ ਸਰੋਪਾ ਦੇ ਕੇ ਉਹ ਇੱਥੇ ਆਉਣ ਤੇ ਉਹਨਾਂ ਦਾ ਸਤਿਕਾਰ ਕਰਨ। ਮਿਸਿਸ ਮਨਜੀਤ ਕੌਰ ਪੰਨੂ ਪਹਿਲਾਂ ਵੀਰ ਗੁਰਤੇਜ ਸਿੰਘ ਜੀ ਦਰਦੀ ਸਾਹਿਬ ਦਾ ਸਨਮਾਨ ਕਰਨਗੇ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ। ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਆਪਣਾ ਆਪਣਾ ਥਾਂ ਲਈਏ ਤਾਂ ਕਿ ਪ੍ਰੋਗਰਾਮ ਨੂੰ ਅੱਗੇ ਵਧਾਇਆ ਜਾ ਸਕੇ। ਮੈਂ ਸਤਿਕਾਰ ਸਹਿਤ ਭਾਈ ਸਾਹਿਬ ਭਾਈ ਜਗਮੋਹਨ ਸਿੰਘ ਜੀ ਨੂੰ ਮੰਚ ਤੇ ਬੁਲਾ ਰਿਹਾ ਕਿ ਉਹ ਆਉਣ ਅਤੇ ਇੰਟਰਨੈਸ਼ਨਲ ਸਿੱਖ ਫੋਰਮ ਇਹਦਾ ਮੰਤਵ ਕੀ ਹੈ, ਕਦੋਂ ਸ਼ੁਰੂਆਤ ਹੋਈ ਤੇ ਹੁਣ ਹਰਿਆਣਾ ਵਿੱਚ ਇੰਟਰਨੈਸ਼ਨਲ ਸਿੱਖ ਫੋਰਮ ਦਾ ਚੈਪਟਰ ਖੁੱਲ੍ਹਣ ਜਾ ਰਿਹਾ ਹੈ। ਗੁਰੂ ਕੀ ਸਾਧ ਸੰਗਤ, ਆਓ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਟਰਨੈਸ਼ਨਲ ਸਿੱਖ ਫੋਰਮ ਬਾਰੇ ਬੜੀ ਪਿਆਰੀ ਸੋਚ ਪਦਮ ਸ਼੍ਰੀ ਸਰਦਾਰ ਜਗਜੀਤ ਸਿੰਘ ਜੀ ਦਰਦੀ ਸਾਹਿਬ ਦੀ। ਸਦਾ ਹੀ ਇਹ ਪੋਜ਼ਿਟਿਵ ਸੋਚ ਰੱਖਦੇ ਨੇ। ਅਸੀਂ ਬਚਪਨ ਤੋਂ ਇਹਨਾਂ ਦੇ ਨਾਲ ਜੁੜੇ ਹੋਏ। 12 ਸਾਲ ਦੀ ਉਮਰ ਵਿੱਚ ਤਾਂ ਇਹਨਾਂ ਨੇ ਪੰਜਾਬੀ ਸੂਬੇ ਵਿੱਚ ਜੇਲ੍ਹ ਯਾਤਰਾ ਕੀਤੀ, ਪਰ ਜਦੋਂ ਸਾਡੀ ਉਮਰ 12 ਸਾਲ ਦੀ ਹੋਈ, ਸਾਨੂੰ ਉਂਗਲ ਫੜ ਕੇ ਸ਼ਹੀਦਾਂ ਦੀ ਧਰਤੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਸੇਵਾ ਵਾਸਤੇ ਲੈ ਜਾਇਆ ਕਰਦੇ ਸਨ। ਪੰਜਾਬ ਖਾਲਸਾ ਦਲ ਬਣਾਇਆ ਇਹਨਾਂ ਨੇ, ਜਿਸ ਵਿੱਚ ਉਸ ਵੇਲੇ ਸਾਡੇ ਤਕਰੀਬਨ 300 ਵੀਰ ਉਸ ਦਲ ਵਿੱਚ ਸ਼ਾਮਲ ਸਨ। ਹਰ ਨਗਰ ਕੀਰਤਨ ਵਿੱਚ ਛੋਟੀਆਂ ਛੋਟੀਆਂ ਨੰਗੀਆਂ ਕਿਰਪਾਨਾਂ ਲੈ ਕੇ, ਕਿਉਂਕਿ ਬਚਪਨ ਸੀ ਨਾ, ਨਗਰ ਕੀਰਤਨ ਚ ਲੈ ਜਾਣਾ। ਰਾਜ ਕਰੇਗਾ ਖਾਲਸਾ, ਪੰਥ ਕੀ ਜੀਤ, ਐਸੇ ਨਾਰਿਆਂ ਨਾਲ ਬਚਪਨ ਤੋਂ ਨਿਵਾਜਣਾ, ਸੰਗਤਾਂ ਦੀਆਂ ਅਸੀਸਾਂ ਲੈਣੀਆਂ। ਥੋੜਾ ਜਿਹਾ ਸਮਾਂ ਹੋਰ ਬੀਤਿਆ
500 ਸਾਲਾ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦਾ 5ਵੀਂ ਸ਼ਤਾਬਦੀ ਆ ਗਈ। ਮੇਰਾ ਜਿਹੜਾ ਸਫ਼ਰ ਹੈ ਕੀਰਤਨ ਦਾ ਸਫ਼ਰ, ਉਹ 500 ਸਾਲਾ ਸ਼ਤਾਬਦੀ ਤੋਂ ਆਰੰਭ ਹੁੰਦਾ ਹੈ। ਕੀਰਤਨ ਤਾਂ ਮੈਂ 8 ਸਾਲ ਦੀ ਉਮਰ ਵਿੱਚ ਹੀ ਸ਼ੁਰੂ ਹੋ ਗਿਆ ਸੀ, ਪਰ 500 ਸਾਲਾਂ ਦੇ ਖਾਲਸਾ ਸਕੂਲ ਵਿੱਚ ਪੜ੍ਹਨ ਹੋਣ ਕਰਕੇ ਜਿੱਥੇ ਵੀ ਜਾਣਾ ਕੰਪੀਟੀਸ਼ਨ ਵਿੱਚ ਫਸਟ ਪ੍ਰਾਈਜ਼ ਲੈ ਕੇ ਆਣਾ, ਉਹ ਕਾਕਾ ਜਗਮੋਹਨ ਸਿੰਘ ਤੋਂ ਲੈ ਕੇ ਭਾਈ ਜਗਮੋਹਨ ਸਿੰਘ ਦਾ ਸਫ਼ਰ ਹੈ ਅੱਜ ਤੱਕ। ਔਰ ਇਹਨਾਂ ਦੀ ਦਰਦੀ ਸਾਹਿਬ ਦੀ ਆਸ਼ੀਰਵਾਦ, ਸਭ ਤੋਂ ਪਹਿਲਾ ਕੰਪੀਟੀਸ਼ਨ ਗੁਰੂ ਰਾਮਦਾਸ ਪਬਲਿਕ ਸਕੂਲ ਅੰਮ੍ਰਿਤਸਰ ਵਿੱਚ ਛੋਟੇ ਹੁੰਦੇ ਆ, ਔਰ ਫਸਟ ਪ੍ਰਾਈਜ਼ ਮੈਨੂੰ ਦਿੱਤਾ ਐਡੀਆਂ ਸਾਰੀਆਂ ਪੁਸਤਕਾਂ। ਇੱਥੋਂ ਇਹ ਜੀਵਨ ਦੀ ਯਾਤਰਾ ਆਰੰਭ ਹੋ ਜਾਂਦੀ। ਇਹਨਾਂ ਦੀ ਬੜੀ ਪਿਆਰੀ ਸੋਚ, ਪਿੱਛੇ 2-2.5 ਮਹੀਨੇ ਪਹਿਲਾਂ ਇਹਨਾਂ ਨੇ ਆਪਣੇ ਸਾਰੇ ਪੁਰਾਣੇ ਸਾਥੀਆਂ ਨੂੰ ਫੋਨ ਕਰ ਕਰਕੇ ਬੁਲਾਇਆ। ਜਿਸ ਤਰ੍ਹਾਂ ਬੰਬੇ ਵਿੱਚ ਬ੍ਰਦਰਹੁੱਡ ਬਣਿਆ, ਕੈਨੇਡਾ ਵਿੱਚ ਇਹਨਾਂ ਦੀ ਸੋਚ, ਆਖਿਆ ਵੀ ਸਾਰੇ ਪੁਰਾਣੇ ਦੋਸਤਾਂ ਮਿੱਤਰਾਂ ਨੂੰ ਇਕੱਠਾ ਕਰਕੇ ਇੱਕ ਫੋਰਮ ਬਣਾਈ ਜਾਏ। ਫਿਰ ਵਿਚਾਰ ਹੋਈ ਇਸ ਦਾ ਨਾਮ ਕੀ ਰੱਖਿਆ ਜਾਏ, तो फिर सिलेक्ट होया इंटरनेशनल सिख फोरम। इसका उद्देश्य जे मैं गुरु आशय अनुसार आप जी नाल साझा करा, रामकली राग दे अंदर जिस वेले सिद्ध गोष्ठ हुई, सिद्धा ने गुरु नानक पातशाह ते सवाल किए, 4 सवाल किए। सवाल तो कई किए सन, पर जेडे साडे इंटरनेशनल सिख फोरम के नाल रिलेटेड ने, मैनू बहुती लंबी विचार च जाण की लोड़ नहीं। ये जेडे सतगुर पातशाह ने उस वेले जवाब दिते सन ना सिद्धा नूं, उन्हां दे प्रश्नां दे, साडी इंटरनेशनल सिख फोरम बिल्कुल ठीक सतगुर पातशाह बख्शिश कर देन तो उन्हां दे नक्शे कदम ते इस तरह चल पई। सिद्धा ने पहला सवाल किया सी, किस कारण ग्रह तजे उदासी। गुरु साहब जीओ उस वेले पुरखा करके भी संबोधन करते सन ते बाला करके भी संबोधन करते सन गुरु नानक पातशाह, क्योंकि वडेरिया उम्रां दे सन। सतगुर पातशाह की अजे उम्र छोटी सी उस वेले। उन्हां तो पहला सवाल किया, किस कारण ग्रह तजे उदासी। ये क्यों भगवे कपड़े करके उदासी का लिबास पा के तुसी घर बार छड़ देता। हजूर 12-12 साल वापस नहीं सन परतदे। दूसरा सवाल किया, किस कारण ये भेख निवासी, भेख क्यों बनाया तुसी। तीसरा सवाल किया, किस वखर के तुम बणजारे, तुहाडा काम की है, तुसी किस कारज लई नितरे हो। क्यों कर साथ लंगावो पारे। ये 4 प्रश्न सन जिहड़े सिद्धा ने गुरु नानक पातशाह दे कीते। ते सच्चे पातशाह ने फिर अगों जवाब की दिता। जिहड़ा पहला क्वेश्चन से किस कारण ग्रह तजे उदासी, ते सतगुरु कहते ने गुरमुख खोजत भय उदासी। साडा भी इंटरनेशनल सिख फोरम का यही एम है, जिथे जिथे सानू गुरु नानक नाम लेवा सिख मिलन, असी उन्होंने एकत्र करी, उन्हां नाल बैठ के विचार गोष्ठ करी, समाज के भले वास्ते कुछ सोच सकी, कुछ कर सकी। फिर सतगुरु दूसरे प्रश्न का जवाब देंदे ने, दर्शन कै ताई भेख निवासी। ये लुकाई दे दर्शन करने वास्ते लालो ने न्योता नहीं सी दिता,
ਭਾਈ ਲਾਲੋ ਦੇ ਘਰ ਆਕ ਗੁਰੂ ਨਾਨਕ ਪਾਤਸ਼ਾਹ ਨੇ ਜਾ ਕੇ ਕੁੰਡਾ ਖੜਕਾਇਆ, ਲਾਲੋ ਦਰਵਾਜ਼ਾ ਖੋਲ। ਮਲਕ ਭਾਗੋ ਨੇ ਨਿਉਂਤਾ ਦਿੱਤਾ ਸੀ, ਮੇਰੇ ਭੋਜ ਵਿੱਚ ਆ ਕੇ ਸ਼ਾਮਲ ਹੋਵੋ। ਭਾਈ ਲਾਲੋ ਨੇ ਨਿਉਂਤਾ ਨਹੀਂ ਸੀ ਦਿੱਤਾ, ਗੁਰੂ ਨਾਨਕ ਪਾਤਸ਼ਾਹ ਆਪ ਚੱਲ ਕੇ ਗਏ ਨੇ। ਗਰੀਬਾਂ ਨੂੰ ਨਿਵਾਜਿਆ ਗੁਰੂ ਨਾਨਕ ਪਾਤਸ਼ਾਹ ਨੇ। ਸਾਡੇ ਇੰਟਰਨੈਸ਼ਨਲ ਸਿੱਖ ਫੋਰਮ ਦਾ ਵੀ ਇਹ ਏਮ ਹੋਏਗਾ, ਦਰਸ਼ਨ ਕਹਿ ਤਾਈ ਪੇਖ ਨਿਵਾਸੀ। ਗੁਰਸਿੱਖਾਂ ਦੇ ਦਰਸ਼ਨਾਂ ਵਾਸਤੇ ਅਸੀਂ ਵੀ ਤੁਰੇ ਹਾਂ। ਇਹ ਦੂਸਰਾ ਹਰਿਆਣਾ ਪ੍ਰਦੇਸ਼ ਦਾ ਜਿਹੜਾ ਯੂਨਿਟ ਸਾਡਾ ਬਣ ਰਿਹਾ ਹੈ, ਪੰਨੂ ਸਾਹਿਬ ਨੇ ਬੜੇ ਸੋਹਣੇ ਵਿਚਾਰ ਦਿੱਤੇ ਸਨ। ਪਟਿਆਲਾ ਜਿਸ ਵੇਲੇ ਪਹਿਲਾ ਯੂਨਿਟ ਸਾਡਾ ਬਣਿਆ, ਅੱਜ ਕਰਨਾਲ ਦੀਆਂ ਸੰਗਤਾਂ ਦੇ ਦਰਸ਼ਨ ਕਰਵਾ ਰਹੇ ਨੇ, ਗੁਰਸਿੱਖਾਂ ਦੇ ਦਰਸ਼ਨ ਕਰਵਾ ਰਹੇ ਨੇ। ਮੈਂ ਰਾਤੀ ਵਿਚਾਰ ਕਰ ਰਿਹਾ ਸਾਂ ਆਪਣੇ ਮਨ ਨਾਲ ਵੀ ਸਾਡੀ ਸਿੱਖ ਫੋਰਮ ਦਾ ਕੀ ਏਮ ਹੋਣਾ ਚਾਹੀਦਾ, ਕੀ ਨਿਸ਼ਾਨਾ ਹੋਵੇ। ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਨਕਸ਼ੇ ਕਦਮ ਚੱਲੀਏ। ਜੋ ਪਤਾ ਗੁਰੂ ਨੇ ਸਾਨੂੰ ਜੀਵਨ ਜਾਚ ਬਖਸ਼ੀ, ਉਸ ਵਿੱਚ ਅਸੀਂ ਇਹ ਯੋਗਦਾਨ ਪਾ ਸਕੀਏ। ਤੀਸਰੇ ਪ੍ਰਸ਼ਨ ਦਾ ਉੱਤਰ ਦਿੱਤਾ ਸੀ, ਕਿਸ ਵਖਰ ਕੇ ਤੁਮ ਬਣ ਜਾ ਰਹੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਸਾਚ ਵਖਰ ਕੇ ਹਮ ਬਣ ਜਾ ਰਹੇ। ਸਾਚ ਵਖਰ ਕੇ, ਸੱਚ ਨਾਲ ਜੁੜਨਾ, ਸੱਚ ਨਾਲ ਜੋੜਨਾ। ਔਰ ਸਤਿਗੁਰ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਅਰਦਾਸ ਹੈ ਕਿ ਸਾਨੂੰ ਇਹਨਾਂ ਤੇ ਪਹਿਰਾ ਦੇਣ ਦੀ ਆਪ ਸਮਰੱਥਾ ਬਖਸ਼ਣਾ। ਕਿਉਂ ਕਰ ਸਾਥ ਲੰਗਾਵੋ ਪਾਰੇ। ਚੌਥਾ ਪ੍ਰਸ਼ਨ, ਸਤਿਗੁਰ ਪਾਤਸ਼ਾਹ ਕਹਿੰਦੇ ਨੇ, ਨਾਨਕ ਗੁਰਮੁਖ ਉਤਰ ਸਪਾਰੇ। ਗੁਰਮੁਖਾਂ ਦੇ ਸਾਥ ਦੇ ਨਾਲ ਅਸੀਂ ਇਸ ਭਵ ਸਾਗਰ ਤੋਂ ਪਾਰ ਹੋ ਸਕਦੇ ਹਾਂ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ। ਗੁਰਸਿੱਖਾਂ ਦੀ ਧੂੜੀ ਨੂੰ ਅਸੀਂ ਵੀ ਲੋਚਦੇ ਹਾਂ। ਸਮਾਜ ਵਿੱਚ ਆਏ ਹਾਂ, ਮਨੁੱਖਾ ਜੀਵਨ ਮਿਲਿਆ, ਕੋਈ ਭਲੇ ਕਰਮ ਕਰਕੇ ਜਾਈਏ ਤਾਂ ਹੀ ਇਸ ਮਨੁੱਖਾ ਜੀਵਨ ਦਾ ਕੋਈ ਲਾਹਾ ਹੈ। ਇੱਕ ਤਾਂ ਲਾਹਾ ਹੈ ਆਇਓ ਸੁਣਨ ਪੜਨ ਕੋ ਬਾਣੀ, ਇੱਕ ਤਾਂ ਬਾਣੀ ਨਾਲ ਜੁੜੀਏ। ਦੂਸਰਾ ਸਮਾਜ ਦੀ ਭਲਾਈ ਵਾਸਤੇ ਬੱਚੇ ਜਿਹੜੇ ਅਸਮਰੱਥ ਹੁੰਦੇ ਨੇ ਵਿਦਿਆ ਤੋਂ, ਬੜੀਆਂ ਬੜੀਆਂ ਫੀਸਾਂ ਹੁੰਦੀਆਂ ਨੇ PCS IPS ਬਣਨ ਵਾਸਤੇ, ਜਿਹੜੇ ਨਹੀਂ ਦੇ ਸਕਦੇ ਉਹਨਾਂ ਦੀ ਬਾਂਹ ਫੜੀ ਜਾਏ। ਅਸੀਂ ਸਾਰੀਆਂ ਸਿੰਘ ਸਭਾਵਾਂ ਦੇ ਨਾਲ, ਪ੍ਰਧਾਨਾਂ ਦੇ ਨਾਲ ਇਹ ਸਾਰੀ ਵਿਚਾਰ ਗੋਸ਼ਟੀ ਕਰਨੀ ਹੈ ਬਈ ਇੱਕ ਇੱਕ ਬੱਚਾ ਵੀ, ਜਿਵੇਂ ਪਿਛਲੇ ਸੈਮੀਨਾਰ 'ਚ ਇਹ ਪ੍ਰਸ਼ਨ ਉੱਠਿਆ ਸੀ ਵੀ ਇੱਕ ਇੱਕ ਬੱਚਾ ਵੀ ਅਡਾਪਟ ਕਰ ਲਓ ਇੱਕ ਇੱਕ ਗੁਰਦੁਆਰੇ ਵੱਲੋਂ, ਤਾਂ ਸਿੱਖ ਕੌਮ ਦੇ ਕਿਤੇ ਦਾ ਕਿਤੇ ਪਹੁੰਚ ਜਾਏਗੀ। ਸੋ ਇਹ ਸਾਡਾ ਨਕਸ਼ ਹੋਣਾ ਚਾਹੀਦਾ ਹੈ। ਇਤਨੇ ਬਚਨਾਂ ਨਾਲ ਖਿਮਾ ਦਾ ਜਾਚਕਾਂ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਮੇਜਰ ਸਿੰਘ ਜੀ ਸਾਬਕਾ ਪ੍ਰਿੰਸੀਪਲ ਗੁਰੂ ਨਾਨਕ ਖਾਲਸਾ ਕਾਲਜ ਕਰਨਾਲ, ਬਹੁਤ ਹੀ ਵਿਦਵਾਨ ਨੇ। ਰਿਟਾਇਰਮੈਂਟ ਤੋਂ ਬਾਅਦ ਵੀ ਕੌਮ ਦੀ ਸੇਵਾ, ਮਨੁੱਖਤਾ ਦੀ ਸੇਵਾ ਕਰ ਰਹੇ ਨੇ। ਮੈਂ ਉਹਨਾਂ ਨੂੰ ਸਤਿਕਾਰ ਸਹਿਤ ਮੰਚ ਤੇ ਬੁਲਾਉਣਾ ਚਾਹੁੰਦਾ। ਡਾਕਟਰ ਮੇਜਰ ਸਿੰਘ ਜੀ, ਸਾਬਕਾ ਪ੍ਰਿੰਸੀਪਲ ਗੁਰੂ ਨਾਨਕ ਖਾਲਸਾ ਕਾਲਜ ਕਰਨਾਲ। ਸਮੂਹ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨੇ ਰੱਖਿਆ ਨਾ ਖਿਆਲ ਜੜਾ ਆਪਣੀਆਂ ਦਾ, ਉਹ ਆਕਾਸ਼ ਨੂੰ ਹੱਥ ਕੀ ਲਾਵੇਗਾ। ਜਿਨੇ ਰੱਖਿਆ ਨਾ ਪਿਛੋਕੜ ਯਾਦ ਆਪਣਾ, ਉਹ ਕੌਮ ਦਾ ਇਤਿਹਾਸ ਕੀ ਸੁਣਾਵੇਗਾ। ਇਹ ਜਿਹੜਾ ਵਿਸ਼ਾ ਅੱਜ ਰੱਖਿਆ ਹੈ, ਕੌਮ ਦਾ ਪਿਛੋਕੜ, ਵਰਤਮਾਨ ਤੇ ਭਵਿੱਖ। ਕੌਮ ਦੇ ਪਿਛੋਕੜ ਦੀ ਜੇ ਆਪਾਂ ਗੱਲ ਕਰਦੇ ਹਾਂ ਤੇ ਬਹੁਤ ਵੱਡਾ ਬਾਣ ਹੁੰਦਾ ਹੈ ਜਿਸ ਟਾਈਮ ਆਪਾਂ ਆਪਣੇ ਕੌਮ ਦੀ ਪਿਛੋਕੜ ਦੀ ਗੱਲ ਕਰਦੇ ਹਾਂ। ਸੋ ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਇਸ ਤਰ੍ਹਾਂ ਦੇ ਆਪਾਂ ਉਪਰਾਲੇ ਕਰੀਏ। ਆਪਾਂ ਆਪਣੇ ਪਿਛਲੇ UPSC ਵਿੱਚ 685 ਬੱਚਿਆਂ ਵਿੱਚੋਂ ਸਿੱਖ ਬੱਚੇ 10 ਆਏ ਨੇ। 10 ਦਾ ਮਤਲਬ 1.4%। ਆਪਣੀ ਜਨਸੰਖਿਆ ਇੰਡੀਆ ਦੇ ਵਿੱਚ 2% ਹੈ, ਆਪਾਂ 1.4% UPS ਕਿਉਂ? ਆਪਾਂ 2% ਨਹੀਂ, ਆਪਾਂ ਜਦੋਂ ਸ਼ਹੀਦੀਆਂ ਵਿੱਚ 90% ਹੈ ਤਾਂ UPS ਵਿੱਚ ਅੱਗੇ ਕਿਉਂ ਨਹੀਂ ਆ ਰਹੇ?
ਵਜ੍ਹਾ ਆਪਾਂ ਉਹਨਾਂ ਬੱਚਿਆਂ ਦੀ ਬਾਹ ਨਹੀਂ ਫੜਦੇ, ਆਪਾਂ ਉਹਨਾਂ ਬੱਚਿਆਂ ਵਾਸਤੇ ਹੀਲਾ ਵਸੀਲਾ ਨਹੀਂ ਕਰਦੇ। ਇਹ ਸਿੱਖ ਫੋਰਮ ਦਾ ਜਿਹੜਾ ਚੈਪਟਰ ਅੱਜ ਹਰਿਆਣਾ ਵਿੱਚ ਖੋਲ੍ਹਿਆ ਜਾ ਰਿਹਾ ਹੈ, ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰਦਾਰ ਜਗਜੀਤ ਸਿੰਘ ਜੀ ਦਰਦੀ ਹੋਣਾ ਦਾ, ਬਹੁਤ ਧੰਨਵਾਦ ਕਰਦਾ ਹਾਂ ਆਪਣੇ ਹੀ ਐਲੂਮਨਾਈ ਸਰਦਾਰ ਪ੍ਰੀਤਪਾਲ ਸਿੰਘ ਜੀ ਪੰਨੂ ਹੋਣਾ ਦਾ ਕਿ ਇਹਨਾਂ ਦੇ ਉਪਰਾਲੇ ਰਾਹੀਂ ਅੱਜ ਇੱਥੇ ਸਾਨੂੰ ਇਕੱਠਾ ਕੀਤਾ ਗਿਆ ਹੈ। ਮੈਂ ਬੇਨਤੀ ਕਰਾਂਗਾ ਆਪ ਸਭ ਨੂੰ, ਮੈਂ ਵੀ ਆਪ ਜੀ ਦੇ ਨਾਲ ਹੈ, ਮੈਂ ਕੁਰੂਕਸ਼ੇਤਰ ਜ਼ਿਲ੍ਹੇ ਵੱਲੋਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਆਪਾਂ ਨੂੰ ਅੱਗੇ ਚੱਲਣਾ ਚਾਹੀਦਾ ਹੈ, ਆਪਣੇ ਬੱਚਿਆਂ ਨੂੰ ਆਪਣੇ ਪਿਛੋਕੜ ਦੇ ਨਾਲ ਜੋੜ ਦਈਏ। ਬਾਕੀ ਕੁਝ ਕਰਨ ਦੀ ਲੋੜ ਨਹੀਂ, ਬੱਚੇ ਆਪਣੇ ਆਪ ਸਭ ਕੁਝ ਕਰ ਲੈਣਗੇ। ਬੱਚੇ ਇੰਨੇ ਸੂਝਵਾਨ ਹੈ, ਬੱਚੇ ਇੰਨੇ ਇੰਟੈਲੀਜੈਂਟ ਹਨ ਕਿ ਸਭ ਕੁਝ ਕਰ ਸਕਦੇ ਹਨ। ਸੋ ਦਾਸ ਖਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਹਰਜਿੰਦਰਪਾਲ ਸਿੰਘ ਜੀ ਵਾਲੀਆ ਜਿਹੜੇ ਚੜ੍ਹਦੀ ਕਲਾ ਟਾਈਮ ਟੀਵੀ ਗਰੁੱਪ ਜਿਹੜਾ ਹੈ ਉਹਦੇ ਵੀ ਡਾਇਰੈਕਟਰ ਹਨ, ਔਰ ਇੰਟਰਨੈਸ਼ਨਲ ਸਿੱਖ ਫੋਰਮ ਜਿਹੜੀ ਬਣਾਈ ਹੈ ਉਹਦੇ ਵੀ ਮੁੱਢਲੇ ਮੈਂਬਰ ਹਨ। ਸ਼ੁਰੂ ਕਰਨ ਵਾਲਿਆਂ ਦੇ ਵਿੱਚੋਂ ਇੱਕ ਹਨ ਡਾਕਟਰ ਹਰਜਿੰਦਰਪਾਲ ਸਿੰਘ ਜੀ ਵਾਲੀਆ। ਸ਼ੁਕਰੀਆ ਪੰਨੂ ਸਾਹਿਬ। ਸਤਿਕਾਰਯੋਗ ਸਰਦਾਰ ਜਗਜੀਤ ਸਿੰਘ ਦਰਦੀ, ਪਦਮ ਸ਼੍ਰੀ ਜਗਜੀਤ ਸਿੰਘ ਦਰਦੀ ਔਰ ਹਰਿਆਣਾ ਚੈਪਟਰ ਦੇ ਮੋਢੀ ਪ੍ਰਿਤਪਾਲ ਸਿੰਘ ਪੰਨੂ ਸਾਹਿਬ, ਤੇ ਮੇਰੇ ਸਾਹਮਣੇ ਤੁਸੀਂ ਸਾਰੇ ਬਹੁਤ ਸਤਿਕਾਰਯੋਗ ਹੋ, ਤੇ ਤੁਹਾਨੂੰ ਸਭ ਨੂੰ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਕਈ ਗੱਲਾਂ ਨੇ, ਬਹੁਤ ਕੁਛ ਇਹਨਾਂ ਨੇ ਜੋ ਇਸ਼ਾਰਾ ਕੀਤਾ ਕਿ ਭਵਿੱਖ ਬਾਰੇ ਗੱਲ ਕਰ ਲਓ, ਜ਼ਿਆਦਾ ਗੱਲ ਠੀਕ ਹੈ। ਪਿਛੋਕੜ ਭੁੱਲਣਾ ਨਹੀਂ ਚਾਹੀਦਾ, ਵਰਤਮਾਨ ਦੇਖੀਏ ਕੈਸਾ ਹੈ ਤੇ ਭਵਿੱਖ ਦੀਆਂ ਯੋਜਨਾਵਾਂ ਬਣਾਈਏ। ਇਹਨਾਂ ਦਿਨਾਂ 'ਚ ਬਹੁਤ ਕੁਛ ਐਸਾ ਚੱਲ ਰਿਹਾ ਹੈ, ਜੇ ਰਾਜੀਵ ਗਾਂਧੀ ਦੇ ਕਾਤਲ ਉਹ ਰਿਹਾ ਕੀਤੇ ਜਾ ਸਕਦੇ ਨੇ ਤੇ ਫਿਰ ਬੰਦੀ ਸਿੰਘ ਕਿਉਂ ਨਹੀਂ? ਕੋਈ ਬੰਦਾ ਪੋਲੀਟੀਕਲ ਤਾਂ ਇਹ ਗੱਲ ਕਹਿ ਸਕਦਾ ਹੈ ਕਿ 14 ਤੋਂ ਲੈ ਕੇ 20 ਤੱਕ ਬਾਦਲ ਸਾਹਿਬ ਤੁਹਾਡਾ ਪਰਿਵਾਰ ਰਾਜ ਕਰਦਾ ਸੀ, ਇੱਕ ਤੁਹਾਡਾ ਮੰਤਰੀ ਸੀ, ਉਦੋਂ ਕਿਉਂ ਨਹੀਂ ਬੋਲੇ? ਹੁਣ ਕਿਉਂ ਹੇਜ਼ ਜਾਗ ਪਿਆ ਬੰਦੀ ਸਿੰਘਾਂ ਦਾ? ਇਹ ਕਿਹਾ ਜਾ ਸਕਦਾ ਹੈ ਤੇ ਕਹਿ ਰਹੇ ਨੇ ਲੋਕ, ਪਰ ਗੱਲ ਇਹ ਹੈ ਕਿ ਉਹਨਾਂ ਦਾ ਕੋਈ ਸਿਆਸੀ ਮੰਤਵ ਹੋ ਸਕਦਾ ਹੈ, ਛੱਡਣ ਵਾਲਿਆਂ ਦਾ ਵੀ ਸਿਆਸੀ ਮੰਤਵ ਹੋ ਸਕਦਾ। ਆ ਤੁਹਾਡੇ ਹਰਿਆਣੇ ਦੇ ਵਿੱਚ ਵੀ ਅਸੀਂ ਦੇਖ ਹੀ ਰਹੇ ਹਾਂ ਕਿ ਕਿਤੇ 1 ਘੰਟੇ ਦੀ ਪੈਰੋਲ ਮਿਲਦੀ ਹੈ, ਉਹ ਵੀ ਬੜੀ ਮੁਸ਼ਕਲ ਨਾਲ, ਕਿ ਬਾਪੂ ਦੇ ਜਾ ਕੇ ਭੋਗ ਤੇ ਮੱਥਾ ਟੇਕ ਲੈ, ਤੇ ਦੂਜੇ ਪਾਸੇ ਸਤਸੰਗ ਲਈ ਵੀ ਪੈਰੋਲ ਮਿਲ ਜਾਂਦੀ ਹੈ। ਇਹ ਜੇ ਇਸ ਮੌਕੇ ਜਿਹੜਾ ਦੋਹਰਾ ਮਾਪਦੰਡ ਹੈ ਉਹ ਸਾਡੇ ਸਾਹਮਣੇ ਹੈ। ਹੁਣ ਤਾਂ ਸੁਪਰੀਮ ਕੋਰਟ ਨੇ ਸੰਵਿਧਾਨ ਦਾ ਹਵਾਲਾ ਦਿੱਤਾ, ਪਰ ਮੈਂ ਨੁਕਤਾ ਜਿਹੜਾ ਦੱਸਣਾ, ਮੈਂ ਕੋਈ ਪੋਲੀਟੀਕਲ ਬੰਦਾ ਤਾਂ ਹੈ ਨਹੀਂ, ਮੈਂ ਜਿਹੜਾ ਨੁਕਤਾ ਸਾਂਝਾ ਕਰਨਾ ਤੁਹਾਡੇ ਨਾਲ, ਜੋ ਮੇਰਾ ਤਰਕ ਹੈ ਕਿ ਸਿਆਸੀ ਬੰਦਿਆਂ ਨੂੰ ਸਿਆਸਤ ਕਰਨ ਦੇਈਏ। ਕੋਈ ਤਾਂ ਐਸੀ ਸੰਸਥਾ, ਕੋਈ ਤਾਂ ਐਸਾ ਆਗੂ ਹੋਵੇ ਜਿਹੜਾ ਸਿਆਸਤ ਤੋਂ ਉੱਪਰ ਉੱਠ ਕੇ ਜਿਹਦੀ ਗੱਲ ਚੱਲੇ। ਜੇ ਅੱਜ ਕਹੇ ਵੀ ਇਹ ਗਲਤ ਹੋ ਰਿਹਾ ਹੈ, ਉਹਦੀ ਗੱਲ ਸਾਰੀ ਕੌਮ ਸੁਣੇ। ਦੁੱਖ ਇਸ ਗੱਲ ਦਾ ਹੈ ਕਿ ਕੌਮ ਕੋਲ ਕੋਈ ਇਸ ਤਰ੍ਹਾਂ ਦਾ ਬੰਦਾ ਨਹੀਂ ਹੈ। ਸੋ ਬਹੁਤ ਗੱਲਾਂ ਨੇ। ਇਹ ਜਿਹੜਾ ਪੈਨਲ ਬਣੇਗਾ, ਇਹਦੇ ਚੋਂ ਇਸ਼ੂਜ਼ ਆਇਡੈਂਟੀਫਾਈ ਕਰਕੇ ਉਹਨਾਂ ਇਸ਼ੂਜ਼ ਤੇ ਘੱਟੋ ਘੱਟ ਧਿਆਨ ਤਾਂ ਦਿਵਾਇਆ ਜਾਵੇ। ਮੈਂ ਸਮਝਦਾ ਇੰਨਾ ਕੀ ਕੰਮ ਸ਼ੁਰੂ ਚ ਕਰ ਲਈਏ ਤਾਂ ਆਪਾਂ ਭਵਿੱਖ ਲਈ ਕੁਝ ਚੰਗਾ ਕਰ ਰਹੇ ਹੋਵਾਂਗੇ। ਬਹੁਤ ਬਹੁਤ ਸ਼ੁਕਰੀਆ। ਸੋ ਮੇਰੀ ਬੇਨਤੀ ਹੈ ਰਿਟਾਇਰਡ ਹੈਡਮਾਸਟਰ ਸਤਿਕਾਰਯੋਗ ਵੀਰ ਕੁਲਵੰਤ ਸਿੰਘ ਜੀ ਨੂੰ ਕਿ ਉਹ ਆਉਣ 2-4 ਮਿੰਟ ਵਾਸਤੇ। ਇਹ ਜਿਹੜੀ ਅਕੈਡਮੀ ਉਹਨਾਂ ਨੇ ਕੀਤੀ ਹੈ, ਕੀ ਅਨੁਭਵ ਹੈ, ਕਿਵੇਂ ਦਾ ਐਕਸਪੀਰੀਅੰਸ ਉਹਨਾਂ ਨੂੰ ਇਹਦੇ ਤੋਂ ਮਿਲਿਆ ਹੈ, ਉਹ ਆਪਣੇ ਵਿਚਾਰ ਜਿਹੜੇ ਨੇ ਸਾਡੇ ਨਾਲ ਰੱਖਣ। ਉਹਨਾਂ ਨੂੰ ਅੱਜ ਇੱਥੋਂ ਬਾਅਦ ਵਿੱਚ ਸਤਿਕਾਰ ਵੀ ਉਹਨਾਂ ਦੀ ਅਕੈਡਮੀ ਵਾਸਤੇ ਜਿਹੜਾ ਹੈ ਉਹ ਦਿੱਤਾ ਜਾਣਾ ਹੈ।
ਸਰਦਾਰ ਕੁਲਵੰਤ ਸਿੰਘ ਜੀ। ਸਾਰੀ ਸੰਗਤ ਸਭ ਤੋਂ ਪਹਿਲਾਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨਵੇਕਲਾ ਜਿਹਾ ਉਪਰਾਲਾ ਮਹਾਨ ਸ਼ਖਸੀਅਤ ਜਗਜੀਤ ਸਿੰਘ ਜੀ ਦਰਦੀ ਸਾਡੇ ਵਿੱਚ ਬਿਰਾਜਮਾਨ ਨੇ, ਤੇ ਮੈਨੂੰ ਬੈਠੇ ਬੈਠੇ ਐਵੇਂ ਲੱਗਦਾ ਸੀ ਤੇ ਸਾਰੀ ਦਰਦੀ ਬੈਠੇ ਨੇ। ਅੱਜ ਇੱਕ ਦਰਦੀ ਨਹੀਂ, ਮੈਂ ਵੇਖਣਾ ਪਿਆ ਸਾਰੇ ਦਰਦੀ ਬੈਠੇ ਹੋਏ ਨੇ ਉਸ ਦਰਦ ਦੇ ਵਿੱਚ ਸ਼ਾਮਲ ਹੋਣ ਵਾਸਤੇ ਵੀ ਇਸ ਨੂੰ ਕਿਵੇਂ ਹੱਲ ਇਹਦਾ ਕੱਢਿਆ ਜਾਏ ਤੇ ਕਿਵੇਂ ਆਪਣੀ ਕੌਮ ਦੀ ਅਗਵਾਈ ਕਰਕੇ ਲਿਆ ਜਾਏ। ਮੈਂ 2 ਮਿੰਟ ਲਵਾਂਗਾ। ਲਿਖਿਆ ਹੈ ਪਿਛੋਕੜ ਮਹਾਨ ਅਤੀ ਉੱਤਮ, ਉਸ ਤੋਂ ਬਾਅਦ ਹੈ ਵਰਤਮਾਨ ਜਿਸ ਵਿੱਚ ਅਸੀਂ ਸ਼ਾਮਲ ਹਾਂ। ਵਰਤਮਾਨ ਪਹਿਲਾਂ ਬਣਾ ਲਈਏ, ਭਵਿੱਖ ਆਪਣੇ ਆਪ ਅਗਲੇ ਆਉਣ ਵਾਲੇ ਬਣਾਉਣਗੇ। ਦੁਬਾਰਾ ਫਿਰ ਦੁਹਰਾ ਦਈਏ, ਵਰਤਮਾਨ ਬਣਾਈਏ ਤੇ ਬਣਾਉਣ ਵਾਸਤੇ ਸਾਰੀ ਸੰਗਤਾਂ ਆ ਕੇ ਬੈਠੀਆਂ ਹੋਈਆਂ ਨੇ, ਧੰਨਤਾ ਯੋਗ ਨੇ ਜੋ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਰਹੇ ਨੇ। ਮੈਂ ਟੂਕ ਮਾਤਰ ਗੱਲ ਕਰਾਂਗਾ ਕਿ ਸਾਡੀ ਸਿੱਖ ਕੌਮ ਕੋਰੋਨਾ ਦੇ ਵਿੱਚ ਲਾ ਲਓ ਕਿੱਥੇ ਸਿਖਰ ਤੇ ਪਹੁੰਚੀ ਹੈ, ਲੰਗਰਾਂ ਦੇ ਥਰੂ। ਕਿਸਾਨੀ ਮੋਰਚਾ ਲੱਗਾ, ਕਿੱਥੇ ਪਹੁੰਚ ਗਿਆ। ਆਲ ਵਰਲਡ ਦੇ ਵਿੱਚ ਸਿੱਖ ਦੀ ਗੱਲ ਹੋ ਰਹੀ ਹੈ ਤਾਂ ਬੜੇ ਸਤਿਕਾਰ ਨਾਲ ਗੱਲ ਕੀਤੀ ਜਾ ਰਹੀ ਹੈ। ਫਿਰ ਪਤਾ ਲੱਗਾ ਵੀ ਪੱਖ ਕਿਹੜਾ ਰਹਿ ਗਿਆ ਹੈ, ਐਸਾ ਪੱਖ ਕਿਹੜਾ ਰਹਿ ਗਿਆ ਹੈ ਕਿ ਜਿੱਤੇ ਸਾਡੀ ਅਸੀਂ ਬਹੁਤ ਪਿੱਛੇ ਹਾਂ। ਪਤਾ ਲੱਗਾ ਜਦੋਂ ਵਿਚਾਰ ਕੀਤੀ ਗੁਰਮੁਖ ਪਿਆਰਿਆਂ ਨਾਲ ਕਰਨਾਲ ਦੇ ਵਿੱਚ ਬਾਹਰ ਅੰਦਰ, ਕਹਿੰਦੇ ਨੇ ਫਿਰ ਸਿੱਖਿਆ, ਇਹ ਸਤਿਗੁਰੂ ਜੀ ਨੇ ਕਿਰਪਾ ਕੀਤੀ ਮਨ ਵਿੱਚ ਇਹ ਵਿਚਾਰ ਲੈ ਕੇ ਆਂਦੇ, ਕਿਉਂਕਿ ਸਤਿਗੁਰੂ ਜੀ ਕਰਾਉਂਦੇ ਨੇ ਸਾਰੇ ਸਰਬ ਕਲਾ ਸਮਰਥ ਉਹ ਕਰਾਉਂਦੇ ਨੇ, ਜੀਵ ਦੇ ਵੱਸ ਦੀ ਗੱਲ ਨਹੀਂ ਹੈ। ਸਾਨੂੰ ਜਗ੍ਹਾ ਮਿਲੀ, ਹਾਲੀ ਕਿਰਾਏ ਤੇ ਲੈ ਕੇ ਉਸ ਨੂੰ ਸ਼ੁਰੂਆਤ ਕੀਤੀ ਹੈ। ਅਕਾਲ IAS 20-22 ਬੱਚੇ ਸਾਡੇ ਕੋਲ ਇਸ ਟਾਈਮ ਸਟੱਡੀ ਲੈ ਰਹੇ ਨੇ। 2 ਅਪ੍ਰੈਲ ਤੋਂ ਮਾਫ ਕਰਨਾ 2 ਅਗਸਤ ਤੋਂ ਕਲਾਸਾਂ ਉਹਦੇ 'ਚ ਸ਼ੁਰੂ ਹੋ ਚੁੱਕੀਆਂ ਨੇ। ਮੈਂ ਸਾਰੀ ਸੰਗਤ ਨੂੰ ਖਾਸ ਕਰਕੇ ਕਰਨਾਲ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਇਹਦੇ ਵਿੱਚ ਜਿਸ ਤਰ੍ਹਾਂ ਬੇਨਤੀ ਕੀਤੀ ਜਾ ਰਹੀ ਸੀ, ਰਾਜਨੀਤੀ ਨਾ ਕਰਕੇ, ਯਾਨੀ ਕਿ ਗੰਦੀ ਰਾਜਨੀਤੀ ਨਾ ਕਰਕੇ ਸਾਡਾ ਸਾਥ ਦਿੱਤਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਡਾਕਟਰ ਗੁਰਬਚਨ ਸਿੰਘ ਜੀ ਉਹ ਵੀ ਸਾਡੇ ਰੂਬਰੂ ਹੋਣ। ਬਹੁਤ ਹੀ ਸਤਿਕਾਰ ਨਾਲ ਮੈਂ ਉਹਨਾਂ ਨੂੰ ਮੰਚ ਤੇ ਆਮੰਤਰਿਤ ਕਰਦਾ। ਡਾਕਟਰ ਗੁਰਬਚਨ ਸਿੰਘ ਜੀ, ਸਾਬਕਾ ਐਗਰੀਕਲਚਰ ਕਮਿਸ਼ਨਰ ਆਫ ਇੰਡੀਆ। ਬਹੁਤ ਹੀ ਸਨਮਾਨਯੋਗ ਦਰਦੀ ਸਾਹਿਬ, ਚੇਅਰਮੈਨ ਇੰਟਰਨੈਸ਼ਨਲ ਸਿੱਖ ਫੋਰਮ ਦੇ, ਪੰਨੂ ਜੀ ਹਰਿਆਣਾ ਚੈਪਟਰ ਦੇ ਚੇਅਰਮੈਨ ਐਂਡ ਕੋ ਚੇਅਰਮੈਨ ਇੰਟਰਨੈਸ਼ਨਲ ਸਿੱਖ ਫੋਰਮ ਦੇ, ਸਾਰੇ ਪਤਵੰਤੇ ਸੱਜਣੋਂ, ਬੁੱਧੀਜੀਵੀਓ, ਬਹੁਤ ਅੱਛਾ ਲੱਗ ਰਿਹਾ ਹੈ ਕਿ ਅੱਜ ਅਸੀਂ ਸਿੱਖ ਮਸਲਿਆਂ ਤੇ ਇੱਕ ਛੋਟਾ ਜਿਹਾ ਸੈਮੀਨਾਰ ਕਰ ਰਹੇ ਹਾਂ, ਜਿਹੜਾ ਕਿ ਮੈਂ ਸਮਝਦਾ ਦੁਨੀਆ ਦੇ ਵਿੱਚ ਇੱਕ ਨਵੀਂ ਮਿਸਾਲ ਕਾਇਮ ਕੀਤੀ ਜਾ ਸਕਦੀ ਹੈ। ਦੁਨੀਆ ਦੀ ਕੋਈ ਕ੍ਰਿਸ਼ੀ ਖੇਤਰ ਦੇ ਵਿੱਚ ਕੋਈ ਇਹੋ ਜਿਹੀ ਫਾਰਮ ਨਹੀਂ ਸੀ ਜਿੱਥੇ ਮੈਂ ਲੈਕਚਰ ਨਹੀਂ ਦਿੱਤੇ, ਗਿਆ ਨਹੀਂ। ਜ਼ਿਆਦਾਤਰ ਮੈਂ ਦਿੱਲੀ ਰਿਹਾ। ਬਹੁਤ ਕੁਝ ਹੁਣ ਵੀ ਅਖਬਾਰਾਂ 'ਚ ਦੇਖਦਾ ਰਹਿਣਾ, ਪੜ੍ਹਦਾ ਰਹਿਣਾ, ਔਰ ਚਿੰਤਨ ਸਾਡੇ ਘਰ ਰੋਜ਼ ਹੀ ਹੁੰਦਾ ਹੈ, ਕਿਉਂਕਿ ਮੇਰੇ ਦੋਨੇ ਬੱਚਿਆਂ ਦੀਆਂ ਨੌਕਰੀਆਂ ਛਡਾ ਕੇ, ਮੇਰੀਆਂ ਨੂੰਹਾਂ ਦੀਆਂ ਨੌਕਰੀਆਂ ਛਡਾ ਕੇ, ਜਿਹੜੀਆਂ ਕਿ ਅਸਿਸਟੈਂਟ ਪ੍ਰੋਫੈਸਰ ਲੱਗੀਆਂ ਹੋਈਆਂ ਸੀ, ਮੇਰਾ ਬੇਟਾ 2 ਲੱਖ ਰੁਪਈਆ ਬਜਾਜ ਕੰਪਨੀ 'ਚ ਲੈਂਦਾ ਸੀ। ਉਹਨਾਂ ਨੂੰ ਕਿਹਾ, ਨਹੀਂ ਬੇਟਾ, ਨੌਕਰੀ ਦੇ ਵਿੱਚ ਮੈਂ ਵੱਡੀ ਤੋਂ ਵੱਡੀ ਨੌਕਰੀ ਤੇ ਮੈਂ ਰਿਹਾ, ਮੈਂ ਦੇਖ ਲਿਆ। ਅਗਰ ਕੌਮ ਲਈ ਕੁਝ ਕਰਨਾ ਹੈ, ਦੇਸ਼ ਲਈ ਕੁਝ ਕਰਨਾ ਹੈ, ਤਾਂ ਆਪਦਾ ਕੰਮ ਕਰੋ ਔਰ ਉਹ ਇੱਕ ਐਸਾ ਰੋਲ ਮਾਡਲ ਬਣਾਓ ਕਿ ਤੁਸੀਂ ਕੁਛ ਨਾ ਕੁਛ ਲੋਕਾਂ ਦੇ ਦਿਲਾਂ ਦੇ ਵਿੱਚ ਜ਼ਰੂਰ ਚੋਟ ਵੱਜਣੀ ਚਾਹੀਦੀ ਹੈ ਕਿ ਸਾਡਾ ਫਿਊਚਰ ਕੀ ਹੋਣਾ ਚਾਹੀਦਾ। ਔਰ ਗੁਰਬਾਣੀ ਦੇ ਨਾਲ ਹਮੇਸ਼ਾ, ਮੈਂ ਤਾਂ ਕਹਿਣਾ ਅਸੀਂ ਬਹੁਤ ਅਖੰਡ ਪਾਠ ਸਾਹਿਬ ਵੀ ਕਰਦੇ ਹਾਂ, ਬਹੁਤ ਪਾਠ ਵੀ ਰੋਜ਼ ਕਰਦੇ ਹਾਂ, ਪਰ ਗੁਰੂ ਸਾਹਿਬ ਨੇ ਤਾਂ ਅਸੀਂ 2-4 ਹੀ ਲੈਣਾ ਐਸੀਆਂ ਹੈ ਗੁਰਬਾਣੀ ਦੀਆਂ, ਸਾਰੀ ਜ਼ਿੰਦਗੀ ਸਾਡੀ ਉਹਨਾਂ ਦੇ ਨਾਲ ਹੀ ਚੇਂਜ ਹੋ ਜਾਂਦੀ ਹੈ। ਹੁਣ ਗੱਲ ਅੱਜ ਦੇ ਵਿਸ਼ੇ ਦੀ ਹੈ
ਇੱਕ ਚੀਜ਼ ਮੈਂ ਦੇਖੀ ਹੈ, ਸਾਡੀ ਕੌਮ ਦੇ ਵਿੱਚ ਅੱਜ ਵੀ ਅਸੀਂ ਦੁਨੀਆ ਤੇ ਨਜ਼ਰ ਮਾਰੀਏ, ਦੇਸ਼ ਤੇ ਨਜ਼ਰ ਮਾਰੀਏ, ਐਸੇ ਲੋਕ ਬੈਠੇ ਹਨ ਜਿਨ੍ਹਾਂ ਨੇ ਦੁਨੀਆ ਦੇ ਵਿੱਚ, ਦੇਸ਼ ਦੇ ਵਿੱਚ ਆਪਣਾ ਨਾਮ ਵੀ ਕਮਾਇਆ ਹੈ ਔਰ ਕੌਮ ਦਾ ਨਾਮ ਵੀ ਉੱਤੇ ਲੈ ਕੇ ਗਏ ਨੇ। ਪਹਿਲੀ ਮੇਰੀ ਬੇਨਤੀ, ਬੜੀ ਦੋ ਤਰ੍ਹਾਂ ਦੇ ਲੋਕ ਹੈ ਦੁਨੀਆ ਦੇ ਵਿੱਚ, ਅੱਜ ਵੀ ਆਪਾਂ ਦੇਖੀਏ ਹਰ ਜਗ੍ਹਾ ਤੇ। ਇੱਕ ਲੋਕ ਐਸੇ ਆ ਜੋ ਕਰਦੇ ਬਹੁਤ ਘੱਟ ਹੈ, ਪ੍ਰਚਾਰ ਬਹੁਤ ਜ਼ਿਆਦਾ ਕਰਦੇ ਆ। ਇੱਕ ਲੋਕ ਐਸੇ ਆ ਜਿਹੜੇ ਕੰਮ ਬਹੁਤ ਕਰਦੇ ਆ, ਪਰ ਉਹ ਨਾ ਤਾਂ ਪ੍ਰੈਸ ਦੇ ਵਿੱਚ ਆਉਣਾ ਚਾਹੁੰਦੇ ਆ, ਨਾ ਉਹ ਆਪਣੇ ਕੰਮ 'ਚ ਲੱਗੇ ਆ, ਇੱਕ ਮਿਸ਼ਨ ਲੈ ਕੇ ਲੱਗੇ ਹੋਏ ਆ ਔਰ ਕਰਦੇ। ਇਹ ਦੋ ਤਰ੍ਹਾਂ ਦੇ ਸਾਡੀ ਕੌਮ ਦੇ ਜਿਹੜੇ ਲੋਕ ਹੈ, ਇਹਨਾਂ ਨੂੰ ਸਾਨੂੰ ਆਇਡੈਂਟੀਫਾਈ ਕਰਨ ਦੀ ਲੋੜ ਹੈ, ਜਿਨ੍ਹਾਂ ਨੇ ਬਿਲਕੁਲ ਦੇਸ਼ ਦਾ ਵਿਦੇਸ਼ ਦੇ ਵਿੱਚ ਸਾਡੀ ਕੌਮ ਦਾ ਨਾਮ ਉੱਚਾ ਕੀਤਾ ਹੈ ਔਰ ਸ੍ਰਿਸ਼ਟੀ ਲਈ ਵੀ ਬਹੁਤ ਅੱਛਾ ਕੰਮ ਕੀਤਾ ਹੈ। ਔਰ ਉਹਨਾਂ ਨੂੰ ਅਸੀਂ ਸਾਡੇ ਇਸ ਮਿਸ਼ਨ ਦੇ ਨਾਲ ਜੋੜੀਏ। ਬਹੁਤ ਸਾਰੇ ਬਹੁਤ ਐਕਟਿਵ ਨਹੀਂ ਹੋਣਗੇ, ਪਰ ਮੈਂ ਬਹੁਤ ਨੂੰ ਜਾਣਦਾ ਐਜੂਕੇਸ਼ਨ ਦੇ ਸੈਕਟਰ 'ਚ, ਵਿਦਿਆ ਦੇ ਸੈਕਟਰ 'ਚ, ਖੋਜ ਦੇ ਸੈਕਟਰ 'ਚ, ਪਾਲਿਸੀ ਦੇ ਸੈਕਟਰ 'ਚ, ਹਿਊਮਨ ਰਿਸੋਰਸ ਡਿਵੈਲਪਮੈਂਟ ਦੇ ਸੈਕਟਰ 'ਚ। ਮਤਲਬ ਸਾਡੇ ਬਹੁਤ ਕੌਮ ਦੇ ਹੀਰੇ ਬੈਠੇ ਹੋਏ ਆ। ਅਸੀਂ ਇਸ ਮਿਸ਼ਨ ਦੇ ਨਾਲ ਉਹਨਾਂ ਲੋਕਾਂ ਨੂੰ ਜੋੜੀਏ, ਬਹੁਤ ਕੁਝ ਹੋ ਸਕਦਾ ਹੈ। ਆਪਣੇ ਆਪ ਨੂੰ ਅਸੀਂ ਰੋਲ ਮਾਡਲ ਬਣੀਏ ਔਰ ਆਪਣੀ ਕੌਮ ਦੀ ਜਿੰਨੀ ਸੇਵਾ ਕਰ ਸਕੀਏ ਉਨੀ ਥੋੜੀ ਹੈ। ਇੰਨੀ ਕੁ ਮੇਰੇ ਵਚਨ ਪ੍ਰਵਾਨ ਕਰਨੇ। ਜ਼ਰੂਰ ਆਇਓ ਸਾਡੇ ਫਾਰਮ ਤੇ, ਹੋਰ ਜ਼ਿਆਦਾ ਚਰਚਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਹਰਮਿੰਦਰ ਸਿੰਘ ਜੀ, ਉਹਨਾਂ ਨੂੰ ਜੀ ਆਇਆਂ ਵੀ, ਤੇ ਉਹ ਆਉਣ ਤੇ 3-4 ਮਿੰਟ ਵਾਸਤੇ ਸੰਗਤਾਂ ਦੇ ਰੂਬਰੂ ਹੋਣ। ਅੱਜ ਦੇ ਇਸ ਮਹਾਨ ਕਾਰਜ ਦੇ ਉੱਤੇ ਜੋ ਉਪਰਾਲਾ ਕੀਤਾ ਹੈ ਸਾਡੇ ਸਤਿਕਾਰਯੋਗ ਸਰਦਾਰ ਜਗਜੀਤ ਸਿੰਘ ਜੀ ਦਰਦੀ, ਜਿੱਥੇ ਦਰਦੀ ਸਾਹਿਬ ਦਾ ਜਿਹੜਾ ਸਾਰਾ ਜੀਵਨ ਹੈ ਉਹ ਸਿੱਖ ਕੌਮ ਦੇ ਲਈ, ਸਿੱਖੀ ਦੇ ਲਈ, ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਕਿਵੇਂ ਇਹਨਾਂ ਦੇ ਅੰਦਰ ਸਿੱਖੀ ਕੁੱਟ-ਕੁੱਟ ਕੇ ਭਰੀ ਹੋਈ ਹੈ। ਇਹ ਹੀ ਨਹੀਂ, ਇਹਨਾਂ ਦੇ ਮਿਸਟਰ ਜਸਵਿੰਦਰ ਕੌਰ ਦਰਦੀ, ਜਿਨ੍ਹਾਂ ਦੇ ਨਾਲ ਮੇਰਾ ਲਗਭਗ 30 ਸਾਲ ਦਾ, 25-30 ਸਾਲ ਦਾ ਸਾਡਾ, ਅਸੀਂ ਇੱਕ ਪਟਿਆਲਾ ਸ਼ਹਿਰ ਦੇ ਵਿੱਚ ਮਾਤਾ ਗੁਜਰੀ ਜੀ ਸੇਵਾ ਸੁਸਾਇਟੀ ਬਣਾਈ, ਜਿਹਦੇ ਮੈਡਮ ਚੇਅਰਪਰਸਨ ਨੇ। ਹਰ ਸਾਲ ਮਾਤਾ ਗੁਜਰੀ, ਸਿਰਫ ਲੇਡੀਜ਼ ਹੀ ਨੇ, ਸਟੇਜ ਸਕੱਤਰੀ ਵੀ ਲੇਡੀਜ਼ ਨੇ, ਸਾਰਾ ਕੁਝ ਹੀ, ਸਾਰਾ ਪਰਿਵਾਰ ਹੀ ਸਿੱਖੀ ਦੇ ਨਾਲ ਜੁੜਿਆ ਹੋਇਆ। ਬੜਾ ਮਨ ਦੁਖਦਾ ਜਦੋਂ ਪਿਓ ਦੀ ਦਾੜੀ ਏਡੀ ਏਡੀ ਵੱਡੀ ਹੁੰਦੀ ਹੈ ਤੇ ਪੁੱਤਰ ਦੀ ਦਾੜੀ ਕੱਟੀ ਹੁੰਦੀ ਹੈ। ਬੜਾ ਮਨ ਉਦਾਸ ਹੁੰਦਾ ਹੈ। ਉਦੋਂ ਕਲਗੀਧਰ ਦਸ਼ਮੇਸ਼ ਪਿਤਾ ਦਾ ਯਾਦ ਆਉਂਦੀ ਹੈ ਕਿ ਪਾਤਸ਼ਾਹ ਤੁਸੀਂ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਅਸੀਂ ਉਹਨਾਂ ਦੇ ਵਿੱਚੋਂ ਹੀ ਹਾਂ। ਸਾਨੂੰ ਸੰਭਾਲਣ ਦੀ ਲੋੜ ਹੈ। ਮੈਂ ਇੱਕ ਦੋ ਐਗਜ਼ੈਂਪਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਵੈਸੇ ਤਾਂ ਜੀਵਨ ਦੇ ਵਿੱਚ ਬੜੀਆਂ ਜਿਹੜੀਆਂ ਤਾਜ਼ੀਆਂ ਨੇ। ਜਿੱਥੇ ਦਾਸ ਪਟਿਆਲਾ ਸ਼ਹਿਰ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀਆਂ ਦਾ ਖਾਲਸਾ ਸ਼ਤਾਬਦੀ ਦਾ ਮੁੱਖ ਸੇਵਾਦਾਰ ਹੈ, ਉੱਥੇ ਸਾਡੇ ਕੋਲ ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਦੀਵਾਨ ਹਾਲ ਦੁਖਨਿਵਾਰਨ ਸਾਹਿਬ ਦੀ ਬੈਕ ਸਾਈਡ ਤੇ ਤਾਜ਼ੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਉੱਤੇ ਪ੍ਰਭਾਤ ਫੇਰੀਆਂ ਦਾਸ ਕੋਲ ਸਤਿਗੁਰਾਂ ਨੇ ਸੇਵਾ ਲਈ 5 ਪ੍ਰਭਾਤ ਫੇਰੀਆਂ ਨਿਕਲੀਆਂ ਤੇ ਕੁਝ ਸੰਗਤ ਸੀਗੀ। ਅਖੀਰਲੀ ਪ੍ਰਭਾਤ ਫੇਰੀ ਨਿਕਲੀ ਤਾਂ ਲਗਭਗ 150 ਤੋਂ 200, ਜਿਹਦੇ 'ਚ 120 ਦੇ ਲਗਭਗ ਬੀਬੀਆਂ ਸਨ। ਤੇ ਮੈਂ ਉਹਨਾਂ ਦੀ ਗੋਦ ਵਿੱਚ ਦੇਖਿਆ, ਬੱਚੇ ਦੇਖੇ, ਤੇ ਮੈਂ ਉਹਨਾਂ ਨੂੰ ਬੜਾ ਕੁਝ ਕਿਹਾ। ਤੇ ਮੈਂ ਇਹ ਗੱਲ ਕਹੀ ਨਾਲ ਦੀ ਨਾਲ ਵੀ ਜਿੰਨੇ ਬੱਚੇ ਅੱਜ ਪ੍ਰਭਾਤ ਫੇਰੀ ਤੇ ਆਏ ਨੇ, ਜਿੰਨੇ ਬੱਚੇ ਪ੍ਰਭਾਤ ਫੇਰੀ ਤੇ ਅੱਜ ਆਏ ਨੇ, ਉਹਨਾਂ ਸਾਰਿਆਂ ਨੂੰ ਅੱਜ ਦੁਪਹਿਰ ਨੂੰ ਸਾਰਿਆਂ ਨੂੰ ਕੇਵਲ 20 ਰੁਪਏ ਇਨਾਮ ਮਿਲੇਗਾ। ਉਹ ਬੱਚੇ ਖੁਸ਼ ਤਾਂ ਹੋ ਗਏ ਤੇ ਉਹਨਾਂ ਨਾਲ 50 ਬੱਚੇ ਹੋਰ ਆ ਗਏ ਨਾਲ ਦੀ ਨਾਲ, ਕਿਉਂਕਿ ਇੱਕ ਜਾਗ ਲਾਉਣ ਦੀ ਗੱਲ ਦੱਸ ਰਿਹਾ ਤੁਹਾਨੂੰ। ਤੇ ਮੈਂ ਕਿਹਾ ਵੀ ਜੇ ਇਹਨਾਂ ਨੂੰ ਦੇ ਤੇ ਜਿਹੜੇ ਨਹੀਂ ਆਏ ਉਹਨਾਂ ਨੂੰ ਵੀ, ਮੈਂ ਕਿਹਾ ਵੀ 10-10 ਰੁਪਏ ਇਹਨਾਂ ਨੂੰ ਮਿਲੇ, ਅਗਲੀ ਵਾਰੀ ਤੁਹਾਨੂੰ ਵੀ ਮਿਲਣਗੇ। ਤੇ ਅਗਲੀ ਕੰਡੀਸ਼ਨ ਕੀ ਰੱਖਤੀ ਮੈਂ ਉਹਨਾਂ ਨੂੰ ਵੀ ਜਿਹੜਾ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਪ੍ਰਕਾਸ਼ ਪੁਰਬ ਤੇ 5 ਦਿਨ ਆਏਗਾ, ਜਿੰਨੇ ਬੱਚੇ ਆਣਗੇ ਉਹਨਾਂ ਸਾਰਿਆਂ ਨੂੰ ਚਿੱਟੇ ਸੂਟ ਮਿਲਣਗੇ ਸਾਰਿਆਂ ਨੂੰ। ਸਾਨੂੰ ਜਾਗ ਲਾਉਣ ਦੀ ਲੋੜ ਹੈ, ਸਾਨੂੰ ਜਾਗਰਤ ਕਰਨ। ਜਦੋਂ ਬੱਚੇ ਨੂੰ ਜਾਗ ਲੱਗ ਗਈ, ਮੈਂ ਆਪਣੇ ਪਰਿਵਾਰ ਤੋਂ ਪਹਿਲਾਂ ਕਹਿ ਕੇ ਗਏ ਨੇ ਵੀ ਸਾਨੂੰ ਸੰਭਣ ਦੀ ਲੋੜ ਹੈ। ਆਪਣੇ ਪਰਿਵਾਰ ਦੀ ਗੱਲ ਕਰੀਏ, ਮੇਰਾ ਪੋਤਾ ਅਜੇ ਸਿਰਫ 4 ਮਹੀਨੇ ਦਾ। ਮੈਂ ਰੋਜ਼ਾਨਾ ਉਹਨੂੰ ਸਵੇਰੇ ਸ਼ਾਮ
10 ਮਿੰਟ ਲਾ ਕੇ ਬੋਲਦਾ ਵੀ ਵਾਹਿਗੁਰੂ ਵਾਹਿਗੁਰੂ, ਤਾਂ ਉਹ ਅੱਜ ਗੁਲੂ ਗੁਲੂ ਕਰਨ ਲੱਗ ਗਏ। ਸਾਨੂੰ ਜਾਗ ਲਾਉਣ ਦੀ ਲੋੜ ਹੈ, ਤੇ ਉਹ ਸਮਾਂ ਦੂਰ ਨਹੀਂ ਜਦੋਂ ਆਪਾਂ ਨੂੰ ਜਿਹੜਾ ਨਾਰੇ ਮਾਰਦੇ ਨਾ, ਅਰਬੀ ਰਾਜ ਕਰੇਗਾ ਖਾਲਸਾ, ਕਿ ਆਕੀ ਰਹਿ ਨਾ ਖੋਏ, ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋਏ। ਉਹ ਦਿਨ ਦੂਰ ਨਹੀਂ ਜਿਹਦੇ ਆਪਾਂ ਜਾਗ ਪਏ। ਤਾਂ ਕੇਵਲ ਜਿਹੜਾ ਆਪਾਂ ਉਪਰਾਲਾ ਕੀਤਾ ਹੈ, ਇਹ ਬਹੁਤ ਵੱਡਾ ਉਪਰਾਲਾ ਹੈ। ਆਓ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਮੈਂ ਸਮਾਂ ਨਹੀਂ ਲੈਂਦਾ, ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਨੇ। ਬੇਨਤੀ ਹੈ ਕਿ ਆਓ ਸਾਰੇ ਰਲ ਕੇ ਆਪਣੇ ਘਰ ਤੋਂ ਸ਼ੁਰੂਆਤ ਕਰੀਏ, ਆਪਣਾ ਘਰ ਸੰਭਾਲੀਏ, ਅੱਗੇ ਨਾਲ ਸੰਭਾਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸੁਰਿੰਦਰ ਸਿੰਘ ਜੀ ਵੈਦਵਾਲਾ। ਇੰਟਰਨੈਸ਼ਨਲ ਸਿੱਖ ਫੋਰਮ ਦੇ ਸੱਦੇ ਤੇ ਔਰ ਖਾਸ ਤੌਰ ਤੇ ਦਰਦੀ ਸਾਹਿਬ, ਪੰਨੂ ਸਾਹਿਬ, ਜਿਨ੍ਹਾਂ ਨੇ ਸਾਨੂੰ ਸਾਰੇ ਵਿਦਵਾਨਾਂ ਦਾ ਸੰਸਥਾਵਾਂ ਦਾ ਦਰਸ਼ਨ ਕਰਨ ਦਾ ਮੌਕਾ ਦਿੱਤਾ ਹੈ, ਮੈਂ ਸਭ ਦਾ ਧੰਨਵਾਦੀ ਹਾਂ। ਔਰ ਮੈਂ ਤਾਂ ਇੱਕ ਦਰਦੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ, ਜੋ ਇਹਨਾਂ ਨੇ ਉਪਰਾਲਾ ਕੀਤਾ ਹੈ। ਸਾਡੇ ਮਨ ਦਾ ਉਪਰਾਲਾ ਸੀ। ਸਾਡੇ ਕਾਰ ਸੇਵਾ ਵਾਲੇ ਬਾਬਾ ਜੀਤ ਸਿੰਘ ਜੀ, ਬਾਬਾ ਪ੍ਰੀਤਮ ਸਿੰਘ ਜੀ ਤੋਂ ਵਰਸੋਏ ਹੋਏ, ਉਹ ਸਾਨੂੰ, ਸੁਰਿੰਦਰ ਸਿੰਘ ਜੀ ਵੀ ਮੇਰੇ ਨਾਲ ਆਏ ਹੋਏ ਹਨ, ਵਿਰਕ ਸਾਹਿਬ ਬਾਬਾ ਜੀ ਦੇ ਨਾਲ ਹੀ ਰਹਿੰਦੇ ਹਨ, ਚਿੱਲਾ ਸਾਹਿਬ ਗੁਰਦੁਆਰਾ ਸਰਸੇ, ਉਹ ਸਕੂਲ ਜਿਹੜੇ ਦੀ ਦੱਸਿਆ ਹੈ ਪੰਨੂ ਸਾਹਿਬ ਨੇ, ਸਕੂਲ ਖੋਲ੍ਹਿਆ। ਨਰਸਰੀ ਤੋਂ ਹੀ ਅਸੀਂ ਪੰਜਾਬੀ, ਇੰਗਲਿਸ਼ ਨੂੰ ਨਾਲ ਲੈ ਕੇ ਚੱਲ ਰਹੇ ਹਾਂ, ਔਰ ਕਾਫੀ ਸਾਡੇ ਬੱਚੇ ਉੱਤੇ ਗਏ, ਨਾਲ ਗੱਤਕਾ, ਕੀਰਤਨ, ਔਰ ਸਾਰੇ ਮਤਲਬ ਜੋ ਸਿੱਖ ਮਰਿਆਦਾ ਹੈ ਉਹਦੇ ਮੁਤਾਬਕ ਜੋੜਨ ਦੀ ਕੋਸ਼ਿਸ਼ ਕੀਤੀ, ਜਿਹਦੇ ਵਿੱਚ ਦੂਜੀਆਂ ਕੌਮਾਂ ਦੇ, ਹਿੰਦੂਆਂ ਦੇ, ਮੁਸਲਮਾਨਾਂ ਦੇ ਬੱਚੇ ਵੀ ਸਾਡੇ ਕੋਲ ਹਨ, ਤੇ ਤਕਰੀਬਨ 900-950 ਬੱਚਾ ਜੋ ਸੇਵਾ ਹੋ ਰਹੀ ਹੈ। ਇਹ ਸੱਚੇ ਪਾਤਸ਼ਾਹ ਦੀ ਕਿਰਪਾ ਹੈ, ਉਸ ਦੀ ਫੌਜ ਹੈ, ਔਰ ਇਹ ਚੜ੍ਹਦੀ ਕਲਾ 'ਚ ਰਹਿਣੀ ਹੈ। ਔਰ ਜੋ ਇਹ ਉਪਰਾਲਾ ਕੀਤਾ ਗਿਆ, ਮੈਂ ਇਸ ਵਾਸਤੇ ਸੱਦਾ ਦੇਣਾ ਦਰਦੀ ਸਾਹਿਬ ਨੂੰ ਵੀ ਸਾਡੇ ਕੀਤਾ ਜਾਵੇ, ਔਰ ਤੁਸੀਂ ਸਾਰੇ ਸੰਗਤ ਜੋ ਹੈ ਅੱਜ ਆਏ ਹੋ, ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਹਾਰਨਪੁਰ ਤੋਂ ਚੱਲ ਕੇ ਸਾਡੇ ਵਿੱਚ ਸਪੈਸ਼ਲ ਆਏ ਹਨ ਕੋਚੜ ਸਾਹਿਬ। ਮੈਂ ਉਹਨਾਂ ਨੂੰ ਬਹੁਤ ਹੀ ਸਤਿਕਾਰ ਸਹਿਤ ਬੁਲਾਉਣਾ ਚਾਹਾਂਗਾ ਕਿ ਉਹ 2-4 ਮਿੰਟ ਆ ਕੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਜੀ। पदम श्री जगजीत सिंह जी दर्जी जी, समूह साध संगत, वाहिगुरु जी का खालसा, वाहिगुरु जी की फतेह। इंटरनेशनल सिख फोरम एक बेहतरीन प्रोग्राम उड़ीकिया गया है इस फोरम के बैनर तले। उम्मीद करना वा कि जिवें मेरे तो पहले बुलारे वालिया जी वगैरह ने सब ने गल कही सी कि कोई चीज़ अगर उड़ीक ली गई है, लाइन लिख ली है, तो वो लाइन 100% पूरी होंदी है। ਮੈਨੂੰ ਯਾਦ ਆਉਂਦਾ ਦਰਦੀ ਸਾਹਿਬ 12 ਸਾਲ ਤੋਂ ਸਟਰਗਲ ਕਰ ਰਹੇ ਨੇ ਔਰ ਇੱਥੇ ਤੱਕ ਅੱਜ ਪਹੁੰਚੇ ਨੇ। ਭਗਤ ਸਿੰਘ ਜਦੋਂ ਜੇਲ੍ਹ ਵਿੱਚ ਹੈਗੇ ਸੀ, ਭਗਤ ਸਿੰਘ ਜਦੋਂ ਜੇਲ੍ਹ ਵਿੱਚ ਹੈਗੇ ਸੀ, ਇੱਕ ਗੱਲ ਉਹਨਾਂ ਦੇ ਜਜ਼ਬਾਤ ਦੀ ਕਰ ਰਿਹਾ। ਉਹਨਾਂ ਨੇ ਇੱਕ ਲਾਈਨ ਲਿਖੀ ਸੀ ਜੇਲ੍ਹ ਵਿੱਚ, ਮੇਰੀ कलम मेरे जज्बात समझती है, मैं इश्क भी लिखना चाहूँ तो ये इनकलाब लिखती है। ਇਹ ਜਜ਼ਬਾਤ ਅਗਰ ਸਾਡੇ ਮਨਾਂ ਵਿੱਚ ਆ ਜਾਣ ਕਿ ਅਸੀਂ ਕੌਮ ਨੂੰ ਕਿਤੇ ਲੈ ਕੇ ਜਾਣਾ ਹੈ, ਤਾਂ ਉਹ ਜਜ਼ਬਾਤ 100% ਸਕਸੈਸ ਹੋਣਗੇ। ਮੈਂ ਸਭ ਤੋਂ ਪਹਿਲੇ, ਵੀਰ ਮੇਰੇ ਕਹਿ ਰਹੇ ਸੀ IAS IPS, ਹੁਣੇ ਮੇਰੇ ਤੋਂ ਪਹਿਲੇ ਬੁਲਾਰੇ ਕਹਿ ਕੇ ਗਏ ਹਨ ਖਾਲਸਾ ਅਕਾਲ ਪੁਰਖ ਕੀ ਫੌਜ। ਮੈਂ ਦੋਨੋਂ ਚੀਜ਼ਾਂ ਥੋੜਾ ਜਿਹਾ ਚੇਂਜ ਕਰਨਾ ਚਾਹਾਂਗਾ, ਹਲਕਾ ਜਿਹਾ, ਕਿ ਸਾਡੇ ਕੋਲ IAS ਔਰ IPS ਦਾ ਆਪਸ਼ਨ ਤੇ ਹੈ ਹੀ ਹੈ। ਅਦਰਵਾइज खालसा अकाल पुरख की फौज, जिस लाइन ही जाओगे फतेह पाओगे, जिस फील्ड ही जाओगे उत्थे नाम रोशन करोगे। तो कंप्यूटर का इजाद होया सी ते कंप्यूटर के वास्ते कोई चीज़ां दसिया गई सी कि अगर इनू तुसी AC च नहीं रखोगे खराब हो जाएगा, इनू प्रॉपर मेनटेन नहीं करोगे तो खराब हो जाएगा, दी विंडो करप्ट हो जाएगियां। सेम पोजीशन हैगी कि जिहड़ी चीज़ कोई इनोवेट करता है उहदे नाल एक बुकलेट दिंदा हुंदा है कि इस चीज़ ਨੂੰ इस तरीके ਨਾਲ ਤੁਸੀਂ ਚਲਾਓਗੇ ਤੇ ਇਹ ਬਿਲਕੁਲ ਪਰਫੈਕਟ ਚੱਲੇਗੀ। ਤੇ ਸਾਨੂੰ ਜਿੰਨੇ ਵੀ ਇਨੋਵੇਟ ਕੀਤਾ ਹੈ, ਸਾਡੇ ਵਾਹਿਗੁਰੂ ਨੇ, ਸਾਡੇ ਈਸ਼ਵਰ ਨੇ, ਉਹਨੇ ਸਾਨੂੰ ਇੱਕ ਆਪਣੀ ਕੌਮ ਦੇ ਹਿਸਾਬ ਨਾਲ ਇੱਕ ਧਰਮ ਗ੍ਰੰਥ ਵੀ ਦਿੱਤਾ ਹੈ ਕਿ ਤੁਸੀਂ ਆਪਣਾ ਜੀਵਨ ਕਿਵੇਂ ਜੀਣਾ ਹੈ। ਅਗਰ ਅਸੀਂ ਉਸ ਧਰਮ ਗ੍ਰੰਥ ਨੂੰ ਨਹੀਂ ਪੜ੍ਹਦੇ ਤੇ ਅਸੀਂ ਆਪਣੇ ਜੀਵਨ ਨੂੰ ਜੀ ਵੀ ਨਹੀਂ ਸਕਦੇ, 100% ਨਹੀਂ ਜੀ ਸਕਦੇ। साड़ी भी विंडो करप्ट हो जाएगी। असी जो रिजल्ट चाहांगे वो रिजल्ट नहीं मिलेगा। अगर किसी ने कार बनाई है, किसी ने हवाई जहाज बनाया, तो उन्होंने एक बुकलेट दी है कि इस बुकलेट के अकॉर्डिंगली इन्हू चलाओगे तो परफेक्ट चलेगा। साड़ी बुकलेट साढ़े श्री गुरु ग्रंथ साहिब ने
ਬੁਕਲੈਟ ਨਹੀਂ ਹੈਗੇ, ਸਜੀਵੀ ਗੁਰੂ ਹੈਗੇ ਨੇ ਸਾਡੇ ਲਈ। ਅਸੀਂ ਬੜੇ ਵਡਭਾਗੀ ਆ ਇਸ ਮਾਮਲੇ 'ਚ, ਸਾਨੂੰ ਸਜੀਵੀ ਗੁਰੂ ਮਿਲੇ ਨੇ। ਅਸੀਂ ਅਗਰ ਗੁਰੂ ਗ੍ਰੰਥ ਸਾਹਿਬ ਜੀ ਦੇ ਅਕੋਰਡਿੰਗਲੀ ਨਹੀਂ ਚੱਲਦੇ, ਸਾਡੇ ਬੱਚੇ ਨਹੀਂ ਚੱਲਦੇ, 1000% ਸਾਨੂੰ ਉਹ ਰਿਜ਼ਲਟ ਨਹੀਂ ਮਿਲੇਗਾ ਜੋ ਅਸੀਂ ਚਾਹੁੰਦੇ ਹਾਂ। ਜਦ ਤੱਕ ਅਸੀਂ ਨਹੀਂ ਪੜਾਂਗੇ, ਜੀਵਨ ਦੀ ਰਾਹ ਤਾਂ ਉੱਥੇ ਹੀ ਹੈਗੀ ਹੈ, ਜੀਵਨ ਦੀ ਰਾਹ ਉਸ ਤੋਂ ਇਲਾਵਾ ਕਿਤੇ ਨਹੀਂ ਹੈਗੀ। ਔਰ ਸਭ ਤੋਂ ਵੱਡੀ ਔਰ ਇੰਪੋਰਟੈਂਟ ਗੱਲ ਜਿਹੜੀ ਹੈਗੀ ਹੈ, ਮੈਂ ਸਮਝਦਾ ਵਾਂ ਕਿ ਉਹ ਕਹਿੰਦੇ ਨੇ ਨਾ ਕਿ ਬੰਦਾ, ਕੋਈ ਕਹਿੰਦਾ ਕਿ ਅੱਖਾਂ ਜਿਹਦੀਆਂ ਨਹੀਂ ਹੈਗਾ ਉਹ ਅੰਨਾ ਹੈਗਾ, ਅੰਨਾ ਉਹ ਨਹੀਂ ਹੈਗਾ, ਅੰਨਾ ਉਹ ਹੈਗਾ ਜਿਹਦਾ ਬ੍ਰੇਨ ਨਹੀਂ ਹੈਗਾ। ਤੇ ਮੇਰੀ ਤੁਹਾਨੂੰ ਬਿਲਕੁਲ 100% ਐਸ਼ੋਰੈਂਸ ਹੈ ਕਿ ਇੰਟਰਨੈਸ਼ਨਲ ਸਿੱਖ ਫੋਰਮ ਜਿਹੜਾ ਬਲੂਪ੍ਰਿੰਟ ਤਿਆਰ ਕਰ ਰਹੀ ਹੈ, ਅਸੀਂ ਮਿਲ ਕੇ ਸਾਰੇ ਕਰ ਰਹੇ ਹਾਂ, ਇੱਕ ਐਸਾ ਬਲੂਪ੍ਰਿੰਟ ਦਿਆਂਗੇ ਸਮਾਜ ਨੂੰ, ਦੇਸ਼ ਨੂੰ, ਕੌਮ ਨੂੰ ਔਰ ਦੁਨੀਆ ਨੂੰ ਕਿ ਜਿਹੜਾ ਬਿਲਕੁਲ ਅੱਜ ਤੱਕ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਹੋਏਗਾ। ਕਿਉਂਕਿ ਸਾਡੇ ਕੋਲੋਂ ਸਾਡੇ ਭੀਸ਼ਮ ਪਿਤਾਮਾ, ਸਾਡੇ ਸਭ ਤੋਂ ਵੱਡੇ ਜਗਜੀਤ ਸਿੰਘ ਜੀ ਦਰਜੀ ਸਾਡੇ ਨਾਲ ਹੈਗੇ ਨੇ, ਜੋ ਸਾਡੀ ਗੱਲ ਨੂੰ ਕਿਸੇ ਵੀ ਪਲੇਟਫਾਰਮ ਤੇ ਰੱਖਣ 'ਚ ਸક્ષਮ ਹੈਗੇ ਨੇ। ਐਸੇ ਦੇ ਨਾਲ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਦਿਲਬਾਗ ਸਿੰਘ ਜੀ ਆਪਣੇ ਵਿਚਾਰ ਸਾਂਝੇ ਕਰਨ, ਉਸ ਤੋਂ ਬਾਅਦ ਅਸੀਂ ਦਰਦੀ ਸਾਹਿਬ ਨੂੰ ਮੰਚ ਤੇ ਬੁਲਾ ਰਹੇ ਹਾਂ। ਵੀਰ ਦਿਲਬਾਗ ਸਿੰਘ ਜੀ। ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰ ਕੇ ਪਿਆਰੇ। ਇੱਥੇ ਪਹੁੰਚੀਆਂ ਸਮੂਹ ਸੰਗਤਾਂ ਫਤਿਹ ਦਾ ਜਵਾਬ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਇੱਥੇ ਪਹੁੰਚੇ ਹਾਂ। ਮੈਂ ਧੰਨਵਾਦ ਕਰਦਾ ਹਾਂ ਸਾਡੇ ਮਾਨਯੋਗ ਪਦਮ ਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੀ ਜੀ, ਜਿਨ੍ਹਾਂ ਨੇ ਮੈਨੂੰ ਇਸ ਸੰਸਥਾ ਨਾਲ ਜੋੜਿਆ। ਬੜਾ ਫਕਰ ਮਹਿਸੂਸ ਕਰ ਰਿਹਾ, ਮਾਣ ਮਹਿਸੂਸ ਕਰ ਰਿਹਾ। ਜਦੋਂ ਮੈਂ ਅੱਜ ਅੰਦਰ ਆਇਆ ਤੇ ਮੇਰੇ ਮਨ ਵਿੱਚ ਵੀ ਇੱਕ ਫੁਰਨਾ ਆਇਆ ਕਿ ਕੁਰੂਕਸ਼ੇਤਰ ਵਿਖੇ ਵੀ ਇਸ ਤਰ੍ਹਾਂ ਦਾ ਸਮਾਗਮ ਜ਼ਰੂਰ ਹੋਵੇ, ਕਿਉਂਕਿ ਮੈਂ ਸੁਖਮਨੀ ਸੇਵਾ ਸੁਸਾਇਟੀ ਨਾਲ ਤਕਰੀਬਨ 15 ਸਾਲ ਤੋਂ ਜੁੜਿਆ ਹੋਇਆ। ਘਰ ਘਰ ਜਾ ਕੇ ਬਾਣੀ ਦਾ ਪ੍ਰਚਾਰ ਵੀ ਕਰੀਦਾ। ਉਪਰਾਲਾ ਇਹ ਹੈ ਵੀ ਆਪ ਜਪੋ ਅਵਰਾ ਨਾਮ ਜਪਾਓ। ਨੌਜਵਾਨ ਜਿਹੜੇ ਹਨ ਸਾਡੇ ਨਾਲ ਜੁੜੇ ਹੋਏ ਹਨ, ਤੇ ਸਾਡਾ ਉਪਰਾਲਾ ਇਹ ਹੈ ਵੀ ਜਿਹੜੇ ਨੌਜਵਾਨ ਸਿੱਖੀ ਤੋਂ ਪਤਿਤ ਹੋ ਰਹੇ ਹਨ ਜਾਂ ਨਸ਼ੇ ਵੱਲ ਨੂੰ ਜਾ ਰਹੇ ਹਨ, ਉਹਨਾਂ ਨੂੰ ਇਸ ਫੋਰਮ ਨਾਲ ਜੋੜੀਏ। ਮੈਂ ਤਕਰੀਬਨ 25-30 ਨੌਜਵਾਨਾਂ ਦੀ ਇੱਕ ਲਿਸਟ ਬਣਾਈ ਹੈ ਕੁਰੂਕਸ਼ੇਤਰ ਦੀ, ਜਿਨ੍ਹਾਂ ਨੂੰ ਅਸੀਂ ਇਸ ਫੋਰਮ ਨਾਲ ਜੋੜਾਂਗੇ ਤੇ ਅਸੀਂ ਸਾਰੇ ਵੀ ਇਹੀ ਉਪਰਾਲਾ ਕਰੀਏ। ਮੈਂ ਜਿਹੜੇ ਧਾਰਮਿਕ ਸੰਸਥਾਵਾਂ ਹਨ, ਪ੍ਰਧਾਨਗੀ ਨੂੰ ਲੈ ਕੇ ਅਸੀਂ ਜਦੋਂ ਜਹਾਦ ਕਰਦੇ ਹਾਂ, ਸੇਵਾਦਾਰ ਬਣੀਏ, ਸੰਗਤ ਨੂੰ ਜੋੜੀਏ। ਅੱਜ ਕੌਮ ਨੂੰ ਲੋੜ ਹੈ ਸਿੱਖੀ ਦੀ ਤੇ ਨੌਜਵਾਨਾਂ ਦੀ। ਸਾਡਾ ਜਿਹੜਾ ਅੱਜ ਦਾ ਵਰਤਮਾਨ ਚੱਲ ਰਿਹਾ ਹੈ, ਸਾਨੂੰ ਨੌਜਵਾਨਾਂ ਦੀ ਲੋੜ ਹੈ ਕਿ ਸਾਡੇ ਨੌਜਵਾਨ ਇਸ ਪੀੜ੍ਹੀ ਦੇ ਅੱਗੇ ਆਣ ਤੇ ਸਿੱਖੀ ਵੱਲ ਪੂਰਾ ਧਿਆਨ ਦੇ ਕੇ ਇਸ ਕੌਮ ਨੂੰ ਅੱਗੇ ਲੈ ਕੇ ਜਾਣ। ਆਪ ਸਭ ਜੀ ਦੀ ਵੱਲੋਂ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ, ਕਰਨਾਲ ਹਰਿਆਣਾ ਦੀ ਸੰਗਤ ਵੱਲੋਂ ਸਰਦਾਰ ਜਗਜੀਤ ਸਿੰਘ ਜੀ ਦਰਦੀ ਪਦਮ ਸ਼੍ਰੀ, ਉਹ ਸਾਡੇ ਵਿੱਚ ਆਉਣ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਤੇ ਅਸੀਂ ਵੀ ਜਕਾਰੇ ਦੀ ਗੂੰਜ ਨਾਲ ਉਹਨਾਂ ਨੂੰ ਇੱਥੇ ਆਉਣ ਤੇ ਜੀ ਆਇਆਂ ਕਹੀਏ ਜੀ। ਬੋਲੇ ਸੋ ਨਿਹਾਲ। ਇੰਟਰਨੈਸ਼ਨਲ ਸਿੱਖ ਕੌਂਸਲ ਦੇ ਇਸ ਸੈਮੀਨਾਰ ਵਿੱਚ ਸ਼ਾਮਲ ਹੋਈ ਸਾਰੀ ਸੰਗਤ ਨੂੰ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਨੂ ਸਾਹਿਬ ਇਸ ਫੋਰਮ ਦੇ ਕੋ ਚੇਅਰਮੈਨ ਹੀ ਨਹੀਂ, ਸਗੋਂ ਚੇਅਰਮੈਨ ਹੀ ਨੇ ਮੇਰੇ ਨਾਲ। ਇਹਨਾਂ ਨੇ ਜਿੰਨੀਆਂ ਵੀ ਗੱਲਾਂ ਕਨਕਲੂਡ ਕੀਤੀਆਂ ਨੇ, ਉਹ ਸਾਰੀਆਂ ਹੀ ਇਸ ਫੋਰਮ ਦਾ ਆਦਰਸ਼ ਨੇ। ਏਮਜ਼ ਅਤੇ ਸਾਡੇ ਆਬਜੈਕਟਿਵ ਵਿੱਚ ਇਹ ਚੀਜ਼ ਅਸੀਂ ਦਰਜ ਕਰ ਦਿੱਤੀ ਹੈ। ਜਿਹੜੀ ਗੱਤਕਾ ਫੈਡਰੇਸ਼ਨ ਦੀ ਇਹਨਾਂ ਨੇ ਗੱਲ ਕਹੀ ਹੈ, ਅਸੀਂ ਜੇ ਤੁਸੀਂ ਇਸ ਹਫਤੇ ਜਾਂ ਅਗਲੇ ਹਫਤੇ ਸ਼ੁਰੂ ਕਰੋ ਤਾਂ ਚੜ੍ਹਦੀ ਕਲਾ ਟਾਈਮ TV ਆਪਣੀ ਕੌਮ ਦੇ ਬੱਚਿਆਂ ਨੂੰ ਇਹ ਸ਼ਸਤਰ ਵਿਦਿਆ ਸਿਖਾਉਣ ਲਈ ਉਸੇ ਦਿਨ ਹੀ ਪ੍ਰੋਗਰਾਮ ਸ਼ੁਰੂ ਕਰ ਦੇਵੇਗਾ। ਜਿੰਨੇ ਵੀ ਬੁਲਾਰੇ ਬੋਲੇ ਹਨ, ਸਾਰਿਆਂ ਨੇ ਹੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਆਪਣੇ ਸੁਝਾਅ ਦਿੱਤੇ ਹਨ। ਸਾਰਿਆਂ ਦੀ ਗੱਲ ਸੁਣਨ ਤੋਂ ਬਾਅਦ ਮੈਂ ਤੁਹਾਨੂੰ ਇਸ
ਇੰਟਰਨੈਸ਼ਨਲ ਫੋਰਮ ਦੀ ਜੋ ਸਤਿਗੁਰੂ ਨੇ ਕੌਮ ਨੂੰ ਦਾਤ ਦਿੱਤੀ ਹੈ, ਉਸ ਨੂੰ ਇਸ ਤਰ੍ਹਾਂ ਕਨਕਲੂਡ ਕਰਾਂਗਾ ਕਿ ਸਿੱਖ ਧਰਮ ਸ਼ਰਧਾ ਦਾ, ਬਖਸ਼ਿਸ਼ ਦਾ ਧਰਮ ਹੈ। ਸਾਰੀ ਗੁਰਬਾਣੀ ਜਿਤਨੀ ਤੁਸੀਂ ਪੜ੍ਹ ਲਓ, ਜਿਨ ਕੋ ਨਦਰ ਕਰਮ ਤਿਨ ਕਾਰ, ਜਿਨ੍ਹਾਂ ਨੂੰ ਵਾਹਿਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਜਿਸ ਦੇ ਭਾਗਾਂ ਵਿੱਚ ਜਿਸ ਕੇ ਮਸਤਕ ਭਾਗ ਸੋ ਸੇਵਾ ਲਾਇਆ। ਪਹਿਲਾਂ ਤਾਂ ਇਹਨਾਂ ਕਰਮਾਂ ਨੂੰ ਬਣਾਉਣਾ ਕਿਸ ਤਰ੍ਹਾਂ ਹੈ? ਬਣਾਉਣਾ ਤਾਂ ਵਾਹਿਗੁਰੂ ਨੇ ਹੈ। ਉਦਮ ਕਰਿੰਦਿਆਂ ਜਿਉ ਤੂੰ ਕਮਾਉਂਦਿਆਂ ਸੁਖ ਪੁੰਜ। ਇਹ ਉਦਮ ਕਰਨਾ ਇਨਸਾਨ ਦਾ ਕੰਮ ਹੈ। ਉਦਮ ਦੀ ਦਾਤ ਵੀ ਸਾਨੂੰ ਆਪਣੀ ਵਿਰਾਸਤ ਚੋਂ ਮਿਲਦੀ ਹੈ। ਜਿਸ ਤਰ੍ਹਾਂ ਸਾਰਿਆਂ ਨੇ ਹੀ ਆਪਣੇ ਬਜ਼ੁਰਗਾਂ ਦੀ ਗੱਲ ਦੱਸ ਕੇ ਆਪਣੀ ਮਿਸਾਲ ਪੇਸ਼ ਕੀਤੀ ਹੈ, ਇਹ ਸੱਚੀ ਗੱਲ ਹੈ ਕਿ ਵਿਰਾਸਤ ਹੀ ਸਭ ਤੋਂ ਪਹਿਲਾਂ ਇਨਸਾਨ ਦੇ, ਗੁਰੂ ਕੇ ਸਿੱਖ ਦੇ ਭਾਗ ਲਿਖਣ ਵਿੱਚ ਕੰਮ ਆਉਂਦੀ ਹੈ। ਔਰ ਉਸ ਤੋਂ ਬਾਅਦ ਸਾਡੀ ਸ਼ਰਧਾ, ਸਾਡੀ ਸੇਵਾ, ਸਾਡਾ ਸਿਮਰਨ, ਉਹ ਫਿਰ ਕੰਮ ਕਰਦਾ ਹੈ। ਵਿਰਾਸਤ ਦੇ ਪੱਖੋਂ ਮੈਂ ਹਮੇਸ਼ਾ ਦਸਮ ਪਾਤਸ਼ਾਹ ਦਾ ਸ਼ੁਕਰੀਆ, ਧੰਨਵਾਦ ਕਰਕੇ ਇੱਕੋ ਗੱਲ ਸੋਚਦਾ ਹਾਂ ਕਿ ਜਿਹੜੀ ਅਸੀਂ ਅਰਦਾਸ ਕਰਦੇ ਹਾਂ ਕਿ ਤੇਗ ਬਹਾਦਰ ਸਿਮਰਿਐ ਕਰ ਨੋ ਨਿਧਿਆਵੈ ਧਾਏ, ਸਭ ਥਾਈਂ ਹੋਏ ਸਹਾਏ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਣਾ ਜੀ ਸਹਾਏ। ਇਹ ਸੱਚੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਵੀ ਸਿੱਖ ਕੌਮ ਖਤਮ ਹੋਣ ਲੱਗੀ, ਜਦੋਂ ਵੀ ਖਾਲਸਾ ਪੰਥ ਉੱਤੇ ਪੀੜਾ ਪਈ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਬੋੜੀ ਕਰਕੇ ਖਾਲਸਾ ਪੰਥ ਨੂੰ ਬਚਾਇਆ। ਬੜੀ ਵਾਰੀ ਐਲਾਨ ਹੋਏ ਕਿ ਸਿੱਖ ਖਤਮ ਹੋ ਗਏ। ਅਹਿਮਦ ਸ਼ਾਹ ਅਬਦਾਲੀ ਨੇ ਐਲਾਨ ਕਰਤਾ, ਮੰਨੂ ਨੇ 80 ਰੁਪਏ ਕੀਮਤ ਰੱਖ ਕੇ ਸਾਡੇ ਸਿਰ ਵੱਢਣੇ ਸ਼ੁਰੂ ਕਰਤੇ। 40 50 ਹਜ਼ਾਰ ਸਿੱਖ ਵੱਡੇ ਘੱਲੂਘਾਰੇ ਵਿੱਚ ਇੱਕ ਦਿਨ ਵਿੱਚ ਸ਼ਹੀਦ ਹੋਇਆ। ਬੜੇ ਭਿਆਨਕ ਸਮੇਂ ਆਏ, ਜੰਗਲਾਂ ਵਿੱਚ ਰਹਿਣਾ ਪਿਆ। ਇਹ ਸਾਡਾ ਪਿਛੋਕੜ ਜੋ ਹੈ, ਇਹ ਮਾਣਮੱਤਾ ਪਿਛੋਕੜ ਸਾਡੀ ਵਿਰਾਸਤ ਹੈ। ਮੈਂ ਕਿਉਂਕਿ ਵਿਰਾਸਤ ਦੀ ਗੱਲ ਕਰੀਏ ਤਾਂ ਬਹੁਤ ਸਾਰਾ ਦਿਨ ਕਰਦੇ ਰਹੋ, ਖਤਮ ਨਹੀਂ ਹੋਏਗੀ। ਮੈਂ ਤਾਂ ਇੱਕ ਤੁਹਾਨੂੰ ਐਗਜ਼ਾਮਪਲ ਦਿਆਂਗਾ, ਕਿਉਂਕਿ ਚੜ੍ਹਦੀ ਕਲਾ ਟਾਈਮ ਟੀਵੀ ਉੱਤੇ ਸਾਰੀ ਦੁਨੀਆ ਦੇ ਵਿੱਚ ਅੱਜ ਐਤਵਾਰ ਦਾ ਦਿਨ ਸਾਰੇ ਹਿੰਦੁਸਤਾਨ ਵਿੱਚ ਗੁਰੂ ਨਾਨਕ ਸਾਹਿਬ ਦਾ ਨਾਮ ਲੈਣ ਵਾਲੇ ਬੜੇ ਪਿਆਰ ਸ਼ਰਧਾ ਨਾਲ ਇਸ ਸੈਮੀਨਾਰ ਦੀ ਕਾਰਵਾਈ ਨੂੰ ਦੇਖ ਰਹੇ ਹਨ। ਸੈਮੀਨਾਰ ਦੇ ਮੈਨੇਜਿੰਗ ਡਾਇਰੈਕਟਰ ਸਰਦਾਰਨੀ ਜਸਵਿੰਦਰ ਕੌਰ ਦਰਦੀ, ਡਾਇਰੈਕਟਰ ਡਾਕਟਰ ਰਜਿੰਦਰਪਾਲ ਸਿੰਘ ਵਾਲੀਆ, ਸਰਦਾਰ ਅੰਮ੍ਰਿਤਪਾਲ ਸਿੰਘ ਤੇ ਕਰਨਾਲ ਤੋਂ ਕ੍ਰਿਸ਼ਨ ਕੁਮਾਰ ਜੀ ਸੰਧੂ, ਇਹ ਸਾਰੇ ਦਿਨ ਰਾਤ ਮੇਰੇ ਨਾਲ ਗੁਰੂ ਨਾਨਕ ਸਾਹਿਬ ਦੀ ਜਾਂ ਗੁਰੂ ਸਾਹਿਬ ਦੀ ਜੋ ਬਖਸ਼ਿਸ਼ ਹੈ, ਪਹਿਲਾਂ ਤਾਂ ਜੋ ਜ਼ਾਰੀ ਕਲਾ ਵਰਤ ਰਹੀ ਹੈ, ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ, ਜਿਸ ਡਿੱਠੇ ਸਭ ਦੁਖ ਜਾਏ। ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਦਰਬਾਰ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਜੋ ਜ਼ਾਰੀ ਕਲਾ ਵਰਤ ਰਹੀ ਹੈ, ਇਹ ਖੁਸ਼ੀ ਦੀ ਗੱਲ ਹੈ ਕਿ ਸਾਰੇ ਸੰਸਾਰ ਵਿੱਚ ਵਸਣ ਵਾਲੇ ਗੁਰੂ ਕੇ ਸਿੱਖ ਉਸ ਨੂੰ ਦੇਖ ਕੇ ਨਵੀਂ ਪ੍ਰੇਰਨਾ ਅਤੇ ਸ਼ਕਤੀ ਪ੍ਰਾਪਤ ਕਰ ਰਹੇ ਹਨ। ਦੂਸਰੀ, ਜਿੱਥੇ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ, ਤਈ ਪ੍ਰਕਾਸ਼ ਹਮਾਰਾ ਭਿਓ, ਪਟਨਾ ਸ਼ਹਿਰ ਵਿਖੇ ਪਵ ਲਿਓ। ਉਸ ਪਵਿੱਤਰ ਸਤਿਗੁਰੂ ਜੀ ਦੇ ਤਖਤ ਸਾਹਿਬ ਤੋਂ ਹਰ ਰੋਜ਼ ਕਰੋੜਾਂ ਲੋਕ ਸਵੇਰੇ ਵੀ ਤੇ ਸ਼ਾਮ ਨੂੰ ਵੀ ਉੱਥੇ ਵਰਤ ਰਹੀ ਜ਼ਾਰੀ ਕਲਾ ਨੂੰ ਦੇਖ ਰਹੇ ਹਨ। ਫਿਰ ਹੇਮਕੁੰਟ ਪਰਬਤ ਹੈ ਜਹਾਂ, ਸਬਦ ਸ੍ਰਿੰਗ ਸੋਬਤ ਹੈ ਤਹਾਂ, ਤੈਮ ਅਨਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ। ਉਸ ਹੇਮਕੁੰਟ ਸਾਹਿਬ ਤੋਂ ਵੀ ਵਾਹਿਗੁਰੂ ਨੇ ਸਾਡੇ ਉੱਤੇ ਕਿਰਪਾ ਕੀਤੀ, ਸਾਨੂੰ ਸੇਵਾ ਦਿੱਤੀ। ਤਕਰੀਬਨ 10 ਸਾਲ ਪਹਿਲਾਂ ਉੱਥੋਂ ਅਸੀਂ ਸਿੱਧਾ ਪ੍ਰਸਾਰਣ ਸ਼ੁਰੂ ਕੀਤਾ ਸੀ, ਬੰਗਲਾ ਸਾਹਿਬ ਤੋਂ 2007 ਵਿੱਚ। ਇਹ ਜਿਤਨੀ ਵੀ ਬਖਸ਼ਿਸ਼ ਦੀ ਗਾਥਾ ਹੈ, ਇਹ ਸੱਚਮੁੱਚ ਹੀ ਹਰ ਗੁਰੂ ਕੇ ਸਿੱਖ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਗੁਰੂ ਬਖਸ਼ਿਸ਼ਾਂ ਦਾ ਦਾਤਾ ਹੈ। ਸਾਡੀ ਸ਼ਰਧਾ ਉਸ ਬਖਸ਼ਿਸ਼ਾਂ ਦੇ ਖਜ਼ਾਨੇ ਤੱਕ ਸਾਨੂੰ ਲੈ ਜਾਂਦੀ ਹੈ। ਮੇਰਾ ਜਨਮ ਕੁਰੂਕਸ਼ੇਤਰ ਵਿੱਚ ਹੋਇਆ ਸੀ, ਤੇ ਜਦੋਂ ਮੈਂ ਛੋਟਾ ਸੀ, 10 ਕੁ ਸਾਲ ਦੀ ਉਮਰ ਵਿੱਚ, ਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਤੋਂ ਮੈਂ ਕਥਾ ਸੁਣੀ। ਉਹਨਾਂ ਨੇ ਕਿਹਾ ਕਿ ਕੁਰੂਕਸ਼ੇਤਰ ਦੁਨੀਆ ਵਿੱਚ ਐਸੀ ਜਗ੍ਹਾ ਹੈ ਜਿੱਥੇ ਸਾਡੇ ਦਸੇ ਦੇ ਦਸੇ ਗੁਰੂ
ਗਏ ਸਨ ਤੇ ਕੁਰੂਕਸ਼ੇਤਰ ਨੂੰ 10 ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ। ਤੇ ਮੈਂ ਫਿਰ ਬਚਪਨ 'ਚ ਗੁਰਦੁਆਰੇ ਲੱਭਦਾ ਰਹਿੰਦਾ ਸੀ, ਲਿਸਟ ਬਣਾਉਂਦਾ ਰਹਿੰਦਾ ਸੀ ਤੇ ਮੈਨੂੰ 7 ਗੁਰਦੁਆਰੇ ਲੱਭਦੇ ਸੀ। ਬਾਕੀ 3 ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਸਿੱਖ ਇਤਿਹਾਸ ਵਿੱਚ ਅੰਕਿਤ ਹਨ, ਲੇਕਿਨ ਇੱਥੇ ਪ੍ਰਤੱਖ ਰੂਪ ਵਿੱਚ ਸਾਨੂੰ ਲੱਭੀਆਂ ਨਹੀਂ। ਤੋ ਕੁਰੂਕਸ਼ੇਤਰ ਵਿੱਚ ਮੇਰਾ ਜਨਮ ਹੋਇਆ, ਬਖਸ਼ਿਸ਼ ਹੋ ਗਈ। ਬਚਪਨ 'ਚ ਗੁਰੂ ਸਾਹਿਬਾਨ ਦੇ ਪਵਿੱਤਰ ਧਰਮ ਸਥਾਨ ਮੈਂ ਲੱਭਦਾ ਰਿਹਾ। ਉਸ ਤੋਂ ਬਾਅਦ ਮੇਰੇ ਮਾਤਾ ਪਿਤਾ ਨੇ ਮੇਰੇ ਰੋਮ ਰੋਮ ਵਿੱਚ ਗੁਰਬਾਣੀ ਦਾ ਪਿਆਰ ਭਰਿਆ ਤੇ ਵਾਹਿਗੁਰੂ ਦੇ ਨਾਮ ਦੀ ਸਿਮਰਨ ਦੀ ਦਾਤ ਮੈਨੂੰ ਵਿਰਾਸਤ ਵਿੱਚੋਂ ਮਿਲੀ। ਮੇਰੀ ਵੱਡੀ ਭੈਣ ਇੱਕ ਦਿਨ ਮੈਨੂੰ ਕਹਿੰਦੀ ਕਿ ਤੂੰ ਜਦੋਂ ਛੋਟਾ ਹੁੰਦਾ ਸੀ ਤੇ ਦਰਵਾਜ਼ਾ ਬੰਦ ਕਰਕੇ ਕਈ ਦਿਨ ਸਿਮਰਨ ਕਰਦਾ ਸੀ। ਤੇ ਮੈਂ ਕਿਹਾ ਮੈਨੂੰ ਤਾਂ ਨਹੀਂ ਪਤਾ, ਨਾ ਮੈਨੂੰ ਯਾਦ ਹੈ। ਨਹੀਂ, ਉਹ ਕਹਿੰਦੇ ਅਸੀਂ ਦੇਖਿਆ ਹੋਇਆ ਹੈ। ਤਾਂ ਮੈਂ ਹੁਣ ਜਦੋਂ ਦੇਖਦਾ ਹਾਂ ਆਪਣੇ ਪਿਛੋਕੜ ਵੱਲ ਤਾਂ ਮੈਨੂੰ ਸਮਝ ਆਉਂਦੀ ਹੈ ਕਿ ਉਹ ਜੋ ਕਮਾਈ ਸਤਿਗੁਰੂ ਨੇ ਬਚਪਨ 'ਚ ਮੈਨੂੰ ਦਿੱਤੀ ਉਹ ਇਤਨੀ ਬਖਸ਼ਿਸ਼ ਵਾਲੀ ਸੀ ਕਿ ਉਹ ਸਾਰੀ ਦੁਨੀਆ ਦੇ ਵਿੱਚ ਅੱਜ ਗੁਰੂ ਕੇ ਸਿੱਖਾਂ ਨੂੰ ਇਹ ਜੋ ਸਿੱਖੀ ਦੀ ਬਖਸ਼ਿਸ਼ ਦੀ ਗਾਥਾ ਹੈ, ਸ਼ਰਧਾ ਪੈਦਾ ਕਰਨ ਦੀ ਜੋ ਵਿਧੀ ਹੈ, ਉਹ ਦੱਸਣ ਵਿੱਚ ਸਤਿਗੁਰੂ ਨੇ ਸਾਨੂੰ ਸਫਲਤਾ ਦਿੱਤੀ। ਉਸ ਤੋਂ ਬਾਅਦ 1960 ਵਿੱਚ ਤੁਹਾਨੂੰ ਯਾਦ ਹੋਏਗਾ ਕਰਨਾਲ ਵਿੱਚ ਵੀ ਇੱਕ ਬੱਚੇ ਨੂੰ ਖੂਹ 'ਚ ਸੁੱਟ ਕੇ ਸ਼ਹੀਦ ਕੀਤਾ ਸੀ। ਪੰਜਾਬੀ ਸੂਬਾ ਮੋਰਚਾ ਚੱਲ ਰਿਹਾ ਸੀ ਤੇ ਮੇਰੀ ਮਾਤਾ ਨੇ ਤੇ ਮੇਰੇ ਫਾਦਰ ਸਾਹਿਬ ਨੇ ਮੈਨੂੰ ਤਿਆਰ ਕੀਤਾ ਤੇ ਇੱਥੇ ਸ਼ਹੀਦੀ ਗਾਨਾ ਮੇਰੇ ਸਿਰ ਦੇ ਉੱਤੇ ਬੰਨਿਆ ਤੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਤੋਂ ਹਰ ਰੋਜ਼ ਸ਼ਹੀਦੀ ਜਥੇ ਪੰਜਾਬੀ ਸੂਬਾ ਜ਼ਿੰਦਾਬਾਦ ਦਾ ਨਾਰਾ ਲਾ ਕੇ ਗ੍ਰਿਫਤਾਰ ਹੁੰਦੇ ਸਨ। ਤੋਂ 22 ਜੂਨ 1960 ਅੱਜ ਤੋਂ ਤਕਰੀਬਨ 62 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ, ਸਤਿਗੁਰੂ ਨੇ ਮੇਰੇ ਉੱਤੇ ਬਖਸ਼ਿਸ਼ ਕੀਤੀ। ਮੈਨੂੰ ਉਸ ਮੋਰਚੇ ਵਿੱਚ ਸ਼ਹੀਦੀ ਜਥੇ ਵਿੱਚ ਜਾ ਕੇ ਗ੍ਰਿਫਤਾਰ ਹੋਣ ਦਾ ਸੁਭਾਗ ਮਿਲਿਆ। ਉਸ ਤੋਂ ਬਾਅਦ ਸਤਿਗੁਰੂ ਨੇ ਮੇਰੀ ਕਿਸਮਤ ਵਿੱਚ ਹੋਰ ਬੜੀ ਕਿਰਪਾ ਲਿਖੀ ਸੀ ਤੇ 125 ਸਾਲ ਪਹਿਲਾਂ ਸ੍ਰੀਮਾਨ ਸੰਤ ਅਤਰ ਸਿੰਘ ਮਹਾਰਾਜ ਸਾਡੇ ਸ਼ਹਿਰ ਜਿੱਥੇ ਐਟਮ ਬੰਬ ਪਾਕਿਸਤਾਨ ਨੇ ਬਣਾਇਆ, ਉੱਥੇ ਪਹਾੜਾਂ ਦੇ ਵਿੱਚ ਗੁਫਾ ਸੀ ਤੇ ਸਤਿਗੁਰੂ ਜੀ ਦੇ ਦਰਸ਼ਨਾਂ ਤੋਂ ਬਾਅਦ, ਕਿਉਂਕਿ ਮੈਨੂੰ ਪਤਾ ਹੈ ਕਿ 3 ਮਹਾਂਪੁਰਸ਼ਾਂ ਦੇ ਨਾਮ ਜਿਨ੍ਹਾਂ ਨੂੰ ਹਜ਼ੂਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹੋਏ। ਤੁਸੀਂ ਸਾਰੇ ਹਜ਼ੂਰ ਸਾਹਿਬ ਦਰਸ਼ਨ ਕਰਨ ਜਾਂਦੇ ਹੋ ਤਾਂ ਲੰਗਰ ਸਾਹਿਬ ਸੰਤ ਨਿਧਾਨ ਸਿੰਘ ਜੀ ਮਹਾਰਾਜ ਦੀ ਫੋਟੋ ਤਸਵੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਤੁਸੀਂ ਦੇਖਦੇ ਹੋ ਕਿ ਉਹਨਾਂ ਨੂੰ ਲੰਗਰ ਤੇਰਾ ਤੇ ਖੀਸਾ ਮੇਰਾ ਦਾ ਵਰ ਦੇ ਕੇ ਉਹਨਾਂ ਨੂੰ ਲੰਗਰ ਚਲਾਉਣ ਦੀ ਆਗਿਆ ਕਰ ਰਹੇ ਹਨ। ਤਾਂ ਮੈਂ ਬੜਾ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹਾਂ ਕਿ ਸੰਤ ਅਤਰ ਸਿੰਘ ਮਹਾਰਾਜ ਫੌਜ ਵਿੱਚੋਂ ਭਗੌੜੇ ਹੋ ਕੇ ਹਜ਼ੂਰ ਸਾਹਿਬ ਚਲੇ ਗਏ। ਤਕਰੀਬਨ 1.5 ਮੀਲ ਦੂਰ ਪੈਦਲ ਵਾਹਿਗੁਰੂ ਵਾਹਿਗੁਰੂ ਬੋਲਦੇ, ਇੱਕ ਕਦਮ ਨਾਲ ਵਾਹੇ ਬੋਲਦੇ ਸੀ, ਦੂਜੇ ਕਦਮ ਨਾਲ ਗੁਰੂ ਬੋਲਦੇ ਸੀ, ਵਾਹਿਗੁਰੂ ਵਾਹਿਗੁਰੂ ਕਰਦੇ ਹਜ਼ੂਰ ਸਾਹਿਬ ਚਲੇ ਗਏ। ਤਾਂ ਲੰਗਰ ਸਾਹਿਬ ਦੇ ਸਾਹਮਣੇ ਜਿਹੜਾ ਗੁਰਦੁਆਰਾ ਹੈ ਭਜਨਗੜ੍ਹ ਸਾਹਿਬ, ਉੱਥੇ ਉਹਨਾਂ ਦੀ ਲਿਵ ਲੱਗ ਗਈ ਗੋਦਾਵਰੀ ਦੇ ਕੰਢੇ ਉੱਤੇ ਤੇ ਉਹ 2 ਸਾਲ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦੇ ਰਹੇ ਦਰਿਆ ਦੇ ਕਿਨਾਰੇ ਉੱਤੇ ਬੈਠ ਕੇ। ਇੱਕ ਦਿਨ ਉਹ ਦਰਿਆ ਦੇ ਵਿੱਚ ਗਿਰ ਗਏ, ਗੋਦਾਵਰੀ ਦੇ ਵਿੱਚ। ਇਹ ਗੱਲ ਹੈਗੀ 1894 ਦੀ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਆਏ ਤੇ ਉਹਨਾਂ ਨੂੰ ਗੋਦਾਵਰੀ ਚੋਂ ਬਾਹਰ ਕੱਢਿਆ ਤੇ ਉਹਨਾਂ ਨੂੰ ਠੀਕ ਉਸ ਤਰ੍ਹਾਂ ਥਾਪੜਾ ਦਿੱਤਾ ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਪੰਜਾਬ ਭੇਜਿਆ ਸੀ ਤੇ ਉਹਨਾਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈ ਕੇ ਖਾਲਸਾ ਰਾਜ ਕਾਇਮ ਕੀਤਾ ਸੀ। ਤਾਂ ਜੇ ਤੁਸੀਂ ਰਿਕਾਰਡ ਦੇਖੋ ਸਿੱਖ ਕੌਮ ਦਾ 1900 ਦੀ ਮਰਦਮਸ਼ੁਮਾਰੀ ਦੇਖੋ ਤਾਂ ਟੋਟਲ ਸਿੱਖ ਕੌਮ ਦੀ ਗਿਣਤੀ 20 ਲੱਖ ਸਨ 1900 ਦੀ ਸੈਂਸਸ ਦੇ ਵਿੱਚ ਰਿਕਾਰਡਡ ਹੈ। 20 ਲੱਖ ਸਿੱਖ ਸਾਰੀ ਕੌਮ ਜਿਹੜੀ ਹੈ ਉਸ ਦੀ ਗਿਣਤੀ 20 ਲੱਖ ਹੈ। ਤਾਂ ਜੇ ਤੁਸੀਂ ਉਸ ਤੋਂ ਪਿੱਛੇ ਚਲੇ ਜਾਓ ਮਹਾਰਾਜਾ ਰਣਜੀਤ ਸਿੰਘ ਵੇਲੇ 1 ਕਰੋੜ। ਇਸ ਦਾ ਮਤਲਬ ਇਹ ਹੋਇਆ ਕਿ 80 ਲੱਖ ਸਿੱਖ ਸਿੱਖੀ ਛੱਡ ਗਏ, ਪਤਤ ਹੋ ਗਏ, ਈਸਾਈ ਬਣ ਗਏ, ਜਾਂ ਜਿਹੜੇ ਭੇਖੀ ਸਿੱਖ ਸਨ, ਸਿੱਖ ਰਾਜ ਕਰਕੇ ਸਿੱਖ ਬਣੇ ਸੀ, ਉਹ ਭੱਜ ਗਏ। ਕੇਵਲ 20 ਲੱਖ ਸਿੱਖ ਰਹਿ ਗਏ। ਔਰ ਉਸ ਤੋਂ ਬਾਅਦ ਇੱਕ ਐਸਾ ਵੀ ਸਮਾਂ ਆ ਗਿਆ ਜਦੋਂ ਅੰਗਰੇਜ਼ਾਂ ਨੇ ਐਲਾਨ ਕਰਤਾ ਕਿ ਸਿੱਖ ਬਹੁਤ ਜਲਦੀ ਖਤਮ ਹੋ ਜਾਣਗੇ ਤੇ ਦਰਬਾਰ ਸਾਹਿਬ ਦੀ ਨਿਲਾਮੀ ਰੱਖੀ, ਆਕਸ਼ਨ, ਚਰਚ ਬਣਾਉਣ ਵਾਸਤੇ 1882। ਜਦੋਂ ਤੁਸੀਂ ਹਰਮੰਦਰ ਸਾਹਿਬ ਮੱਥਾ ਟੇਕਣ ਜਾਓ 2 ਚੀਜ਼ਾਂ ਤੁਸੀਂ ਨੋਟ ਕਰਨਾ। ਇੱਕ ਤਾਂ ਜਦੋਂ ਤੁਸੀਂ ਪਰਿਕਰਮਾ 'ਚ ਉਤਰੋਗੇ
ਤੇ ਹਰਮੰਦਰ ਸਾਹਿਬ ਵੱਲ ਬਾਬੇ ਬੁੱਢੇ ਦੀ ਬੇਰ ਵੱਲੋਂ ਜਾਓਗੇ ਤਾਂ ਤੁਹਾਡਾ ਸਰੀਰ ਨਿਰਮਲ ਹੁੰਦਾ ਨਜ਼ਰ ਆਏਗਾ, ਤੁਸੀਂ ਇੱਕ ਅਗੰਮੀ ਦੁਨੀਆ ਵਿੱਚ ਜਾਓਗੇ। ਉਸ ਦਾ ਕਾਰਨ ਇਹ ਹੈ ਕਿ ਬਾਬੇ ਬੁੱਢੇ ਦੀ ਬੀੜ ਨੇ 6 ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਅਤੇ ਉਹ ਦਰਖਤ ਅੱਜ ਵੀ ਜਿਉਂਦਾ ਹੈ। ਜੋ ਬਾਬੇ ਬੁੱਢੇ ਦੀ ਬੇਰ ਹੈ ਉਹ ਅੱਜ ਵੀ ਜਿਉਂਦੀ ਸੀ, ਉਦੋਂ ਵੀ ਜਿਉਂਦੀ ਸੀ। 6 ਗੁਰੂ ਸਾਹਿਬਾਨ ਨੇ ਦਰਸ਼ਨ ਕੀਤੇ ਤੇ ਜਿਸ ਨੂੰ ਗੁਰੂ ਸਾਹਿਬ ਦੇ ਦਰਸ਼ਨ ਹੋਏ ਹੋਣ, ਤੁਸੀਂ ਉਹਦੇ ਦਰਸ਼ਨ ਕਰ ਲਓ, ਤੁਹਾਡੀ ਅਵਸਥਾ ਕੀ ਹੋਏਗੀ। ਹੁਣ ਮੇਰੇ ਤੇ ਤਾਂ ਕਿਰਪਾ ਹੋ ਗਈ। ਸੰਤ ਅਤਰ ਸਿੰਘ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਰ ਲੈ ਕੇ, ਥਾਪੜਾ ਲੈ ਕੇ ਉਹ ਆਏ ਸਾਡੇ ਘਰ। ਇਹ ਪੁਸਤਕਾਂ ਮੇਰੇ ਕੋਲ ਹਨ, ਜੇ ਤੁਸੀਂ ਲੈਣੀਆਂ ਹੋਣ। ਬੜੂ ਸਾਹਿਬ ਨੇ ਸੰਤ ਅਤਰ ਸਿੰਘ ਮਹਾਰਾਜ ਦੀ ਬਾਇਓਗ੍ਰਾਫੀ ਛਾਪੀ ਹੈ, ਉਸਦੇ 124-25 ਨੰਬਰ ਪੇਜ ਉੱਤੇ ਇਹ ਡਾਕੂਮੈਂਟਡ ਹੈ। ਪਹਿਲਾਂ ਤਾਂ ਸੰਤ ਜੀ ਮਹਾਰਾਜ ਆਏ ਤੇ ਮੇਰੇ ਗ੍ਰੇਟ ਗ੍ਰੈਂਡਫਾਦਰ ਦੀ ਉਮਰ 127 ਸਾਲ ਉਹਨਾਂ ਨੇ ਲਿਖੀ ਹੈ ਆਪਣੀ ਬਾਇਓਗ੍ਰਾਫੀ 'ਚ। ਬਾਬੂ ਬੁੱਧ ਸਿੰਘ ਜੀ, ਉਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ 2 ਪਰਿਵਾਰਾਂ ਨੂੰ, ਇੱਕ ਗੁਰੂ ਨਾਨਕ ਦੇਵ ਜੀ ਦੀ ਬੇਦੀ ਵੰਸ਼ ਨੂੰ, ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਢੀ ਵੰਸ਼ ਨੂੰ, ਉਹਨਾਂ ਦੇ ਜਿਹੜੇ ਹੈੱਡ ਸਨ ਉਹਨਾਂ ਨੂੰ ਕਿਲੇ ਬਣਾ ਕੇ ਦਿੱਤੇ, ਫੌਜਾਂ ਦਿੱਤੀਆਂ, ਰਾਜੇ ਦਾ ਖਿਤਾਬ ਦਿੱਤਾ ਔਰ ਬੜੀਆਂ ਸੈਂਕੜੇ ਏਕੜ ਦੀਆਂ ਜ਼ਮੀਨਾਂ ਤੇ ਬੜਾ ਵੱਡਾ ਸਟੇਟਸ ਦਿੱਤਾ। ਤੇ ਜਿਹੜੀ ਦਸਮ ਪਾਤਸ਼ਾਹ ਦੀ ਵੰਸ਼ ਸੀ ਉਸ ਦੇ ਮੁਖੀ ਸਨ ਸੋਢੀ ਕਾਹਨ ਸਿੰਘ ਜੀ ਤੇ ਉਸ ਦੇ ਚੀਫ ਐਡਮਿਨਿਸਟ੍ਰੇਟਰ ਸਨ ਬਾਪੂ ਬੁੱਧ ਸਿੰਘ। ਇਹ ਮੇਰੀ ਬੜੀ ਰਿਸਰਚ ਹੈ ਬਚਪਨ ਤੋਂ, ਕਿਉਂਕਿ ਜਦੋਂ ਅਸੀਂ ਰਿਫਿਊਜੀ ਆਏ ਸੀ ਬਣ ਕੇ 47 ਵਿੱਚ, ਸਾਡੇ ਕੋਲ 2 ਕੱਪੜੇ ਸਨ ਤੇ ਇੱਕ ਫੋਟੋ ਸੀ ਸੰਤ ਅਤਰ ਸਿੰਘ ਜੀ ਮਹਾਰਾਜ ਦੀ, ਜੋ ਮੈਂ ਬਚਪਨ ਤੋਂ ਆਪਣੇ ਘਰ ਵਿੱਚ ਦੇਖਦਾ ਸੀ। ਤਾਂ ਮੈਂ ਫਿਰ ਇਤਿਹਾਸ ਦਾ ਵਿਦਿਆਰਥੀ ਬਣ ਗਿਆ, ਭਾਵੇਂ ਮੈਂ ਇੰਜੀਨੀਅਰ ਬਣਿਆ ਪੜ੍ਹਾਈ ਦੇ ਪੱਖੋਂ, ਲੇਕਿਨ ਮੈਂ ਇਤਿਹਾਸ ਦਾ ਵਿਦਿਆਰਥੀ ਬਣ ਗਿਆ ਤੇ ਖੋਜ ਕਰਨ ਲੱਗ ਗਿਆ। ਤੇ ਮੈਂ ਤੁਹਾਨੂੰ ਬਹੁਤ ਥੋੜ੍ਹੇ ਸ਼ਬਦਾਂ ਵਿੱਚ ਮੈਂ ਬਖਸ਼ਿਸ਼ ਦੀ ਤੁਹਾਨੂੰ ਗੱਲ ਸੁਣਾਵਾਂਗਾ, ਜਿਸ ਨਾਲ ਤੁਹਾਨੂੰ ਇੰਟਰਨੈਸ਼ਨਲ ਸਿੱਖ ਫੋਰਮ ਦਾ ਮਕਸਦ ਪਤਾ ਲੱਗੇਗਾ ਕਿ ਇਹ ਕਿਸ ਤਰ੍ਹਾਂ ਬਣਿਆ, ਕਿਉਂ ਬਣਿਆ ਤੇ ਕੀ ਕੰਮ ਕਰੇਗਾ। ਦਸਮ ਪਾਤਸ਼ਾਹ ਨੇ ਸੰਤ ਅਤਰ ਸਿੰਘ ਮਹਾਰਾਜ ਨੂੰ ਸਾਡੇ ਘਰ ਭੇਜ ਦਿੱਤਾ। ਭੇਜਿਆ ਸੋਢੀ ਵੰਸ਼ ਦੇ ਸਭ ਤੋਂ ਵੱਡੇ ਅਫਸਰ ਕੋਲ, ਬਾਪੂ ਬੁੱਧ ਸਿੰਘ ਜੀ ਕੋਲ, ਜਿਨ੍ਹਾਂ ਦੀ ਉਮਰ 127 ਸਾਲ ਸੀ। ਪਹਿਲਾਂ ਤਾਂ ਸੰਤ ਜੀ ਮਹਾਰਾਜ ਨੇ ਸਾਡੇ ਘਰ ਦੇ ਬਾਹਰ ਪਹਾੜ ਦੇ ਵਿੱਚ ਇੱਕ ਗੁਫਾ ਸੀ, ਉੱਥੇ ਇੱਕ ਚੌਂਕੜੇ ਵਿੱਚ 1 ਸਾਲ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ। ਤਾਂ ਫਿਰ ਮੈਨੂੰ ਸਮਝ ਆ ਗਈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਨੂੰ ਖਾਲੀ ਨਹੀਂ ਭੇਜਿਆ, ਉਹਨਾਂ ਨੂੰ 2 ਚੀਜ਼ਾਂ ਦਿੱਤੀਆਂ, ਇੱਕ ਦਿੱਤੀ ਜੁਗਤ, ਇੱਕ ਦਿੱਤੀ ਸ਼ਕਤੀ। ਸ਼ਕਤੀ ਦਿੱਤੀ ਕਿ ਤੁਸੀਂ ਜਾਓ 1 ਸਾਲ ਵਾਹਿਗੁਰੂ ਵਾਹਿਗੁਰੂ ਕਰਦੇ ਰਹੋ ਤੇ ਜਦੋਂ ਗੁਫਾ 'ਚੋਂ ਵਾਹਿਗੁਰੂ ਦੇ ਨਾਮ ਦੀ ਆਵਾਜ਼ ਗੂੰਜੇਗੀ, ਲੋਕ ਸੁਣਨਗੇ ਤੇ ਉਹ ਤੁਹਾਡੇ ਵਿੱਚ ਵਿਸ਼ਵਾਸ ਕਰਕੇ ਤੁਹਾਡੇ ਵਿੱਚ ਸ਼ਰਧਾ ਰੱਖਣਗੇ, ਕਿਉਂਕਿ ਤੁਸੀਂ ਖਾਲਸਾ ਪੰਥ ਦੀ ਪੁਨਰ ਜਾਗਰਤੀ ਤੇ ਟ੍ਰਾਂਸਫਰਮੇਸ਼ਨ ਕਰਨੀ ਹੈ। ਖਾਲਸਾ ਪੰਥ ਨੂੰ ਦੁਬਾਰਾ ਸੰਸਾਰ ਵਿੱਚ ਪ੍ਰਗਟ ਕਰਨ ਦੀ ਸ਼ਕਤੀ ਦੇ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਬਲੈਸ ਕਰਕੇ ਭੇਜਿਆ। ਤੇ ਫਿਰ ਉਹਨਾਂ ਨੇ 6 ਮਹੀਨੇ ਦਾ ਚੋਕੜਾ ਲਾਇਆ, ਫਿਰ 3-3 ਮਹੀਨੇ ਦੇ ਚੋਕੜੇ ਲਾਏ। ਤਾਂ ਜਦੋਂ ਸਿਮਰਨ ਕਰਦੇ ਸਨ ਗੁਫਾ 'ਚੋਂ ਵਾਹਿਗੁਰੂ ਦੇ ਨਾਮ ਦੀ ਆਵਾਜ਼ ਆਉਂਦੀ ਸੀ ਤਾਂ ਰਾਹਗੀਰ ਸੁਣਦੇ ਸਨ। ਵਾਹਿਗੁਰੂ ਦੇ ਨਾਮ ਦੀ ਆਵਾਜ਼ ਪਹਾੜ ਵਿੱਚ ਗੂੰਜਦੀ ਸੀ, ਬੜੀ ਮਿੱਠੀ ਅਤੇ ਪਿਆਰੀ ਆਵਾਜ਼ ਵਾਹਿਗੁਰੂ ਦੇ ਨਾਮ ਦੀ। ਲੋਕੀ ਸੁਣਨ ਲੱਗੇ। 1 ਦਿਨ, 2 ਦਿਨ, ਹਫ਼ਤਾ, 2 ਹਫ਼ਤੇ, ਮਹੀਨਾ, ਸਾਲ, 2 ਸਾਲ, 3 ਸਾਲ ਉਹ ਵਾਹਿਗੁਰੂ ਦੇ ਨਾਮ ਦੀ ਆਵਾਜ਼, ਹਜ਼ਾਰਾਂ ਹਿੰਦੂ, ਗੈਰ ਸਿੱਖ ਉਹ ਸੁਣਨ ਤੇ ਜਾਣ, ਗੁਫਾ ਦੇ ਬਾਹਰ ਬੈਠਣ, ਨਮਸਕਾਰ ਕਰਨ ਤੇ ਸਿਮਰਨ ਵਿੱਚ ਲੀਨ ਹੋ ਜਾਣ। ਜਿਹੜੇ ਸਿਮਰਨ ਸੁਣਨ ਜਾਣ ਉਹ ਸਿਮਰਨ ਰੂਪ ਹੋ ਜਾਣ। ਤੇ ਉਹ ਹੋਇਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਗੈਰ ਸਿੱਖ ਵੀ ਉਹ ਸਿਮਰਨ ਨਾਲ ਜੁੜ ਗਏ ਤੇ ਸੰਤ ਜੀ ਮਹਾਰਾਜ ਦੇ ਸ਼ਰਧਾਲੂ ਬਣ ਗਏ। ਤੇ ਉਹਨਾਂ ਨੂੰ ਸਮਝ ਆ ਗਈ ਕਿ ਇਹ ਤਾਂ ਗੁਰੂ ਦਾ ਹੀ ਰੂਪ ਹੈ, ਇਹ ਤਾਂ ਗੁਰੂ ਨਾਨਕ ਸਾਹਿਬ ਦਾ ਰੂਪ ਹੈ। ਤੇ ਗੁਰੂ ਨਾਨਕ ਸਾਹਿਬ ਨੇ ਆਪ ਹੀ ਕਿਰਪਾ ਕਰਤੀ, ਸਾਨੂੰ ਗੁਰੂ ਨਾਨਕ ਨਾਲ ਜੋੜਦਾ, ਸਾਨੂੰ ਦਰਸ਼ਨ ਕਰਵਾ ਦਿੱਤੇ। ਜਦੋਂ ਉਹਨਾਂ ਦਾ ਸਿਮਰਨ ਦਾ ਸਮਾਂ ਪੂਰਾ ਹੋਇਆ ਤਾਂ ਫਿਰ ਦਸਮ ਪਾਤਸ਼ਾਹ ਦੀ ਜੋ ਜੁਗਤ ਸੀ ਕਿ ਖਾਲਸਾ ਪੰਥ ਨੂੰ ਕਿਸ ਤਰ੍ਹਾਂ ਟਰਾਂਸਫਾਰਮ ਕਰੋਗੇ, ਕਿਸ ਤਰ੍ਹਾਂ ਪੁਨਰ ਜਾਗਰਤ ਕਰੋਗੇ, ਕਿਸ ਤਰ੍ਹਾਂ ਸਾਡੀ ਕੌਮ ਦੀ ਗਿਣਤੀ ਵਧੇਗੀ, ਉਸ ਦੀ ਇੰਪਲੀਮੈਂਟੇਸ਼ਨ ਲਈ ਉਹਨਾਂ ਨੇ ਪਹਿਲੀ ਮੀਟਿੰਗ ਕੀਤੀ ਬਾਪੂ ਬੁੱਧ ਸਿੰਘ ਜੀ ਨਾਲ। ਕਿਉਂਕਿ ਬਾਪੂ ਬੁੱਧ ਸਿੰਘ ਜੀ ਵੀ ਬਹੁਤ ਪਹੁੰਚੀ ਹੋਈ ਹਸਤੀ ਸਨ। ਤਾਂ ਦੋਨਾਂ ਨੇ ਸਲਾਹ ਕਰਕੇ ਇਹ ਕਿਹਾ ਕਿ ਜੇ ਗੈਰ ਸਿੱਖ ਬਣਨਗੇ ਤਾਂ ਸਿੱਖਾਂ ਦੀ ਗਿਣਤੀ ਵਧੇ। ਸਿੱਖ ਤੇ 20 ਲੱਖ ਹੀ ਨੇ। ਤਾਂ ਇਹ ਹੋਈ ਮੀਟਿੰਗ 1896 ਵਿੱਚ।
ਸਾਡੇ ਘਰ। ਤਾਂ ਫਿਰ ਇਹਨਾਂ ਦੋਨਾਂ ਨੇ ਫੈਸਲਾ ਕੀਤਾ ਕਿ ਦੀਵਾਨ ਲਗਾਈਏ ਤੇ ਜਿਹੜੇ ਜਿਹੜੇ ਲੋਕ ਸਿਮਰਨ ਸੁਣਨ ਆਉਂਦੇ ਸੀ ਉਹਨਾਂ ਸਾਰਿਆਂ ਨੂੰ ਬੁਲਾਈਏ। ਤਾਂ ਦੀਵਾਨ ਲੱਗੇ ਸਾਡੇ ਘਰ ਦੇ ਬਾਹਰ। ਘਰ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਵੱਡੀਆਂ ਹਵੇਲੀਆਂ ਦਿੱਤੀਆਂ ਸੀ, ਹਜ਼ਾਰਾਂ ਬੰਦੇ ਅੰਦਰ ਬੈਠ ਸਕਦੇ ਸੀ। ਦੀਵਾਨ ਲੱਗੇ ਤੇ ਸੰਤ ਜੀ ਨੇ ਥੋੜੇ ਦਿਨਾਂ ਬਾਅਦ ਕਿਹਾ ਭਾਈ ਸੰਗਤ ਨੂੰ ਸਾਰਿਆਂ ਨੂੰ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਗਿਆ ਹੈ, ਹੁਕਮ ਹੈ ਕਿ ਸਾਰੇ ਅੰਮ੍ਰਿਤ ਛਕੋ। ਦੁਨੀਆ ਵਿੱਚ ਇੱਕ ਐਸਾ ਸ਼ਹਿਰ ਹੈ ਜਿੱਥੇ ਪਾਕਿਸਤਾਨ ਨੇ ਐਟਮ ਬੰਬ ਬਣਾਇਆ ਹੈ, ਕਹੂਟਾ ਉਸ ਦਾ ਨਾਮ ਹੈ। ਉਸ ਤਹਿਸੀਲ ਦੇ ਵਿੱਚ ਨਾਟ ਓਨਲੀ ਕਹੂਟਾ ਸਿਟੀ, ਲੇਕਿਨ ਉਸ ਤਹਿਸੀਲ ਦੇ ਵਿੱਚ ਇੱਕ ਵੀ ਸਿੱਖ ਐਸਾ ਨਹੀਂ ਜਿਸ ਨੇ ਅੰਮ੍ਰਿਤ ਨਹੀਂ ਛਕਿਆ। 100% ਸਿੱਖਾਂ ਨੇ ਅੰਮ੍ਰਿਤ ਛਕਿਆ। ਪਹਿਲਾ ਅੰਮ੍ਰਿਤਪਾਨ ਸਾਡੇ ਘਰ ਹੋਇਆ ਔਰ ਹਜ਼ਾਰਾਂ ਦੀ ਗਿਣਤੀ ਵਿੱਚ ਇੱਕ ਮਹੀਨਾ ਲਗਾਤਾਰ 4-4 ਵਾਰੀ ਰੋਜ਼ ਅੰਮ੍ਰਿਤ ਸੰਚਾਰ ਹੁੰਦਾ ਸੀ। ਇੱਕ ਮਹੀਨਾ ਲਗਾਤਾਰ ਅੰਮ੍ਰਿਤ ਛਕਾਉਂਦੇ ਰਹੇ, ਸੰਗਤਾਂ ਨਹੀਂ ਮੁੱਕੀਆਂ ਅੰਮ੍ਰਿਤ ਛਕਣ ਵਾਲੀਆਂ। ਔਰ 15 ਲੱਖ ਦੇ ਕਰੀਬ ਪ੍ਰਾਣੀਆਂ ਨੂੰ ਸੰਤ ਅਤਰ ਸਿੰਘ ਮਹਾਰਾਜ ਨੇ ਇਕੱਲਿਆਂ ਆਪ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਉਸ ਮਰਿਆਦਾ ਨਾਲ ਛਕਾਇਆ ਜੋ ਦਸਮ ਬਾਦਸ਼ਾਹ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ 5 ਪਿਆਰਿਆਂ ਦੀ ਸਾਜਨਾ ਕਰਨ ਸਮੇਂ ਅੰਮ੍ਰਿਤ ਦੀ ਮਰਿਆਦਾ ਬੱਝੀ ਸੀ। ਕੋਈ ਆਪਣੀ ਮਰਿਆਦਾ ਨਹੀਂ ਬਣਾਈ, ਦਸਮ ਬਾਦਸ਼ਾਹ ਦੀ ਉਹ ਮਰਿਆਦਾ ਜੋ ਉਹਨਾਂ ਨੇ ਆਪ ਸਮਝਾ ਕੇ ਭੇਜੀ ਸੀ। 15 ਲੱਖ ਨੂੰ ਅੰਮ੍ਰਿਤ ਛਕਾਉਣਾ, ਇਸ ਧਰਤੀ ਉੱਤੇ ਇੱਕ ਚਮਤਕਾਰ ਹੋਇਆ। ਸਭ ਤੋਂ ਪਹਿਲਾ ਬੰਦਾ 15 ਲੱਖ ਵਿੱਚ ਛਕਣ ਵਾਲਾ ਮੇਰੇ ਗ੍ਰੇਟ ਗ੍ਰੈਂਡਫਾਦਰ ਬਾਪੂ ਬੁੱਧ ਸਿੰਘ। ਦੂਸਰੇ ਮੇਰੇ ਦਾਦਾ ਜੀ ਭਾਈ ਸਾਧੂ ਸਿੰਘ ਜੀ ਸੰਤ ਜੀ ਦੀ ਉਮਰ ਵਿੱਚ ਹਾਣੀ ਸਨ। 1866 ਦਾ ਉਹਨਾਂ ਦਾ ਜਨਮ, ਉਹਨਾਂ ਦਾ ਵੀ ਜਨਮ ਤੋਂ ਹਾਣੀ ਸਨ ਤੇ ਪਿਆਰ ਇੰਨਾ ਸੀ ਜੋ ਸਾਰਾ ਉਹਨਾਂ ਨੇ ਆਪਣੀ ਬਾਇਓਗ੍ਰਾਫੀ 'ਚ ਲਿਖ ਦਿੱਤਾ। ਹੁਣ ਤੁਸੀਂ ਗੱਲ ਸੁਣੋ ਕਿ ਮੇਰੇ ਦਾਦਾ ਜੀ ਸੰਤ ਅਤਰ ਸਿੰਘ ਮਹਾਰਾਜ ਦੇ ਪਿਆਰ ਦੇ ਪਾਤਰ ਬਣੇ ਤੇ ਸਾਰੀ ਉਮਰ ਜਿੰਨੀ ਦੇਰੀ ਉਹ ਜੀਵਤ ਰਹੇ, ਭਾਵੇਂ ਉਹ ਜਾਰਜ ਪੰਜਮ ਦਾ ਦਰਬਾਰ ਸੀ ਜਿਸ ਦੇ ਰਾਜ ਵਿੱਚ ਸੂਰਜ ਨਹੀਂ ਛੁਪਦਾ ਸੀ, ਉਸ ਰਾਜੇ ਨੂੰ ਚੈਲੰਜ ਕੀਤਾ ਸੰਤ ਅਤਰ ਸਿੰਘ ਮਹਾਰਾਜ ਨੇ। ਕੋਈ ਹਰ ਸਮਾਨ ਨਹੀਂ ਰਹਿ ਜਾ। 650 ਰਾਜੇ ਹਿੰਦੁਸਤਾਨ ਦੇ ਲੰਮੇ ਬਹਿ ਕੇ ਡੰਡੋਤ ਕਰਕੇ ਉਸ ਨੂੰ ਮੱਥਾ ਟੇਕ ਰਹੇ ਸੀ। 650 ਰਾਜਿਆਂ ਦੀਆਂ ਫੌਜਾਂ ਬੈਂਡ ਉਸ ਨੂੰ ਸਲੂਟ ਕਰਕੇ ਸਲਾਮੀ ਦੇ ਰਹੇ ਸੀ ਤੇ ਉਸ ਦੇ ਸਾਹਮਣੇ ਜਦੋਂ ਸੰਤ ਅਤਰ ਸਿੰਘ ਮਹਾਰਾਜ ਦਾ ਹਾਥੀ ਰੁਕਿਆ, ਜਾਰਜ ਪੰਜਮ ਨੂੰ ਨਾਲ ਸੰਗਤ ਹਜ਼ਾਰਾਂ ਦੀ ਗਿਣਤੀ ਵਿੱਚ ਸੰਤ ਜੀ ਮਹਾਰਾਜ ਦੇ ਨਾਲ ਤੇ ਸ਼ਬਦ ਪੜ ਰਹੇ ਸੀ, ਕੋਈ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਦਿਵਸ ਚਾਰ ਕੇ ਝੂਠੇ ਕਰਤ ਕੁਕਾਜਾ। ਤੇ ਜਾਰਜ ਪੰਜਮ ਦੁਨੀਆ ਦਾ ਸਭ ਤੋਂ ਵੱਡਾ ਬਾਦਸ਼ਾਹ ਆਪਣੇ ਤਖਤ ਤੋਂ ਖੜਾ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸੰਤ ਅਤਰ ਸਿੰਘ ਜੀ ਮਹਾਰਾਜ, ਗੁਰੂ ਗ੍ਰੰਥ ਸਾਹਿਬ ਤੇ ਸੰਤ ਅਤਰ ਸਿੰਘ ਮਹਾਰਾਜ ਨੂੰ ਆਪਣਾ ਹੈਟ ਉਤਾਰ ਕੇ ਸਲੂਟ ਕੀਤਾ ਔਰ ਇਹ ਕਿਹਾ ਕਿ ਮੇਰੇ ਸਾਹਮਣੇ ਕ੍ਰਾਈਸਟ, ਓ ਲਾਰਡ ਕ੍ਰਾਈਸਟ, ਯੂ ਆਰ ਬਿਫੋਰ ਮੀ। ਸੰਤ ਅਤਰ ਸਿੰਘ ਮਹਾਰਾਜ ਵਿੱਚੋਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਉਸ ਕ੍ਰਾਈਸਟ ਦੇ ਦਰਸ਼ਨ ਹੋ ਗਏ ਤੇ ਦੁਨੀਆ ਦਾ ਸਭ ਤੋਂ ਵੱਡਾ ਰਾਜਾ ਆਪਣਾ ਹੈਟ ਉਤਾਰ ਕੇ ਸਲੂਟ ਕਰਕੇ ਸਿਰ ਝੁਕਾ ਕੇ ਪ੍ਰਣਾਮ ਕਰ ਰਿਹਾ। ਫਿਰ ਆਪਣੇ ਦਰਬਾਰ ਵਿੱਚ ਨਾਲ ਬਿਠਾ ਕੇ ਸੰਤ ਜੀ ਮਹਾਰਾਜ ਨੂੰ ਦੂਜੀ ਵਾਰੀ ਸਲੂਟ ਕਰ ਰਿਹਾ ਹੈ। ਇਹ ਐਸੀ ਕਮਾਲ ਦੀ ਸਿੱਖੀ ਦੀ ਦਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿ ਜਦੋਂ ਸਾਰੇ ਸਿੱਖਾਂ ਨੇ ਅੰਮ੍ਰਿਤ ਛਕ ਲਿਆ, 100% ਸਿੱਖਾਂ ਨੇ ਰਿਕਾਰਡਡ ਹੈ ਕਿ ਇੱਕ ਵੀ ਬੰਦਾ ਸਾਡੀ ਤਹਿਸੀਲ ਵਿੱਚ ਐਸਾ ਨਹੀਂ ਜਿਹਨੇ ਅੰਮ੍ਰਿਤ ਨਹੀਂ ਛਕਿਆ। ਹੁਣ ਗੱਲ ਤਾਂ ਸੀ ਇੰਪਲੀਮੈਂਟੇਸ਼ਨ ਦੀ, ਜਿਹੜੀ ਮੈਥੋਡੋਲੋਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਸਮਝਾ ਕੇ ਭੇਜੀ ਸੀ ਕਿ ਗੈਰ ਸਿੱਖ ਬਣਨਗੇ ਤਾਂ ਗਿਣਤੀ ਵਧੇਗੀ। ਤੇ ਗੈਰ ਸਿੱਖਾਂ ਨੂੰ ਉਹਨਾਂ ਨੇ ਕਿਹਾ ਕਿਸੇ ਨੇ ਅੰਮ੍ਰਿਤ ਛਕਿਆ, ਉਹ ਰੋਜ਼ ਕਹਿੰਦੇ ਰਹੇ ਕੋਈ ਅੰਮ੍ਰਿਤ ਨਹੀਂ ਛਕੇ। ਇੱਕ ਦਿਨ ਸਾਰੇ ਜਿਹੜੇ ਬਜ਼ੁਰਗ ਹਿੰਦੂ ਸੀ, ਕਿਉਂਕਿ ਮੁਸਲਮਾਨ ਤਾਂ ਕੋਈ ਟਾਵਾਂ ਹੀ ਸਿੱਖ ਬਣਿਆ ਹੋਣਾ, ਉਹ ਸਾਰੇ ਇਕੱਠੇ ਹੋ ਕੇ ਸੋਚਣ ਲੱਗੇ ਕਿ ਇਹ ਤਾਂ ਰੱਬ ਦਾ ਰੂਪ ਸਾਨੂੰ ਰੋਜ਼ ਕਹਿ ਰਿਹਾ ਕਿ ਅੰਮ੍ਰਿਤ ਛਕੋ, ਅਸੀਂ ਛਕਦੇ ਨਹੀਂ, ਤਾਂ ਕੀ ਕਰੀਏ। ਜਿਹੜੇ ਬਜ਼ੁਰਗ ਸਿਆਣੇ ਹਿੰਦੂ ਸੀ ਉਹ ਕਹਿਣ ਲੱਗੇ ਕਿ ਚਲੋ ਸਭ ਤੋਂ ਵੱਡੀ ਉਮਰ ਵਾਲੇ ਬੁੱਢੇ ਕੋਲ ਚਲੋ, ਉਹਨੂੰ ਪੁੱਛੋ ਬਈ ਇਹ ਕੀ ਚੱਕਰ ਹੈ ਕਿ ਸੰਤ ਜੀ ਰੋਜ਼ ਸਾਨੂੰ ਕਹਿੰਦੇ ਅੰਮ੍ਰਿਤ ਛਕੋ, ਅਸੀਂ ਦਾੜੀ ਰੱਖੀਏ, ਕਿਰਪਾਨ ਪਾਈਏ ਤੇ ਮਰਿਆਦਾ ਕਿਵੇਂ ਰੱਖੀਏ। ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਹਿੰਦੂ ਬਾਪੂ ਬੁੱਧ ਸਿੰਘ ਜੀ ਕੋਲ ਸਾਡੇ ਘਰ ਆਏ। ਇਹ ਸਾਰੀ ਲਿਖੀ ਹੋਈ ਹੈ, ਡਾਕੂਮੈਂਟਡ ਹੈ ਬਾਇਓਗ੍ਰਾਫੀ, ਜਿਹੜੀ ਲੱਖਾਂ ਦੀ ਗਿਣਤੀ ਵਿੱਚ ਛਪੀ ਹੈ। ਪੰਜਾਬ ਸਰਕਾਰ ਵੀ ਛਾਪਦੀ ਹੈ, ਬੜੂ ਸਾਹਿਬ ਵਾਲੇ ਵੀ ਛਾਪ ਰਹੇ ਨੇ ਲੱਖਾਂ ਦੀ ਗਿਣਤੀ ਵਿੱਚ। ਤਾਂ ਬਾਪੂ ਬੁੱਧ ਸਿੰਘ ਜੀ ਕੋਲ ਆਏ ਤੇ ਕਹਿੰਦੇ ਜੀ ਇਹ
ਸਾਨੂੰ ਰੋਜ਼ ਸੰਤ ਜੀ ਕਹਿੰਦੇ ਨੇ ਅੰਮ੍ਰਿਤ ਛਕੋ, ਤੇ ਦੱਸੋ ਇਹ ਠੀਕ ਹੈ ਗੱਲ? ਤੇ ਬਾਪੂ ਜੀ ਵੀ ਬੜੇ ਪਹੁੰਚੇ ਹੋਏ ਸੀ 127 ਸਾਲ ਦੀ ਅਵਸਥਾ 'ਚ। ਉਹਨਾਂ ਨੇ ਕਿਹਾ ਅੰਤਰ ਧਿਆਨ ਹੋਏ ਤੇ ਉਹਨਾਂ ਨੇ ਬਚਨ ਕੀਤਾ ਬਈ ਤੁਸੀਂ ਕੱਲ ਆਓ। ਅਗਲੇ ਦਿਨ ਸਾਰਾ ਸ਼ਹਿਰ, ਸਾਰੇ ਹਿੰਦੂ ਇਲਾਕੇ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਸਾਡੇ ਘਰ ਆਏ ਤੇ ਬਾਪੂ ਜੀ ਨੇ ਗੀਤਾ ਦਾ ਪ੍ਰਕਾਸ਼ ਕਰ ਲਿਆ ਤੇ ਗੀਤਾ ਸੁਣਾਈ ਉਹਨਾਂ ਨੂੰ। ਤੁਸੀਂ ਯਕੀਨ ਕਰੋਗੇ, ਗੀਤਾ ਸੁਣੀ ਹਿੰਦੂਆਂ ਨੇ ਤੇ ਸਾਰਿਆਂ ਨੇ ਅੰਮ੍ਰਿਤ ਛਕ ਲਿਆ। ਇਹ ਇੱਕ ਐਸੀ ਕਰਾਮਾਤ ਇਸ ਧਰਤੀ ਉੱਤੇ ਹੋਈ, ਦਸਮ ਪਾਤਸ਼ਾਹ ਦੀ ਬਖਸ਼ਿਸ਼ ਵਿੱਚੋਂ ਪੈਦਾ ਹੋਈ ਕਿ ਹਿੰਦੂ ਸਿੱਖ ਬਣਨੇ ਸ਼ੁਰੂ ਹੋ ਗਏ। ਇੱਕ ਦਿਨ ਐਸਾ ਆਇਆ, ਇਹ 24 ਦਸੰਬਰ 1914, ਹਿੰਦੁਸਤਾਨ ਦੇ ਹਿੰਦੂ ਰਾਜੇ ਇਕੱਠੇ ਹੋਏ ਕਾਂਸ਼ੀ ਵਿੱਚ ਤੇ ਫੈਸਲਾ ਕੀਤਾ ਕਿ ਹਿੰਦੂ ਯੂਨੀਵਰਸਿਟੀ ਬਣਾਓ ਬਨਾਰਸ ਵਿੱਚ। ਤੇ ਦੂਜਾ ਫੈਸਲਾ ਕੀ ਹੋਇਆ ਕਿ ਇਸ ਯੂਨੀਵਰਸਿਟੀ ਦੀ ਬੁਨਿਆਦ ਸ੍ਰੀਮਾਨ ਸੰਤ ਅਤਰ ਸਿੰਘ ਜੀ ਮਹਾਰਾਜ ਤੋਂ ਰਖਾਓ। ਤੇ 11 ਰਾਜੇ ਸੀ ਹਿੰਦੂ ਕਾਂਸ਼ੀ ਦੇ, 5 ਮੈਸਟਰ, 55 ਬੰਦੇ, ਤੇ ਹਿੰਦੂ ਮਹਾਸਭਾ ਜੋ ਹਿੰਦੁਸਤਾਨ ਦੀ ਬਨਾਰਸ ਹਿੰਦੂ ਯੂਨੀਵਰਸਿਟੀ ਬਣਾ ਰਹੀ ਸੀ ਉਸ ਦੇ ਪ੍ਰਧਾਨ ਪੰਡਿਤ ਮਦਨ ਮੋਹਨ ਮਾਲਵੀਆ। 56 ਬੰਦੇ ਬਨਾਰਸ ਤੋਂ ਚੱਲ ਕੇ ਆਏ ਸੰਤ ਅਤਰ ਸਿੰਘ ਮਹਾਰਾਜ ਕੋਲ ਮਸਤਵਾਣਾ ਸਾਹਿਬ, ਤੇ ਹੱਥ ਸੰਗਰੂਰ ਸਟੇਸ਼ਨ ਤੇ ਉਤਰੇ ਤੇ ਜੁੱਤੀਆਂ ਉਤਾਰਤੀਆਂ ਨੰਗੇ ਪੈਰ, 8 ਮੀਲ ਉੱਥੋਂ ਪੈਦਲ, ਗਰਮੀ ਦੇ ਦਿਨ ਪੈਦਲ ਸੰਤ ਜੀ ਕੋਲ ਆਏ ਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਹਿੰਦੁਸਤਾਨ ਵਿੱਚ ਹਿੰਦੂ ਯੂਨੀਵਰਸਿਟੀ ਬਣਨ ਲੱਗੀ ਹੈ, ਤੁਸੀਂ ਆਓ ਬੁਨਿਆਦ ਰੱਖੋ। ਸੰਤ ਜੀ ਨੇ ਪ੍ਰਵਾਨ ਕਰ ਲਈ। 7 ਸਿੱਖ ਰਾਜਿਆਂ ਨੂੰ ਕਿਹਾ ਭਾਈ ਹਿੰਦੂਆਂ ਦੀ ਯੂਨੀਵਰਸਿਟੀ ਬਣਨੀ ਹੈ, ਤੁਸੀਂ ਕਰੋੜ ਰੁਪਏ ਦਿਓ। ਕਰੋੜ ਰੁਪਈਆ 7 ਸਿੱਖ ਰਾਜਿਆਂ ਨੇ ਦਿੱਤਾ ਹਿੰਦੂ ਯੂਨੀਵਰਸਿਟੀ ਵਾਸਤੇ। ਮੈਂ ਕੈਲਕੂਲੇਟ ਕਰਨ ਬੈਠ ਗਿਆ ਕੁਝ ਦਿਨ ਹੋਏ, ਉਹ 1000 ਕਰੋੜ ਰੁਪਇਆ ਅੱਜ ਦੀ ਡੇਟ ਵਿੱਚ 1914 ਦਾ। ਤੁਸੀਂ ਵੀ ਕੈਲਕੂਲੇਟ ਕਰ ਲਓ, 1 ਕਰੋੜ ਰੁਪਈਆ ਅੱਜ ਦਾ 1000 ਕਰੋੜ ਰੁਪਈਆ ਸਿੱਖਾਂ ਨੇ ਦਿੱਤਾ ਹਿੰਦੂਆਂ ਦੀ ਯੂਨੀਵਰਸਿਟੀ ਬਣਾਉਣ ਵਾਸਤੇ। ਤੇ ਸੰਤ ਜੀ ਚਲੇ ਗਏ। 7 ਹਿੰਦੂ ਰਾਜੇ ਸਟੇਸ਼ਨ ਤੇ ਸੰਤ ਜੀ ਦਾ ਸਵਾਗਤ ਕਰਨ ਆਏ ਬਨਾਰਸ ਸਟੇਸ਼ਨ ਤੇ, ਤੇ ਉਹਨਾਂ ਦੇ ਸਿਰ ਦੇ ਉੱਤੇ ਸਤਿਗੁਰੂ ਜੀ ਦਾ ਸਰੂਪ, ਤੇ ਸਟੇਸ਼ਨ ਤੋਂ ਯੂਨੀਵਰਸਿਟੀ ਦੀ ਸਾਈਟ ਤੱਕ ਸਾਰੀ ਸੜਕ ਗੁਲਾਬ ਦੇ ਫੁੱਲ ਵਿਛਾਏ ਹੋਏ, ਫੁੱਲਾਂ ਨਾਲ ਸਜਾਈ ਹੋਈ, ਸ਼ਾਹੀ ਸ਼ਾਹਮਿਆਨੇ ਲੱਗੇ ਹੋਏ ਰਾਜਿਆਂ ਨੇ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਤੇ ਹਿੰਦੂ ਰਾਜੇ ਹੱਥ ਜੋੜ ਕੇ ਕਹਿਣ ਲੱਗੇ 5 ਅਖੰਡ ਪਾਠ ਕਰੋ ਜੀ, ਇਹ ਯੂਨੀਵਰਸਿਟੀ ਬਣਾਣੀ ਹੈ, ਗੁਰੂ ਗ੍ਰੰਥ ਸਾਹਿਬ ਦੇ 5 ਅਖੰਡ ਪਾਠ ਕਰੋ। 5 ਅਖੰਡ ਪਾਠ ਯੂਨੀਵਰਸਿਟੀ ਦੀ ਫਾਊਂਡੇਸ਼ਨ ਰੱਖਣ ਤੋਂ ਪਹਿਲਾਂ ਅਰਦਾਸ ਕੀਤੀ ਸੰਤਾਂ ਨੇ ਯੂਨੀਵਰਸਿਟੀ ਬਣਾਉਣ ਵਾਸਤੇ। ਤੇ ਉਸ ਤੋਂ ਬਾਅਦ ਕੀ ਹੋਇਆ, ਸੁਣਨ ਵਾਲੀ ਗੱਲ ਹੈ। ਪੰਡਿਤ ਮਦਨ ਮੋਹਨ ਮਾਲਵੀਆ ਖੜੇ ਹੋ ਗਏ, ਲੱਖਾਂ ਲੋਕ ਉਸ ਸਮਾਗਮ ਵਿੱਚ ਆਏ ਹੋਏ ਯੂਨੀਵਰਸਿਟੀ ਦੀ ਬੁਨਿਆਦ ਰੱਖਣ ਦੇ। ਤੇ ਐਲਾਨ ਪਤਾ ਕੀ ਹੋਇਆ, ਪੰਡਿਤ ਮਦਨ ਮੋਹਨ ਮਾਲਵੀਆ ਨੇ ਐਲਾਨ ਕੀਤਾ ਕਿ ਹਰ ਹਿੰਦੂ ਆਪਣੇ ਘਰ ਵਿੱਚ ਘੱਟੋ ਘੱਟ 1 ਬੱਚਾ ਸਿੱਖ ਪੜਾਓ। ਇਹ ਦੇਖੋ, ਇਹ ਹੈ ਸਾਡਾ ਪਿਛੋਕੜ। ਹਿੰਦੂਆਂ ਨੇ ਬੱਚੇ ਸਿੱਖ ਪੜਾਏ ਜੀ, ਅਸੀਂ 3 ਕਰੋੜ ਹੋ ਗਏ ਅੱਜ। ਕੋਈ ਬੰਦਾ ਇਹ ਦੱਸਦਾ ਹੀ ਨਹੀਂ ਕਿ ਸਾਡੀ ਰਿਲੇਸ਼ਨਸ਼ਿਪ ਕੀ ਹੈ। ਹਿੰਦੂਆਂ ਨੇ ਬੱਚੇ ਸਿੱਖ ਬਣਾਏ, ਹਰ ਘਰ 'ਚ ਸਿੱਖ ਬੱਚੇ ਬਣਾਏ, ਸਿੱਖ 3 ਕਰੋੜ ਹੋ ਗਏ। ਸੰਤ ਅਤਰ ਸਿੰਘ ਮਹਾਰਾਜ ਦੀ ਜੋ ਸਤਿਗੁਰੂ ਨੇ ਉਹਨਾਂ ਨੂੰ ਜੁਗਤ ਦੇ ਕੇ ਭੇਜਿਆ, ਉਸ ਦਾ ਰਿਜ਼ਲਟ ਤੁਹਾਨੂੰ ਦੱਸ ਰਿਹਾ ਹਾਂ। 1927 'ਚ ਉਹਨਾਂ ਦਾ ਸੁਰਗਵਾਸ ਹੋ ਗਿਆ। 1927 ਵਿੱਚ ਸੰਤ ਨਿਧਾਨ ਸਿੰਘ ਮਹਾਰਾਜ, ਉਹਨਾਂ ਨੂੰ ਲੰਗਰ ਨਾ ਚਲਾਉਣ ਦੇਣ ਪੁਜਾਰੀ ਹਜੂਰ ਸਾਹਿਬ, ਉਹਨਾਂ ਦੀ ਦੁਕਾਨਦਾਰੀ ਬੰਦ ਹੁੰਦੀ ਸੀ, ਬੜਾ ਉਹਨਾਂ ਨੂੰ ਬੇਇੱਜ਼ਤ ਕੀਤਾ, ਬੜਾ ਜ਼ਲੀਲ ਕੀਤਾ। ਉਹਨਾਂ ਨੇ ਵਾਪਸ ਜਾਣ ਦਾ ਫੈਸਲਾ ਕਰ ਲਿਆ। ਸਟੇਸ਼ਨ ਤੇ ਆ ਗਿਆ, ਉਦੋਂ ਨੰਦੇੜ ਸਟੇਸ਼ਨ ਬਣ ਚੁੱਕਾ ਸੀ। ਬੈਠ ਕੇ ਸਟੇਸ਼ਨ ਤੇ ਗੱਡੀ ਆਈ ਨਹੀਂ ਸੀ, ਉਹਨਾਂ ਦੀ ਲਿਵ ਲੱਗ ਗਈ, ਅੱਖਾਂ 'ਚ ਉਹਨਾਂ ਦੇ ਹੰਝੂ ਸੀ, ਆਂਸੂ ਸੀ, ਰੋਈ ਜਾਣ ਤੇ ਲਿਵ ਲੱਗ ਗਈ। ਦਸਮ ਪਾਤਸ਼ਾਹ ਦੇ ਚਰਨਾਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਗਏ, ਉਹਨਾਂ ਨੇ ਸਿਰ ਤੇ ਹੱਥ ਰੱਖਿਆ, ਤੂੰ ਲੰਗਰ ਚਲਾ, ਪੈਸੇ ਮੈਂ ਦੇਵਾਂਗਾ, ਲੰਗਰ ਤੇਰਾ, ਖੀਸਾ ਮੇਰਾ। ਹੁਣ ਦੇਖੋ ਕਿੰਨਾ ਵਾਹਿਗੁਰੂ ਦਾ ਸ਼ੁਕਰ ਕਰੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਿ ਖੀਸਾ ਉਹਨਾਂ ਨੇ ਸਾਡਾ ਸ਼ਹਿਰ ਬਣਾਇਆ। ਦਰਸ਼ਨਾਂ ਤੋਂ ਬਾਅਦ ਸੰਤ ਨਿਧਾਨ ਸਿੰਘ ਜੀ ਮਹਾਰਾਜ ਸਾਡੇ ਸ਼ਹਿਰ 'ਚ ਆ ਗਏ ਕੌਟੇ, ਔਰ ਉੱਥੋਂ ਲੰਗਰ ਦੀ ਮਾਇਆ, 1 ਮਹੀਨਾ ਸਾਡੇ ਘਰ ਰਹਿੰਦੇ ਸਨ, ਲੰਗਰ ਦੀ ਮਾਇਆ ਉੱਥੋਂ ਜਾਣੀ ਸ਼ੁਰੂ ਹੋ ਗਈ। ਬਾਦੀ ਤੇ ਸਾਰਿਆਂ ਨੇ ਭੇਜਣੀ ਸ਼ੁਰੂ ਕਰ ਦਿੱਤੀ, ਲੇਕਿਨ ਉਹ ਜਿੰਨੀ ਦੇਰੀ ਦਰਸ਼ਨਾਂ ਤੋਂ ਬਾਅਦ ਹਰ ਸਾਲ ਆਉਂਦੇ ਸੀ। ਤੇ ਜੇ ਅੱਜ ਮੈਂ ਤੁਹਾਡੇ ਸਾਹਮਣੇ ਗੱਲਾਂ ਕਰ ਰਿਹਾ ਤੇ ਸੰਤ ਨਿਧਾਨ ਸਿੰਘ ਜੀ ਦੀ ਬਦੌਲਤ, ਕਿਉਂਕਿ ਸੰਤ ਮਾਰ ਦੇਣਾ ਸੀ ਮੁਸਲਮਾਨਾਂ ਨੇ। 50,000 ਨੇ ਸਾਡੇ ਤੇ ਹਮਲਾ ਕੀਤਾ, 50,000 ਮੁਲਖਈਏ ਨੇ 8 ਮਾਰਚ 1947 ਨੂੰ ਸਾਡੇ ਉੱਤੇ ਹਮਲਾ ਕੀਤਾ, ਲੇਕਿਨ
ਸੰਤ ਨਿਧਾਨ ਸਿੰਘ ਜੀ ਮਹਾਰਾਜ ਹਰ ਸਾਲ ਆਉਂਦੇ ਸਨ ਤੇ 8 ਸਾਲ ਪਹਿਲਾਂ ਉਹਨਾਂ ਨੇ ਕਿਹਾ ਭਾਈ ਤੁਸੀਂ ਸਾਰੇ ਮਾਰੇ ਜਾਓਗੇ, ਕੋਈ ਨਹੀਂ ਬਚਦਾ ਤੁਹਾਡੇ ਚੋਂ। ਤੇ ਸਾਰੇ ਸੋਚਣ ਲੱਗੇ ਵੀ ਸਾਰੇ ਅੰਮ੍ਰਿਤਧਾਰੀ ਸਿੱਖ, ਮਰਿਆਦਾ 'ਚ ਰਹਿਣ ਵਾਲੇ, ਅੰਮ੍ਰਿਤ ਵੇਲੇ ਜਾਗਣ ਵਾਲੇ, ਨਿਤਨੇਮ ਕਰਨ ਵਾਲੇ, ਅਸੀਂ ਮਾਰੇ ਜਾਵਾਂਗੇ। ਤੇ ਸੰਤ ਨਿਧਾਨ ਸਿੰਘ ਜੀ ਕਹਿੰਦੇ ਮਾਰੇ ਜਾਓਗੇ। ਉਹ ਸ਼ਾਮ ਨੂੰ ਕੀਰਤਨ ਕਰਦੇ ਸੀ, ਰੋਜ਼ ਦੀਵਾਨ ਹੁੰਦਾ ਸੀ। ਤੇ ਅਗਲੇ ਦਿਨ ਫਿਰ ਬਜ਼ੁਰਗਾਂ ਨੇ ਪੁੱਛਿਆ ਇਹਨਾਂ ਨੂੰ, ਗੱਲ ਕਰੀਏ ਕਿ ਅਸੀਂ ਕਿਉਂ ਮਾਰੇ ਜਾਵਾਂਗੇ, ਕੋਈ ਬਚਣ ਦਾ ਤਰੀਕਾ ਹੈ? ਤਾਂ ਸਾਰਿਆਂ ਨੇ ਸੰਤ ਨਿਧਾਨ ਸਿੰਘ ਜੀ ਨੂੰ ਕਿਹਾ ਮਹਾਰਾਜ ਸਾਡੇ ਕੋਲ ਭੁੱਲ ਹੋਈ, ਮਾਫ ਕਰ ਦਿਓ ਜਾਂ ਗੁਰੂ ਤੋਂ ਮਾਫ ਕਰਵਾ ਦਿਓ, ਤੇ ਸਾਨੂੰ ਤਰੀਕਾ ਵੀ ਦੱਸੋ ਬਚੀਏ ਕਿਸ ਤਰ੍ਹਾਂ। ਤਾਂ ਫਿਰ ਸੰਤ ਨਿਧਾਨ ਸਿੰਘ ਜੀ ਕਹਿੰਦੇ ਬਈ ਇੱਕ ਬੁਲਟ ਪ੍ਰੂਫ ਗੁਰਦੁਆਰਾ ਬਣਾਓ, ਹਮਲਾ ਤੁਹਾਡੇ ਤੇ ਹੋਏਗਾ, 50,000 ਬੰਦੇ ਆਣਗੇ ਮਾਰਨ ਤੁਹਾਨੂੰ, ਤੁਹਾਡੇ ਘਰ ਪਹਿਲਾਂ ਸਾੜਨਗੇ, ਤੇ ਤੁਸੀਂ ਜਦੋਂ ਤੁਹਾਡੇ ਘਰ ਸਾੜਨਗੇ ਤੁਸੀਂ ਉਸ ਗੁਰਦੁਆਰੇ 'ਚ ਆ ਜਾਓ ਜਿਹੜਾ ਬੁਲਟ ਪ੍ਰੂਫ ਬਣੇਗਾ, ਕਿਉਂਕਿ ਉਹਨਾਂ ਤੁਹਾਡੇ ਤੇ ਬੰਬ ਸੁੱਟਦੇ ਨੇ, ਗੋਲੀਆਂ ਚਲਾਉਣੀਆਂ, ਤੇ ਜੇ ਬੁਲਟ ਪ੍ਰੂਫ ਗੁਰਦੁਆਰਾ ਹੋਏਗਾ ਤੁਸੀਂ ਬਚ ਜਾਓਗੇ। ਅਸੀਂ ਬੁਲਟ ਪ੍ਰੂਫ ਗੁਰਦੁਆਰਾ ਬਣਾ ਲਿਆ ਜੀ, ਅੱਜ ਵੀ ਹੈਗਾ। ਸੰਤ ਜੀ ਮਹਾਰਾਜ ਨੇ ਜਿਸ ਤਰ੍ਹਾਂ ਕੀਤੀ ਸੀ ਆ ਗਿਆ। ਉਹ 50,000 ਬੰਦਾ ਮੁਲਖਈਆ ਇਹ ਹਥਿਆਰ ਲਾ ਕੇ ਅੱਗ ਦਾ ਸਮਾਨ ਲੈ ਕੇ ਆ ਗਿਆ ਜੀ। ਜਿੱਥੋਂ ਸ਼ੁਰੂ ਹੁੰਦਾ ਸੀ ਸਾਡਾ ਸ਼ਹਿਰ, ਉੱਥੇ ਇੱਕ ਮਾਤਾ ਰਹਿੰਦੀ ਸੀ, ਉਸਦੇ 3 ਬੱਚੇ ਆਰਮੀ ਵਿੱਚ, ਕੋਈ ਮੇਜਰ ਜਨਰਲ ਬਣ ਗਿਆ, ਕੋਈ ਬ੍ਰਿਗੇਡੀਅਰ ਫੌਜ ਵਿੱਚ, ਤੇ ਉਹਦੇ ਘਰ ਪਿਆ ਸੀ ਅਸਲਾ। ਉਹਨੇ ਦੇਖਿਆ ਵੀ ਹਮਲਾ ਹੋ ਗਿਆ, ਉਸਨੇ ਕੀ ਕੀਤਾ, ਜਿੰਨਾ ਬਰੂਦ ਪਿਆ ਸੀ ਘਰ ਗੋਲੀਆਂ, ਉਸਨੇ ਸਾਰੀਆਂ ਚਲਾਤੀਆਂ ਮਾਈ ਨੇ। ਜਦੋਂ ਗੋਲੀਆਂ ਚੱਲੀਆਂ ਤੇ ਆਵਾਜ਼ ਆ ਗਈ, ਸਾਨੂੰ ਪਤਾ ਲੱਗ ਗਿਆ ਕਿ ਹਮਲਾ ਹੋ ਗਿਆ। ਅਸੀਂ ਸਾਰੇ ਉਹ ਬੁਲਟ ਪ੍ਰੂਫ ਗੁਰਦੁਆਰੇ 'ਚ ਆ ਗਏ, ਸਾਡੇ ਘਰ ਤਾਂ ਸਾਰੇ ਸਾੜ ਦਿੱਤੇ ਉਹਨਾਂ ਨੇ। ਅਸੀਂ ਮੁਕਾਬਲਾ ਵੀ ਕੀਤਾ, ਸਾਡੇ 13 ਸਿੰਘ ਵੀ ਸ਼ਹੀਦ ਹੋਏ, ਲੇਕਿਨ ਅਸੀਂ ਬਚ ਗਏ। ਗੁਰਖਾ ਮਿਲਟਰੀ ਸਾਨੂੰ ਬਚਾ ਕੇ ਇੱਥੇ ਲੈ ਆਈ। ਤੇ ਸੰਤ ਅਤਰ ਸਿੰਘ ਮਹਾਰਾਜ ਨੂੰ ਯਾਦ ਕਰਦੇ ਉਹਨਾਂ ਦੀ ਤਸਵੀਰ ਵੀ ਨਾਲ ਲੈ ਆਏ। ਤੋ ਤੀਜੇ ਹੋ ਗਏ ਜੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਅਖੰਡ ਕੀਰਤਨੀ ਜਥੇ ਵਾਲੇ। ਇਹ ਬੜੇ ਖਰਬਾਪਤੀ ਸਨ, ਅਮੀਰ ਆਦਮੀ, ਲੁਧਿਆਣੇ ਦੇ ਤਹਿਸੀਲਦਾਰ ਸਨ 1912 ਵਿੱਚ। ਤਾਂ ਇਹਨਾਂ ਨੇ ਕੀਤੀ ਬਗਾਵਤ ਤਹਿਸੀਲਦਾਰ ਹੁੰਦਿਆਂ ਅੰਗਰੇਜ਼ਾਂ ਦੇ ਖਿਲਾਫ। 18 ਸਾਲ ਦੀ ਹੋਈ ਸਜ਼ਾ, ਜੇਲ੍ਹ। 1.25 ਮਣ ਮਿਲੇ ਕਣਕ, 1.25 ਮਣ ਮਿਲੇ ਵਾਣ। ਕਣਕ ਪੀਸੋ ਆਟਾ ਬਣਾਓ, ਵਾਣ ਵੱਟੋ ਰੱਸੀਆਂ ਬਣਾਓ। ਤੇ ਇਹ ਵਾਹਿਗੁਰੂ ਵਾਹਿਗੁਰੂ ਕਰੀ ਜਾਣ। ਉਹ ਸ਼ਾਮੀ ਕਣਕ ਵੀ ਪੀਸੀ ਜਾਏ, ਵਾਹਿਗੁਰੂ ਵਾਹਿਗੁਰੂ ਬੋਲੀ ਜਾਣ, ਤੇ ਵਾਣ ਵੀ ਵੱਟਿਆ ਜਾਏ। ਇਹ 18 ਸਾਲ ਜੀ ਇਹ ਕਲਾ ਵਰਤਦੀ ਰਹੀ ਜੇਲ੍ਹ ਵਿੱਚ। ਇਹ ਸਿਮਰਨ ਕਰੀ ਜਾਣ ਤੇ ਸਾਰਾ ਕੁਝ ਬਖਸ਼ਿਸ਼ ਹੋ ਗਈ, ਦਰਸ਼ਨ ਹੋ ਗਏ ਸਤਿਗੁਰੂ ਜੀ ਦੇ। ਚਲੇ ਗਏ ਹਜ਼ੂਰ ਸਾਹਿਬ, ਰਿਹਾ ਹੋ ਗਏ, ਤੇ ਅਰਦਾਸ ਕਰ ਦਿੱਤੀ, ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਨੂੰ ਮਿਲਣ ਆਏ ਆ, ਮਿਲੋ। ਇਹ ਬਾਬਾ ਰਾਮ ਸਿੰਘ ਜੀ ਨੇ ਮੈਨੂੰ ਦੱਸੀ, ਕਹਿੰਦਾ ਦਰਦੀ ਸਾਹਿਬ ਤੁਸੀਂ 2 ਗੱਲਾਂ ਕਰਦੇ ਹੋ, ਸੰਤ ਨਿਧਾਨ ਸਿੰਘ, ਸੰਤ ਅਤਰ ਸਿੰਘ ਜੀ ਦੀ। ਬਾਬਾ ਰਾਮ ਸਿੰਘ ਕਹਿੰਦੇ ਤੀਜੀ ਗੱਲ ਵੀ ਕਰਿਆ ਕਰੋ। ਮੈਂ ਕਿਹਾ ਕੀ? ਕਹਿੰਦੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਤੁਹਾਡੇ ਘਰ ਗਏ? ਮੈਂ ਕਿਹਾ ਹਾਂ। ਕਹਿੰਦੇ ਉਹ ਤੇ ਜਾ ਕੇ ਅਰਦਾਸ ਕੀਤੀ, ਭਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਤਾਂ ਜਾਂਦਾ ਹੀ ਨਹੀਂ ਵਾਪਸ, ਹੁਣ ਸਾਰੀ ਜ਼ਿੰਦਗੀ ਬੈਠਾ ਇੱਥੇ ਹੀ, ਮੈਨੂੰ ਮਿਲੋ ਆ ਕੇ। ਤਾਂ ਉਹਨਾਂ ਤੋਂ ਮਿਲ ਗਏ, ਮਿਲਾਪ ਹੋ ਗਿਆ। ਹੁਣ ਦੇਖੋ ਸਾਡੀ ਕਿਸਮਤ ਕਿੰਨੀ ਚੰਗੀ ਹੈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਸਾਡੇ ਘਰ ਆ ਗਏ। ਮੇਰੇ ਪਿਤਾ ਜੀ ਦੀ ਛੋਟੀ ਭੈਣ ਦਾ ਨਾਮ ਸ਼ਾਨ ਕੌਰ ਸੀ, ਉਸ ਦਾ ਰਿਸ਼ਤਾ ਕੀਤਾ ਉਹਨਾਂ ਨੇ ਆਪਣੇ ਇੱਕ ਸਾਥੀ ਨਾਲ। ਉਹ ਡਾਕਟਰ ਸੋਹਣ ਸਿੰਘ ਜੀ ਵਰਲਡ ਫੇਮ ਦੇ ਡਾਕਟਰ ਸਨ। ਕੁਤਬ ਮੀਨਾਰ ਜਿਹੜਾ TB ਹਸਪੀਟਲ ਹੈ ਹਿੰਦੁਸਤਾਨ ਦਾ ਵੱਡਾ, ਉਸ ਦੇ ਮੈਡੀਕਲ ਸੁਪਰਡੈਂਟ ਸਨ। ਉਹਨਾਂ ਨੇ ਆਨੰਦ ਕਾਰਜ ਕੀਤਾ ਤੇ ਮੈਂ ਉਹਨਾਂ ਦੇ ਦਰਸ਼ਨ ਕਰ ਲਏ ਭਾਈ ਸਾਹਿਬ ਦੇ। ਭਾਈ ਸਾਹਿਬ ਤੋਂ ਜਥੇ ਤੋਂ ਸਿਮਰਨ ਦੀ ਵਿਧੀ, ਤੇ ਉਹਨਾਂ ਦੀਆਂ 3 ਪੁਸਤਕਾਂ ਮੈਂ ਉਦੋਂ ਪੜ੍ਹੀਆਂ 1961-62 ਵਿੱਚ। ਜੇਲ੍ਹ ਚਿੱਠੀਆਂ ਤੁਸੀਂ ਵੀ ਪੜ੍ਹੋ, ਇਹ ਜੋ ਕੋਈ ਤੁਹਾਨੂੰ ਸੁਣਾ ਰਿਹਾ ਇਹ ਸਭ ਕੁਝ ਲਿਖਿਆ ਹੋਇਆ ਹੈ। ਜੇਲ੍ਹ ਚਿੱਠੀਆਂ ਤੋਂ ਬਾਅਦ ਪੜ੍ਹੀ ਅਣਡਿੱਠੀ ਦੁਨੀਆ, ਕਿ ਜਦੋਂ ਜੇਲ੍ਹ ਹੋ ਗਈ, ਤੁਸੀਂ ਜੇਲ੍ਹ ਵਿੱਚ ਸਿਮਰਨ ਕੀਤਾ, ਅਣਡਿੱਠੀ ਦੁਨੀਆ 'ਚ ਚਲੇ ਗਏ। ਤੇ ਫਿਰ ਸਿੰਘਾਂ ਦਾ ਪੰਥ ਨਿਰਾਲਾ, ਤੀਜੀ ਕਿਤਾਬ ਪੜ੍ਹੀ। ਹੁਣ ਦੇਖੋ ਸਿਮਰਨ ਦੀ ਵਿਧੀ ਵਾਹਿਗੁਰੂ ਦੀ ਮਿਹਰ ਹੋ ਗਈ, ਤੇ ਭਾਈ ਸਾਹਿਬ ਦੇ ਜਥੇ ਤੋਂ ਅੰਮ੍ਰਿਤ ਛਕ ਲਿਆ, 60 ਸਾਲ ਹੋ ਗਏ। ਹੁਣ ਵਾਹਿਗੁਰੂ ਨੇ ਇਮਤਿਹਾਨ ਲੈਣਾ ਸੀ ਤੇ ਮੈਨੂੰ ਪਾਸ ਕਰਵਾਉਣਾ ਸੀ, ਵਾਹਿਗੁਰੂ ਨੇ ਆਪ ਹੀ, ਮੇਰੀ ਤਾਂ ਕੋਈ ਹਸਤੀ ਨਹੀਂ। ਮੈਂ ਚਲਾ ਗਿਆ ਪ੍ਰੀ ਇੰਜੀਨੀਅਰਿੰਗ ਵਿੱਚ ਪੜ੍ਹਨ ਵਾਸਤੇ, ਤੇ ਉੱਥੇ ਗੁਰਦੁਆਰਾ ਮੋਤੀ ਬਾਗ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਦਾ ਇਤਿਹਾਸਕ ਗੁਰਦੁਆਰਾ, 1965 ਦੀ ਪਾਕਿਸਤਾਨ ਦੀ ਲੜਾਈ ਹੋਣ ਵਾਲੀ ਸੀ, ਤੇ ਉੱਥੇ ਗੁਰੂ ਮਹਾਰਾਜ ਦੀ ਬੇਦਬੀ। ਉਦੋਂ ਹਰਮੰਦਰ ਸਾਹਿਬ ਵਿੱਚ ਵੀ ਸਿਗਰਟਾਂ ਸੁੱਟਦੇ ਸਨ, ਤੇ ਦਰਬਾਰ ਸਾਹਿਬ ਦੇ ਪਵਿੱਤਰ ਪੱਤਰੇ ਸਾੜ ਕੇ ਸੁੱਟਦੇ ਸਨ, ਤੇ ਬਾਰਡਰ ਏਰੀਆ 'ਚ ਰੋਜ਼ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸਾੜਦੇ ਸਨ। ਤੇ ਮੈਂ, ਮੇਰੇ ਪਿਤਾ ਜੀ ਜਨਰਲ ਸੈਕਟਰੀ ਅਕਾਲੀ ਜਥੇ ਦੇ, ਤੇ ਉਹਨਾਂ ਨੂੰ ਦੱਸਿਆ, ਉਹਨਾਂ ਨੇ ਪ੍ਰਧਾਨ ਨੂੰ ਦੱਸਿਆ ਅਕਾਲੀ ਜਥੇ ਦੇ। ਅਸੀਂ ਪ੍ਰੋਟੈਸਟ ਕੀਤਾ, ਤੇ ਅਗਲੇ ਦਿਨ ਸਾਨੂੰ ਦੋਨਾਂ ਨੂੰ ਪਕੜ ਲਿਆ, ਸਰਦਾਰਾ ਸਿੰਘ ਕੋਹਲੀ ਜਥੇਦਾਰ ਤੇ ਮੈਨੂੰ।
ਉਹਨਾਂ ਦਾ ਇਹ ਪ੍ਰੋਗਰਾਮ ਬਣਿਆ ਕਿ ਇਹ ਬੱਚਾ ਇਹਨੂੰ ਮਾਰੋ, ਟਾਰਚਰ ਕਰੋ, ਇਹ ਕਹੇ ਬਈ ਅਕਾਲੀ ਛੱਡਦੇ ਆ ਬਦਨਾਮ ਕਰਨ ਵਾਸਤੇ। ਉਹਨਾਂ ਨੇ 22 ਦਿਨ ਦਾ ਸਾਡਾ ਪੁਲਿਸ ਰਿਮਾਂਡ, ਅਸੀਂ ਉੱਥੇ ਕੈਦ ਹੋ ਗਏ ਅੰਮ੍ਰਿਤਸਰ ਦੇ ਇੰਟਰੋਗੇਸ਼ਨ ਸੈਂਟਰ 'ਚ ਦੋਨੋਂ। ਸਾਨੂੰ ਬਰਫ਼ ਤੇ ਲਟਾਉਣ, ਪੁੱਠਾ ਟੰਗਣ, ਟਾਰਚਰ ਕਰਨ। ਮੈਂ ਤਾਂ ਵਾਹਿਗੁਰੂ ਦੀ ਕਿਰਪਾ ਸੀ, ਸਿਮਰਨ ਦੀ ਵਿਧੀ, ਵਾਹਿਗੁਰੂ ਦੇ ਸਿਮਰਨ ਵਿੱਚ 5 ਬਾਣੀਆਂ ਜ਼ਬਾਨੀ ਯਾਦ ਸੀ 1965 ਵਿੱਚ, ਸਿਮਰਨ ਤੇ ਪਾਠ। ਬੜਾ ਟਾਰਚਰ ਕੀਤਾ ਜੀ, 7 ਵਾਰੀ ਖੜਾ ਕਰਕੇ ਗੋਲੀ ਮਾਰੀ ਡਰਾਉਣ ਵਾਸਤੇ। ਕੋਈ ਡਰ ਹੀ ਨਹੀਂ ਲੱਗਿਆ ਮੌਤ ਤੋਂ, ਕੋਈ ਦੁੱਖ ਪੋਇਆ ਹੀ ਨਹੀਂ, ਜਿੰਨਾ ਮਰਜ਼ੀ ਟਾਰਚਰ ਕਰ ਲਓ। ਜਦੋਂ ਤੁਸੀਂ ਸਿਮਰਨ ਵਿੱਚ ਜੁੜ ਜਾਓ ਤੁਹਾਨੂੰ ਦੁੱਖ ਨਹੀਂ ਪਾਉਂਦਾ। ਇਹ ਸੱਚੀ ਗੱਲ ਹੈ, ਇਹ ਮੈਂ ਆਪਣੇ ਜੀਵਨ ਤੇ ਆਪ ਦੇਖੀ ਹੈ ਕਿ ਤੁਸੀਂ ਵਾਹਿਗੁਰੂ ਤੇ ਓਟ ਰੱਖ ਕੇ ਉਸ ਨਾਲ ਲਿਵ ਜੋੜ ਲਓ। ਜੋ ਮਰਜ਼ੀ ਤੁਹਾਨੂੰ ਕੋਈ ਗਲਾ ਘੋਟ ਦੇਵੇ, ਤੁਹਾਨੂੰ ਟਾਰਚਰ ਕਰੀ ਜਾਏ, ਚਰਖੜੀਆਂ ਤੇ ਚੜਾ ਦੇਵੇ, ਜਾਂ ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਗਲੇ 'ਚ ਹਾਰ ਪਾ ਦੇ, ਸਾਡੀਆਂ ਮਾਵਾਂ ਨੇ ਸੀ ਨਹੀਂ ਕੀਤੀ। ਉਹ ਸਾਰਾ ਕੁਝ ਮੈਂ ਆਪਣੇ ਪਿੰਡੇ ਉੱਤੇ ਹੰਡਾ ਲਿਆ, ਆਪਣੇ ਸਰੀਰ ਦੇ ਉੱਤੇ। ਬਾਹਰ ਆ ਗਏ, ਜ਼ਮਾਨਤ ਤੋਂ ਬਾਅਦ ਬੜੇ ਝੂਠੇ ਕੇਸ ਬਣਾਏ, ਫਿਰ ਕੈਦ ਕਰ ਲਿਆ। ਐਨੀ ਹਾਓ ਇੱਕ ਵਾਰੀ ਵੀ ਨਹੀਂ ਵਾਹਿਗੁਰੂ ਨੇ ਨਾ ਕੋਈ ਝੂਠਾ ਬਿਆਨ, ਨਾ ਕੋਈ ਰੋਣਾ। ਬੱਚਾ ਰੋ ਪੈਂਦਾ, ਮੇਰੀ ਤਾਂ ਉਮਰ 15 ਸਾਲ ਦੀ, ਕੋਈ ਡਰ ਨਹੀਂ, ਕੋਈ ਕੁਛ ਨਹੀਂ, ਵਾਹਿਗੁਰੂ ਦੀ ਮਿਹਰ ਹੋ ਗਈ। ਪਾਸ ਹੋ ਗਏ। ਜਥੇਦਾਰ ਨੇ ਆ ਕੇ ਦੱਸਿਆ ਮਾਸਟਰ ਤਾਰਾ ਸਿੰਘ ਜੀ ਨੂੰ, ਮਾਸਟਰ ਤਾਰਾ ਸਿੰਘ ਜੀ ਨੇ ਬਲੈਸ ਕੀਤਾ ਆ ਕੇ। ਸੰਤ ਫਤਿਹ ਸਿੰਘ ਨੂੰ ਦੱਸਿਆ, ਸੰਤ ਫਤਿਹ ਸਿੰਘ ਆ ਗਿਆ, ਉਹਨੇ ਬਲੈਸ ਕੀਤਾ। ਮਤਲਬ ਸਾਰੀ ਕੌਮ ਵਿੱਚ ਇੱਜ਼ਤ ਹੋ ਗਈ। ਇਹ ਹੁਣ ਭਾਈ ਸਾਹਿਬ ਭਾਈ ਜਗਮੋਹਨ ਸਿੰਘ ਜੀ ਨੇ ਗੱਲਾਂ ਸੁਣਾਈਆਂ ਨੇ, ਇਹ ਮੇਰੇ ਨਾਲ, ਇਹ ਲੱਗੇ ਨੇ ਮੇਰੇ ਨਾਲ 1966 ਵਿੱਚ। 1965 ਦਾ ਵਾਕਾ ਹੈ, 66 ਵਿੱਚ 300 ਮੇਰੇ ਨਾਲ ਹੋ ਗਏ ਜੀ ਨੌਜਵਾਨ, ਹਰ ਵੇਲੇ ਤਿਆਰ ਪਰ ਤਿਆਰ। ਦਸਮ ਪਾਤਸ਼ਾਹ ਜਦੋਂ 300 ਸਾਲਾ ਸੀ, ਜਦੋਂ 500 ਸਾਲਾ ਹੋਇਆ ਅਸੀਂ 500 ਹੋ ਗਏ, ਤੇ ਸਾਡੇ ਤੇ ਕਿਰਪਾ ਹੋ ਗਈ। ਅਰਦਾਸ ਕੀਤੀ ਦੁਖਰਾਨ ਸਾਹਿਬ, ਚੜ੍ਹਦੀ ਕਲਾ ਅਖਬਾਰ ਸ਼ੁਰੂ ਹੋ ਗਈ। ਹੁਣ ਦੇਖੋ, ਮੋਰਚਿਆਂ ਵਿੱਚੋਂ, ਸੰਘਰਸ਼ ਵਿੱਚੋਂ ਅਖਬਾਰ ਪੈਦਾ ਹੋਈ। ਸਾਰੀ ਕੌਮ ਨੇ ਸਾਡੀ ਮਦਦ ਕੀਤੀ, ਸਾਰੀ ਕੌਮ ਨੇ। ਮੈਂ ਤਾਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ, ਕੌਮ ਦੇ ਹਰ ਬਸ਼ਰ ਨੇ ਮੈਨੂੰ ਅਸੀਸ ਦਿੱਤੀ। ਅੱਜ ਕਰੋੜਾਂ ਲੋਕ ਜੋ ਬਗਲਾ ਸਾਹਿਬ ਤੋਂ, ਪਟਨਾ ਸਾਹਿਬ ਤੋਂ ਸਤਿਗੁਰੂ ਜੀ ਦੀ ਜ਼ਾਹਰੀ ਕਲਾ ਨੂੰ ਦੇਖ ਰਹੇ ਨੇ, ਉਹ ਕਿਣਕਾ ਮਾਤਰ ਉਹਦਾ ਹਿੱਸਾ ਵਾਹਿਗੁਰੂ ਮੈਨੂੰ ਵੀ ਦੇ ਦਿੰਦਾ। ਤੋ ਇਹ ਹੈ ਜੀ ਬਖਸ਼ਿਸ਼ ਦੀ ਕਹਾਣੀ। ਅੱਗੇ ਆ ਗਈ ਇਹ ਮੀਡੀਆ ਦੀ ਕਹਾਣੀ। ਮੈਂ ਮੋਰਚੇ 'ਚ ਖਬਰਾਂ ਲਿਖਣ ਲੱਗ ਗਿਆ 1960 'ਚ। 62 ਸਾਲ ਹੋ ਗਏ ਖਬਰਾਂ ਲਿਖਦੇ ਨੂੰ। ਲਿਖਦੇ ਲਿਖਦੇ ਜਦੋਂ ਪੁਲਿਸ ਮਾਰਨ ਤੇ ਆ ਗਈ ਤਾਂ ਮੈਨੂੰ ਭਗਵੰਤ ਸਿੰਘ ਐਡਵੋਕੇਟ ਜਨਰਲ ਪੰਜਾਬ ਦੇ ਹੋਏ, ਨਵਜੋਤ ਸਿੱਧੂ ਦੇ ਫਾਦਰ, ਉਹਨਾਂ ਨੇ ਮੇਰੀ ਜ਼ਮਾਨਤ ਕਰਾ ਕੇ ਆਪਣਾ ਬੇਟਾ ਬਣਾ ਕੇ ਆਪਣੇ ਘਰ ਰੱਖ ਲਿਆ। ਤੇ ਮੇਰੇ ਪੇਰੈਂਟਸ ਨੂੰ ਬੁਲਾਇਆ, ਕਹਿੰਦੇ ਬਿਲ ਮੁਕਾਬਲ ਤੋਪ ਹੋ ਤੋ ਅਖਬਾਰ ਨਿਕਾਲੋ, ਉਹਨੂੰ ਮਾਰ ਦੇਣਗੇ, ਤੁਹਾਡੇ ਬੇਟੇ ਨੂੰ ਮਾਰ ਦੇਣਗੇ ਪੁਲਿਸ ਵਾਲੇ, ਜਾਂ ਰੋਲ ਦੇਣਗੇ ਝੂਠੇ ਕੇਸਾਂ 'ਚ, ਤੁਸੀਂ ਅਖਬਾਰ ਸ਼ੁਰੂ ਕਰੋ। ਤੋ ਚੜ੍ਹਦੀ ਕਲਾ ਅਖਬਾਰ ਸ਼ੁਰੂ ਹੋ ਗਈ, ਕਿਉਂਕਿ ਮਾਂ ਬਾਪ ਪੜ੍ਹੇ ਹੋਏ ਸਨ ਤੇ ਵੈਸੇ ਵੀ ਗੁਰੂ ਦੀ ਮਿਹਰ ਸੀ, ਬਖਸ਼ਿਸ਼ ਸੀ। ਅਖਬਾਰ ਦੀ ਕਾਮਯਾਬੀ ਹੋ ਗਈ। ਉਸ ਤੋਂ ਬਾਅਦ ਦੋਨਾਂ ਬੱਚਿਆਂ ਨੂੰ, ਤਿੰਨੇ ਬੱਚਿਆਂ ਨੂੰ ਅਮਰੀਕਾ ਪੜ੍ਹਾਇਆ 7-7 ਸਾਲ, ਟੀਵੀ ਦੀ MBA ਕਰਵਾਈ। ਕੋਈ ਪਤਾ ਨਹੀਂ ਸੀ ਟੀਵੀ ਸ਼ੁਰੂ ਹੋਏਗਾ। ਬੰਗਲਾ ਸਾਹਿਬ ਚਲੇ ਗਏ, ਬੱਚੇ ਨਾਲ ਸੀ, ਤਾਂ ਸਰਨਾ ਸਾਹਿਬ ਕਹਿਣ ਲੱਗੇ ਕਿਆ ਪਿਆ ਸੋਚਣਾ। ਮੈਂ ਕਿਹਾ ਜੀ ਟੀਵੀ ਸ਼ੁਰੂ ਕਰੋ ਇੱਥੋਂ ਬੰਗਲਾ ਸਾਹਿਬ ਤੋਂ, ਲਾਈਵ ਟੈਲੀਕਾਸਟ ਚਲਾ ਲੈਸੇ। ਮੈਂ ਕਿਹਾ ਜੀ ਬੱਚਿਆਂ ਨੂੰ ਪੁੱਛੋ ਕੁਆਲੀਫਾਈਡ ਦੇ। ਬੱਚਿਆਂ ਨੇ ਕਿਹਾ ਚਲਾਵਾਂਗੇ। ਕਹਿੰਦਾ 10 ਲੱਖ ਰੁਪਇਆ, 10 ਲੱਖ ਰੁਪਇਆ ਦੇ ਕੇ ਬੱਚਿਆਂ ਨੂੰ ਭੇਜਿਆ ਪ੍ਰਗਤੀ ਮੈਦਾਨ। ਸ਼ਾਮੀ ਆਏ ਜੀ ਕਰੋੜ ਰੁਪਏ ਦਾ ਸਮਾਨ ਲੈ ਕੇ। ਉਹ ਮੈਂ ਕਿਹਾ ਤੁਹਾਨੂੰ 10 ਲੱਖ ਦਿੱਤਾ ਸੀ, ਕਰੋੜ ਦਾ ਸਮਾਨ। ਉਹ ਕਹਿੰਦੇ ਅੱਜ ਆਖਰੀ ਦਿਨ ਸੀ, ਜਿਹੜੀ ਵੀ ਦੁਕਾਨ ਤੇ ਜਾਈਏ ਐਗਜ਼ੀਬਿਸ਼ਨ ਵਿੱਚ, ਸਟਾਲ ਤੇ, ਉਹ ਕਹਿੰਦਾ ਗੁਰਦੁਆਰਾ ਬੰਗਲਾ ਸਾਹਿਬ ਚੁੱਕੋ, 10 ਲੱਖ ਦੀ ਚੀਜ਼ ਲੱਖ 'ਚ ਲੈ ਜਾਓ। ਸਾਰਿਆਂ ਨੇ, ਪਤਾ ਨਹੀਂ ਹਿੰਦੂ ਸਨ ਮੁਸਲਮਾਨ ਸਨ, ਸਭ ਨੇ ਬੰਗਲਾ ਸਾਹਿਬ ਦਾ ਸਮਾਨ ਟੈਲੀਕਾਸਟ ਦਾ ਅਗਲੇ ਦਿਨ ਸ਼ੁਰੂ ਹੋ ਗਿਆ। ਇੱਕ ਦਿਨ ਮੈਂ ਬੈਠਾ ਬੰਗਲਾ ਸਾਹਿਬ, ਸੋਚਾਂ ਬਈ ਇਹ ਸਾਡੇ ਕੋਲ ਕੋਈ ਮਤਲਬ ਕੈਰੇਜ ਦਾ ਸਿਲਸਿਲਾ ਨਹੀਂ, ਬਈ ਲੋਕਾਂ ਦੇ ਘਰਾਂ 'ਚ ਕਿਸ ਤਰ੍ਹਾਂ ਪਹੁੰਚਾਈ। ਮੈਂ ਉੱਠਿਆ ਤੇ ਨਾਲ ਦੂਰਦਰਸ਼ਨ ਦਾ ਦਫ਼ਤਰ ਹੈ ਬੰਗਲਾ ਸਾਹਿਬ ਦੇ ਨਾਲ, ਉੱਥੇ ਚਲਾ ਗਿਆ। ਚੀਫ ਐਗਜ਼ੀਕਟਿਵ ਅਫਸਰ, ਉਹਨਾਂ ਨੂੰ ਮੈਂ ਮਿਲਿਆ। ਕਹਿੰਦੇ ਕਾਕਾ ਕਿੱਧਰ ਆਇਆ? ਮੈਂ ਕਿਹਾ ਜੀ ਲਾਈਵ, ਤੁਹਾਡੇ ਕੋਲ ਗਵਰਨਮੈਂਟ ਆਫ ਇੰਡੀਆ ਦੀ ਫ੍ਰੀ ਡਿਸ਼ ਹੈ, ਤੁਸੀਂ ਲਾਈਵ ਕਰੋ ਮੇਰਾ ਟੀਵੀ। ਤੇਰੇ ਟੀਵੀ 'ਚ ਹੈ ਕੀ ਹੈ? ਟੀਵੀ 'ਚ ਬੰਗਲਾ ਸਾਹਿਬ ਹੈ। ਤੇਰੇ ਕੋਲ ਬੰਗਲਾ ਸਾਹਿਬ ਹੈ? ਮੈਂ ਕਿਹਾ ਜੀ ਮੇਰੇ ਟੀਵੀ ਕੋਲ ਬੰਗਲਾ ਸਾਹਿਬ ਹੈ। ਲਿਆ 20 ਲੱਖ ਰੁਪਇਆ। ਹੁਣ 20 ਲੱਖ ਮੇਰੇ ਕੋਲ ਕਿੱਥੇ ਸੀ? ਮੈਂ ਆ ਕੇ ਮੈਨੇਜਰ ਨੂੰ ਕਿਹਾ, ਮੈਂ ਕਿਹਾ 20 ਲੱਖ। ਕਹਿੰਦਾ ਦਰਦੀ ਸਾਹਿਬ ਤੁਹਾਨੂੰ ਕੀ ਨਾ? ਉਹਨੇ 20 ਲੱਖ ਰੁਪਏ ਸਵੇਰੇ ਜਮ੍ਹਾਂ ਕਰਵਾਇਆ, ਸਾਰੀ ਦੁਨੀਆ ਦੇਖਣ ਲੱਗ ਗਈ। ਉਹ ਫ੍ਰੀ ਡਿਸ਼ ਸਾਰੇ ਏਸ਼ੀਆ 'ਚ ਚਲਦੀ ਹੈ ਗਵਰਨਮੈਂਟ ਆਫ ਇੰਡੀਆ ਦੀ। ਹਰ ਘਰ 'ਚ ਤੁਸੀਂ ਵੀ ਲਾਓ, ਕੋਈ ਖਰਚਾ ਤਾਂ ਹੈ ਹੀ ਨਹੀਂ ਉਹਦਾ। ਤੁਸੀਂ ਦਿੰਦੇ ਹੋ ਟਾਟਾ ਸਕਾਈ ਤੇ 500 ਰੁਪਏ ਮਹੀਨਾ, ਜਾਂ ਡਿਸ਼ TV ਤੇ 400 ਰੁਪਏ ਮਹੀਨਾ, ਉਹ ਦੇਣ ਦੀ ਲੋੜ ਹੀ ਨਹੀਂ।
फ्री डिश लगाओ तो चढ़दी कला टाइम टीवी देखो। सवेरे नितनेम, सुखमनी साहब, कीर्तन, कथा, पहले दिन ही 4-5 करोड़ लोग देखने लग गए। ये है बख्शिश की कहानी। हुण देखो, मैं तो जेलों जाता रहा, मार खाता रहा, मेरी कोई हस्ती नहीं। एक दिन 1900 पहला तो 1986 की गल तुहानूं दसदा, रामनाथ गोयनका इंडियन एक्सप्रैस के मालिक का मैनूं फोन आया कि तुसीं फलाने दिन इंडियन एक्सप्रैस टावर जिहड़ी समुद्र दे विच है बंबे, उत्थे आओ। मैं चला गया। उत्थे टाइम्स ऑफ इंडिया के मालिक बैठे, गोयनका जी आप बैठे, जन्मभूमि के मालिक बैठे, बंबे समाचार के मालिक बैठे, बड़े खबरों के मालिक बैठे। मैनूं कहंदे सिखां दा कतलेआम होया ते सिखां नूं गदार देश का तो यह कह के बदनाम किया जा रहा है कि सिख वखवादी ने, अतवादी ने। तो यह तो गल गलत है। टाइम्स ऑफ इंडिया के मालिक वो कहते मैं तो गुरु ग्रंथ साहब का प्रकाश करता घर, सिखां तो कोई ऐसी गल है नहीं, लेकिन सारा मीडिया, रेडियो, टीवी, अखबार सब सिखां नूं बदनाम कर रहे। तो साडी सोसाइटी जिहड़ी दुनिया की सब तो वड्डी सोसाइटी प्रिंट मीडिया की, उहदे च कदे कोई सिख मैंबर ही नहीं बनया। 1986 तक की हिस्टरी तुसीं 100 साल की देख लो, कदे कोई सिख ही नहीं बनया। तो मैनूं कहंदे तैनूं असीं डायरैक्टर बना रहे हैं, तैनूं असीं एग्जीक्यूटिव कमेटी का मैंबर बना रहे हैं। मैं कहा जी मेरी तो अखबार ही बड़ी छोटी है। वो कहते सानूं छोटा ही बंदा चाहिए, असीं पता कर लिया, सानूं तो सिख चाहिए तो तू सिख है। मैं कहा जी होर भी सिख है। कहते वो कम्यूनिस्ट, कॉमरेड, नास्तिक, तू सिख है, इस करके तैनूं बनावांगे। हुण तुसीं आओ पार्लीमेंट के बाहर, कॉन्स्टिट्यूशन क्लब के सामने कई हज़ार करोड़ रुपए की बिल्डिंग है। 1986 च मैंने बनाता डायरैक्टर तो नाले बनाता एग्जैक्टिव का मैंबर, तो स्टेटस मेरा हो गया हिंदुस्तान टाइम, टाइम्स ऑफ इंडिया, इंडियन एक्सप्रैस, जागरण, भास्कर, अमर उजाला, ये वो, पंजाब केसरी, ट्रिब्यून, सारे के मालिकों के बराबर। कितने साल हो गए जी? 1986 से अज 36 साल। ये गुरु महाराज की बख्शिश। 1993 में मैनू नरसिम्हा राव का फोन आया प्रधानमंत्री का कि जगजीत सिंह दर्दी नूं मैं अपने नाल अपने अकंपनिंग मीडिया डेलीगेशन का मैंबर बनाया, तुसीं आओ। हुण प्राइम मिनिस्टर देखो मेरी की औकात है, मेरे छोटी जी अखबार है, हिंदुस्तान का प्रधानमंत्री अपने अकंपनिंग मीडिया डेलीगेशन का मैंबर मैनू टैलीफोन करके बनाता, सारी दुनिया च लै गया मैनू नाल, जिथे धरती खत्म हो जाती है, जिथे धरती का पोल है। दुनिया की बड़ी लंबी कहानी है, अफ्रीका, अमरीका, यूरोप, मिडल ईस्ट, एशिया, सारी दुनिया में अज तक जिन्ने भी प्राइम मिनिस्टर आए सारे मैनू अपने नाल इक्को जहाज़ विच, इक्को होटल विच लंच, ब्रेकफास्ट, डिनर इकट्ठे करना। बड़ियां घटनावां हुई। एक दिन वाजपेयी जी मैनू लै गए वाइट हाउस, क्लिंटन राष्ट्रपति, रैड कारपेट वेलकम हिंदुस्तान के प्राइम मिनिस्टर का, तो मैनू नाल लै गए। तुसीं यकीन कर लो, ये रखड़ा साहब उत्थे सी, 31 तोपां की सलामी हिंदुस्तान के प्रधानमंत्री नूं अमरीका का राष्ट्रपति दे रहा है, तो प्रधानमंत्री के नाल मैं खड़ा। ये दुनिया ने देखा, सारी ने। देखो ये बख्शिश बंदे नूं कित्थे लै जांदी है। प्रधानमंत्री तो बाद आ गया जी पार्लीमेंट आ गई। 1986 विच संत लोगोवाल मैनूं कहंदे तैनूं लोक सभा की टिकट दित्ती, तो प्रिंसीपल सतवीर सिंह जी ये जो गुरु नानक कॉलेज तुहाडा बनाया सी, मैं नाल ही सी उन्हां दे, जदों गुरु नानक देव जी 500 साल ते बनाया, आई वॉज विद हिम। ये कहते तू टिकट लै रहा, अखबारां छप गया। मैं कहा जी आप ही दे रहे हैं। कहते नहीं लैनी, तेरा दर्जा चीफ एडिटर अखबार का, तू 5 साल बाद मिट्टी च मिल जाएगा। ये चढ़ती कला का झंडा सारी उम्र झुलना है, तू इलैक्शन नहीं लड़ती। मैं इलैक्शन नहीं लड़िया। 10 साल बाद लोक सभा के सैकटरी जनरल पटियाले आए, सैकटरी जनरल जिन्हों का कमरा वो हिंदुस्तान के वाइसराय जनरल लॉर्ड माउंटबैटन का, उस कमरे च बैठते पार्लीमेंट च। पटियाले आए तो मैंने कहते दर्दी साहब दिल्ली आओ पार्लीमेंट च। मैंने उन्होंने टाइम डेट दी, मैं चला गया। सब तो पहला तो रिसैप्शन से मेरा स्वागत किया, फिर मैंने लै गए अंदर लॉर्ड माउंटबैटन के कमरे च जिथे वो बैठता सी। उत्थे अफसर भी आए हुए सी, उन्होंने मैंने चाह पानी पिलाया, मैंने वैलकम किया, तो बिठा के मैंने कहते फार्म भरो। मैं फार्म भरिया, वो फार्म लैके चले गए स्पीकर को। मैं चाह पींदा पिया सी, तो 15 मिनट बाद चिट्ठी लैके आ गए कि तुहानूं लोक सभा की प्रैस एडवाइजरी कमेटी का मैंबर बनाता। हुण मैं तो पार्लीमेंट की वो लड़नी छड़ दी सी, 96 च मैनूं बना दिता लोक सभा की प्रैस एडवाइजरी कमेटी का मैंबर, तो थोड़े दिनों बाद बनाता
ਰਾਜ ਸਭਾ ਦੀ ਮੀਡੀਆ ਐਡਵਾਈਜ਼ਰੀ ਕਮੇਟੀ ਦਾ ਮੈਂਬਰ, ਨਾ ਤਾਂ ਦੇਖੋ ਭਾਈ ਸਾਹਿਬ ਮੇਰੀ ਕੋਈ ਸਿਫਾਰਿਸ਼ ਹੈ। INS ਦਾ ਡਾਇਰੈਕਟਰ ਬਣਾਇਆ, ਮੇਰੀ ਕੋਈ ਸਿਫਾਰਿਸ਼ ਨਹੀਂ। ਪ੍ਰਾਈਮ ਮਿਨਿਸਟਰ ਨੇ ਮੈਨੂੰ ਮੈਂਬਰ ਬਣਾਇਆ, ਕੋਈ ਸਿਫਾਰਿਸ਼ ਨਹੀਂ। ਸਿਫਾਰਿਸ਼ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੀ। ਕਿੱਥੇ ਲੈ ਗਏ ਜਿੱਥੇ ਸਿੱਖ ਕਦੇ ਕੋਈ ਗਿਆ ਹੀ ਨਹੀਂ, ਕੋਈ ਸਿੱਖ ਨਹੀਂ ਗਿਆ। ਜਿੱਥੇ ਮੈਂਬਰ ਹੀ ਨਹੀਂ ਸਿੱਖ ਕੋਈ ਬਣਿਆ, ਉਹ ਦੇਖੋ ਤੁਸੀਂ ਆਓ ਅੱਜ ਵੀ ਮੇਰਾ ਦਫ਼ਤਰ ਪਾਰਲੀਮੈਂਟ ਦੇ ਬਾਹਰ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਕਿੰਨੇ ਵੱਡੇ ਨੇ ਸਾਡੇ ਗੁਰੂ, ਉਹਨਾਂ ਤੋਂ ਵੱਡੀ ਸਿਫਾਰਿਸ਼ ਕਿਹੜੀ ਹੋਏਗੀ। 26 ਸਾਲ ਹੋ ਗਏ ਜੀ, ਲੋਕ ਸਭਾ ਵਿੱਚ ਵੀ ਬੈਠਦਾ, ਰਾਜ ਸਭਾ ਵਿੱਚ ਵੀ ਬੈਠਦਾ, ਇਲੈਕਸ਼ਨ ਤਾਂ ਕੋਈ ਲੜੀ ਨਹੀਂ। ਸਟੇਟਸ ਅੰਦਰ MP ਦੀਆਂ ਸਾਰੀਆਂ ਸਹੂਲਤਾਂ ਦਾ। ਫਿਰ ਮੈਨੂੰ ਮੇਰੀ 2021 ਚ ਬਾਈਪਾਸ ਸਰਜਰੀ ਹੋਈ, ਮੈਂ ਅਮਰੀਕਾ ਸੀ। ਮੈਨੂੰ ਸੁਪਰੀਮ ਕੋਰਟ ਦੇ ਜਸਟਿਸ ਦਾ ਫੋਨ ਆਇਆ, ਸਾਵੰਤ ਸਾਹਿਬ ਦਾ, ਕਿ ਤੁਹਾਨੂੰ ਪ੍ਰੈਸ ਕਾਉਂਸਲ ਆਫ ਇੰਡੀਆ ਦਾ ਮੈਂਬਰ ਬਣਾਤਾ। ਹੁਣ ਦੱਸੋ, ਸੁਪਰੀਮ ਕੋਰਟ ਦੇ ਜੱਜ ਚੇਅਰਮੈਨ ਨੇ ਮੈਨੂੰ ਮੈਂਬਰ ਬਣਾਤਾ, ਮੇਰੀ ਕੋਈ ਸਿਫਾਰਿਸ਼ ਤਾਂ ਨਹੀਂ। ਮੈਂ ਤਾਂ ਉੱਥੇ ਪਿਆ ਹਸਪੀਟਲ ਵਿੱਚ ਆ ਕੇ, ਮੈਨੂੰ ਹਾਈ ਕੋਰਟ ਦੇ ਜੱਜ ਦਾ ਸਟੇਟਸ ਦੇ ਤਾਂ ਨਾਲੇ ਮੈਂਬਰ ਬਣਾਤਾ। ਮੇਰਾ ਮਤਲਬ ਇਹ ਬਖਸ਼ਿਸ਼ਾਂ ਦਾ ਦਾਤਾ ਸਾਡਾ ਗੁਰੂ ਹੈ। ਗਵਰਨਰ ਪੰਜਾਬ ਦਾ ਫੋਨ ਆ ਗਿਆ, ਕਹਿੰਦਾ ਦਰਦੀ ਸਾਹਿਬ ਤੁਹਾਨੂੰ ਚੰਡੀਗੜ੍ਹ ਦੀ ਪ੍ਰੈਸ ਐਕ੍ਰੈਡੀਟੇਸ਼ਨ ਕਮੇਟੀ ਦਾ ਚੇਅਰਮੈਨ ਬਣਾਤਾ। ਤੋ ਇਹ ਗੱਲ ਸਿਰਫ ਸਭ ਤੋਂ ਪਹਿਲਾਂ ਤਾਂ ਚੜ੍ਹਦੀ ਕਲਾ ਨਾਂ ਗੁਰੂ ਮਹਾਰਾਜ ਨੇ ਦਿੱਤਾ, ਫਿਰ ਚੜ੍ਹਦੀ ਕਲਾ ਦਾ ਸੁਨੇਹਾ ਅਖਬਾਰ ਨਾਲ ਦਿੰਦੇ ਰਹੇ। ਹੁਣ ਚੜ੍ਹਦੀ ਕਲਾ ਟਾਈਮ TV, ਦੱਸੋ ਦੁਨੀਆ 'ਚ ਕਿਹੜਾ ਦੇਸ਼ ਹੈ, ਕਿਹੜਾ ਸ਼ਹਿਰ ਹੈ ਜਿੱਥੇ ਨਹੀਂ ਚੱਲਦਾ ਸਾਡਾ TV। ਔਰ ਗੱਲ ਗੁਰੂ ਦੀ ਹੁੰਦੀ ਹੈ। ਸਹਿਜ ਪਾਠ 3 ਚੱਲਦੇ ਨੇ ਰੋਜ਼, ਸਵੇਰੇ ਗਿਆਨੀ ਸਾਹਿਬ ਸਿੰਘ ਜੀ ਕਰਦੇ ਨੇ, ਰਾਤੀ 11:15 ਵਜੇ ਗਿਆਨੀ ਜਗਤਾਰ ਸਿੰਘ ਜੀ ਜਾਚਕ ਕਰਦੇ ਨੇ, ਫਿਰ ਆਪਣਾ ਬੰਗਲਾ ਸਾਹਿਬ ਸ਼ੁਰੂ ਹੋਣ ਤੋਂ ਪਹਿਲਾਂ ਫਿਰ ਇੱਕ ਸਹਿਜ ਪਾਠ ਚੱਲਦਾ। ਤੇ ਇਹਨਾਂ ਨੇ ਕਿਹਾ ਗੱਤਕਾ ਸਿਖਾਓ। ਉਹ ਗੱਤਕਾ ਤਾਂ ਮੈਂ 15 ਸਾਲ ਹੋ ਗਿਆ, ਤੁਸੀਂ ਰੋਜ਼ ਦੇਖੋ TV ਤੇ ਅੱਧਾ ਘੰਟਾ ਗੱਤਕਾ ਵੀ ਚੱਲਦਾ, ਨਾਲ ਚੰਡੀ ਦੀ ਵਾਰ ਵੀ ਚੱਲਦੀ ਹੈ। ਹਰ ਰੋਜ਼ ਬੰਗਲਾ ਸਾਹਿਬ ਤੋਂ ਪਹਿਲਾਂ ਪੂਰੀ ਚੰਡੀ ਦੀ ਵਾਰ ਨਾਲ ਗੱਤਕਾ। 15 ਸਾਲ ਮੇਰੀ ਧਰਮ ਪਤਨੀ ਨੇ 47 ਸਾਲ ਮੇਰੇ ਨਾਲ ਸੇਵਾ ਕੀਤੀ ਹੈ, ਔਰ ਇਹਨਾਂ ਤੇ ਵੀ ਬਖਸ਼ਿਸ਼ ਹੋ ਗਈ। ਜੋ 1898 ਚ ਸੰਤ ਦਦਰ ਸਿੰਘ ਮਹਾਰਾਜ ਨੇ ਪਹਿਲੇ ਖਾਲਸਾ ਸਕੂਲ ਦੀ ਨੀਂਹ ਰੱਖੀ ਸੀ, ਬਜ਼ੁਰਗਾਂ ਨੇ ਬਣਾਇਆ ਸੀ। ਉਸ ਸਕੂਲਾਂ ਦੀ ਲੜੀ ਆਜ਼ਾਦੀ ਤੋਂ ਬਾਅਦ ਦਿੱਲੀ ਵਿੱਚ ਮੇਰੇ ਗ੍ਰੈਂਡਫਾਦਰ, ਇੰਡੀਆ ਗੇਟ ਵਾਲਾ ਵੀ ਸਕੂਲ ਉਹਨਾਂ ਨੇ ਬਣਾਇਆ, ਸੀਸਗੰਜ ਸਾਹਿਬ ਤੋਂ ਸ਼ੁਰੂ ਕੀਤਾ। ਅੱਜ ਦਿੱਲੀ 'ਚ ਕਿੰਨੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨੇ। ਫਿਰ ਪੰਜਾਬ ਵਿੱਚ ਅਸੀਂ ਆਏ ਤਾਂ ਮੇਰੇ ਪੂਜਨੀਕ ਮਾਤਾ ਪਿਤਾ ਨੇ ਸ਼ੁਰੂ ਕੀਤੇ। ਅੱਜ 10 ਐਜੂਕੇਸ਼ਨਲ ਇੰਸਟੀਟਿਊਸ਼ਨਸ ਸਰਦਾਰਨੀ ਜਸਵਿੰਦਰ ਕੌਰ ਚਲਾ ਰਹੇ ਨੇ, ਜਿਨ੍ਹਾਂ 'ਚ ਹਰ ਰੋਜ਼ ਬੱਚੇ ਸਵੇਰੇ ਪਾਠ ਕਰਦੇ ਆ, ਅਰਦਾਸ ਹੁੰਦੀ ਹੈ, ਔਰ ਬਾਣੀ ਪੜ੍ਹ ਕੇ ਗੁਰੂ ਨਾਲ ਜੋੜਨ ਦਾ ਇਹ ਯਤਨ ਕਰ ਰਹੇ ਨੇ। ਔਰ ਸਾਡਾ ਸਭ ਤੋਂ ਵੱਡਾ ਮੰਤਵ ਇਹ ਹੈ, ਕਿਉਂਕਿ ਹਰਿਆਣੇ ਦਾ ਚੀਫ ਮਿਨਿਸਟਰ ਮੇਰੀ ਇੱਜ਼ਤ ਕਰਦਾ, ਅਤੇ ਜਦੋਂ ਹਰਿਆਣਾ ਗੁਰਦੁਆਰਾ ਕਮੇਟੀ ਸੁਪਰੀਮ ਕੋਰਟ ਨੇ ਬਣਾਈ ਤਾਂ ਉਹਨਾਂ ਨੇ ਮੈਨੂੰ ਬੁਲਾਇਆ ਸੀ ਅਤੇ ਮੇਰੇ ਨਾਲ ਗੱਲ ਕੀਤੀ ਸੀ। ਅਤੇ ਮੈਂ ਉਹਨਾਂ ਨੂੰ ਕਿਹਾ ਦੇਖੋ ਜੀ, ਕਹਿੰਦੇ ਤੁਹਾਨੂੰ ਮੈਂਬਰ ਬਣਾਈਏ। ਮੈਂ ਕਿਹਾ ਨਹੀਂ, ਪੰਨੂ ਸਾਹਿਬ ਨੂੰ ਮੈਂਬਰ ਬਣਾਈਏ, ਇਹਨਾਂ ਅਸੀਂ ਕਮੇਟੀ ਦਾ ਮੈਂਬਰ ਨਹੀਂ ਬਣਨਾ, ਲੇਕਿਨ ਅਸੀਂ ਇੱਕ ਕੰਮ ਕਰਵਾਉਣਾ ਹੈ ਕਿ ਜਿੱਥੇ ਜਿੱਥੇ ਵੀ ਪੰਜਾਬੀ ਜਾਂ ਸਿੱਖ ਰਹਿੰਦੇ ਆ ਹਰਿਆਣੇ 'ਚ, ਉਹਨਾਂ ਦੇ ਜਿਹੜੇ ਛੋਟੇ ਬੱਚੇ ਨੇ ਨਾ, ਉਹਨਾਂ ਵਾਸਤੇ ਤੁਸੀਂ ਨੈਸ਼ਨਲੀ ਇੰਟਰਨੈਸ਼ਨਲ ਲੈਵਲ ਦੇ ਸਕੂਲ ਸਾਡੀ ਕਮੇਟੀ ਕੋਲੋਂ ਬਣਵਾਓ, ਹਰਿਆਣਾ ਗੁਰਦੁਆਰਾ ਕਮੇਟੀ ਕੋਲੋਂ। ਜਿੱਥੇ ਵੀ ਸਿੱਖ ਵਸਦੇ ਨੇ, ਅਸੀਂ 2 ਸਾਲ 2.5 ਸਾਲ 3 ਸਾਲ ਦੇ ਬੱਚਿਆਂ ਨੂੰ ਬਚਪਨ 'ਚ ਹੀ ਉਹਨਾਂ ਨੂੰ ਗੁਰਬਾਣੀ ਦੀ ਗੁੜਤੀ ਦੇ ਦਈਏ, ਸਾਡਾ ਤਾਂ ਇਹ ਏਮ ਹੈ। ਕਹਿੰਦੇ ਫਿਰ ਮੈਂ ਕਿਹਾ ਗਿਆਨੀ ਸਾਹਿਬ ਸਿੰਘ ਜੀ ਨੂੰ ਬੁਲਾਓ। ਗਿਆਨੀ ਸਾਹਿਬ ਸਿੰਘ ਜੀ ਕਹਿਣ ਲੱਗੇ ਜੇ ਮੈਨੂੰ ਸੇਵਾ ਦਿਓਗੇ ਬੱਚਿਆਂ ਨੂੰ ਜੋੜਨ ਦੀ ਤਾਂ ਮੈਂ ਨਾਲ ਜੁੜਾਂਗਾ। ਤਾਂ ਉਹਨਾਂ ਨੇ ਪ੍ਰਵਾਨਗੀ ਦੇ ਦਿੱਤੀ। ਤੇ ਹੁਣ ਇਹ ਖੁਸ਼ਖਬਰੀ ਹੈ ਹਰਿਆਣੇ ਵਾਲਿਆਂ ਵਾਸਤੇ, ਕਿਉਂਕਿ ਪੰਜਾਬੀ ਨੂੰ ਤਾਂ ਦੇਸ਼ ਨਿਕਾਲਾ ਮਿਲਿਆ। ਤੇ 7 ਸਾਲ ਪਹਿਲਾਂ ਜਦੋਂ ਇੱਥੇ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਬਣਾਇਆ ਤਾਂ ਮੈਂ ਖੱਟੜ ਸਾਹਿਬ ਦੇ ਨਾਲ ਬੈਠਾ ਸੀ ਸਟੇਜ 'ਤੇ। ਮੈਂ ਕਿਹਾ ਮੈਂ ਹਰਿਆਣੇ ਤੋਂ ਪੰਜਾਬੀ ਦਾ ਰੋਜ਼ਾਨਾ ਅਖਬਾਰ ਸ਼ੁਰੂ ਕਰਨਾ ਚਾਹੁੰਦਾ, ਕਿਉਂਕਿ ਪੰਜਾਬੀ ਤਾਂ ਇੱਥੇ ਖਤਮ ਹੋ ਗਈ ਅਤੇ ਤੁਸੀਂ ਆਪ ਪੰਜਾਬੀ ਹੋ ਅਤੇ ਤੁਸੀਂ ਇਹ ਵੀ ਕਹਿੰਦੇ ਹੋ ਸੈਕੰਡ ਲੈਂਗੁਏਜ ਪੰਜਾਬੀ ਹੈ। ਅਤੇ ਉਹਨਾਂ ਨੇ ਫਿਰ ਮਦਦ ਕੀਤੀ ਸਾਡੀ। 7 ਸਾਲ ਹੋ ਗਏ ਇੱਥੋਂ ਚੜ੍ਹਦੀ ਕਲਾ ਅਖਬਾਰ ਛਪ ਰਿਹਾ, ਔਰ ਇੱਕ ਹਿੰਦੀ ਦਾ ਵੀ ਸਾਡਾ ਡੇਲੀ ਅਖਬਾਰ ਭਾਰਤ ਦੇਸ਼ ਹਮਾਰਾ ਛਪ ਰਿਹਾ, ਔਰ ਸਾਡਾ ਸਟੂਡੀਓ ਵੀ ਹੈ ਇੱਥੇ ਕਰਨਾਲ ਵਿੱਚ। ਕੇ ਸੰਧੂ ਜੀ 10 ਬੰਦਿਆਂ ਦੀ ਟੀਮ ਦਿਨ ਰਾਤ ਤੁਹਾਡੀ ਸੇਵਾ ਕਰਨ ਵਾਸਤੇ ਹਾਜ਼ਰ ਰਹਿੰਦੀ ਹੈ। ਜਿੰਨੀਆਂ ਵੀ ਐਕਟੀਵਿਟੀਜ਼ ਨੇ ਸਾਰੀਆਂ ਅਸੀਂ ਦਿਖਾਉਂਦੇ ਹਾਂ। ਔਰ ਹੁਣ ਕਿਉਂਕਿ ਮੇਰੇ ਕੋਲ ਉਹਨਾਂ ਨੇ ਸੁਝਾਅ ਮੰਗਿਆ ਮੁੱਖ ਮੰਤਰੀ ਜੀ ਨੇ, ਅਤੇ ਜਿਸ ਦਿਨ ਉਹਨਾਂ ਨੇ ਸ਼ੁਕਰਾਨੇ ਦਾ ਪਾਠ ਰਖਵਾਇਆ ਨਾਢਾ ਸਾਹਿਬ, ਉੱਥੇ ਵੀ ਮੈਨੂੰ ਬੁਲਾਇਆ। ਅਤੇ ਮੈਂ ਕਿਹਾ ਜੀ ਮੈਂ ਤਾਂ ਤੁਹਾਡੇ ਨਾਲ ਤਾਂ ਚੱਲਾਂਗਾ ਜੇ ਹਰਿਆਣਾ ਗੁਰਦੁਆਰਾ ਕਮੇਟੀ ਜਿਹੜੀ ਤੁਸੀਂ ਬਣਾ ਰਹੇ ਹੋ, ਇਹਨਾਂ ਨੂੰ ਇੱਕ ਆਰਡਰ ਕਰ ਦਿਓ ਕਿ ਜਿੱਥੇ ਜਿੱਥੇ ਵੀ ਸਿੱਖ ਰਹਿੰਦੇ ਆ ਜਾਂ ਪੰਜਾਬੀ ਪੜ੍ਹਨ ਵਾਲੇ ਰਹਿੰਦੇ ਆ, ਉੱਥੇ ਤੁਸੀਂ ਬੱਚਿਆਂ ਦੇ ਸਕੂਲ ਬਣਾਓਗੇ, ਵਧੀਆ ਸਕੂਲ ਬਣਾਓਗੇ, 5000 ਦੀ ਫੀਸ ਹੋਏ 500 ਰੁਪਇਆ ਲਓ।
ਇੰਨੀ ਸਹੂਲਤ ਤੁਸੀਂ ਦਿਓ, ਬੱਚਿਆਂ ਨੂੰ ਇੰਟਰਨੈਸ਼ਨਲ ਸਟੈਂਡਰਡ ਦੇ ਸਕੂਲ ਬਣਾ ਕੇ ਦਿਓ, ਤੇ ਸਾਡੀ ਜਿਹੜੀ ਪੰਜਾਬੀ ਨੂੰ ਦੇਸ਼ ਨਿਕਾਲਾ ਮਿਲਿਆ ਹਰਿਆਣੇ 'ਚ ਵਾਪਸ ਮਿਲੇ, ਔਰ ਸਾਡੇ ਬੱਚੇ ਗੁਰਸਿੱਖ ਬੱਚੇ ਬਣਨ। ਕਿਉਂ ਹੁਣ ਜੰਮੂ ਕਸ਼ਮੀਰ ਚਲੇ ਜਾਓ, ਇੱਕ ਵੀ ਬੰਦਾ ਤੁਹਾਨੂੰ ਪਤਤ ਨਹੀਂ ਮਿਲਦਾ ਉੱਥੇ, ਤੇ ਹਰਿਆਣੇ ਵਿੱਚ ਵੀ ਪੰਜਾਬ ਨਾਲੋਂ ਫਿਰ ਵੀ ਬਚਾ ਹੈ। ਤਾਂ ਆਪਾਂ ਜੋ ਭਵਿੱਖ ਹੈ ਸਾਡਾ, ਵਰਤਮਾਨ ਤਾਂ ਤੁਸੀਂ ਦੇਖ ਹੀ ਰਹੇ ਹੋ ਸਾਰਾ, ਭਵਿੱਖ ਸਾਡਾ ਤਾਂ ਹੀ ਬਣੇਗਾ ਜੋ ਸਾਰੇ ਸਾਡੇ ਮੇਰੇ ਤੋਂ ਪਹਿਲਾਂ ਬੋਲਣ ਵਾਲਿਆਂ ਨੇ ਆਪਣੇ ਵਿਚਾਰ ਰੱਖੇ ਨੇ, ਬੱਚਿਆਂ ਨੂੰ ਜੋੜ ਲਈਏ, ਬੱਚੇ ਜੁੜ ਜਾਣਗੇ। ਔਰ ਵਾਹਿਗੁਰੂ ਕਰੇਗਾ ਜਿੱਥੇ ਜਿੱਥੇ ਵੀ ਤੁਸੀਂ ਸਾਨੂੰ ਹੁਕਮ ਲਾਇਆ, ਸਿਰਸਾ ਵਿੱਚ, ਪਾਣੀਪਤ ਵਿੱਚ, ਕੁਰੂਕਸ਼ੇਤਰ ਵਿੱਚ, ਗੋਛੜ ਸਾਹਿਬ ਬੈਠੇ ਨੇ ਸਹਾਰਨਪੁਰ ਵਿੱਚ, ਬਾਬਾ ਇਕਬਾਲ ਸਿੰਘ ਜੀ ਤੇ ਮੈਨੂੰ ਰਾਸ਼ਟਰਪਤੀ ਨੇ ਸਾਨੂੰ ਦੋਨਾਂ ਨੂੰ ਪਦਮ ਸ਼੍ਰੀ ਦਾ ਦਿੱਤਾ। ਤੇ ਮੈਂ ਕਿਹਾ ਵੀ ਕੋਇਨਸੀਡੈਂਸ ਹੈ, ਦੇਖੋ ਅਸੀਂ ਵੀ ਸੰਤ ਉਧਰ ਸਿੰਘ ਮਹਾਰਾਜ ਦੀ ਉਸ ਪ੍ਰਪਾਰਟੀ ਨੂੰ ਉਸ ਤੋਂ ਚੱਲ ਰਹੇ ਹਾਂ, ਔਰ ਬਾਬਾ ਇਕਬਾਲ ਸਿੰਘ ਜੀ ਗੱਦੀ ਤੇ ਬੈਠੇ ਨੇ, ਸਾਨੂੰ ਦੋਨਾਂ ਨੂੰ ਇਕੱਠੇ ਪਦਮ ਸ਼੍ਰੀ ਦਿੱਤਾ ਬੁਲਾ ਕੇ। ਔਰ ਮਜ਼ੇ ਦੀ ਗੱਲ ਇਹ ਹੈ ਕਿ ਜਦੋਂ ਰਾਸ਼ਟਰਪਤੀ ਨੇ ਬਵਾਜ ਲਾਇਆ ਨਾ ਇੱਥੇ ਪਦਮ ਸ਼੍ਰੀ ਦਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸਤਤ ਕੀਤੀ ਕਿ ਪਟਨਾ ਸਾਹਿਬ ਮੈਂ ਅਰਦਾਸ ਕਰਕੇ ਆਇਆ ਸੀ ਤਾਂ ਰਾਸ਼ਟਰਪਤੀ ਬਣਿਆ। ਤੇ ਬਾਅਦ ਵਿੱਚ ਮੋਦੀ ਸਾਹਿਬ ਆ ਗਏ, ਮੋਦੀ ਸਾਹਿਬ ਮੇਰੀ ਸਰਦਾਰਨੀ ਨਾਲ, ਅੰਮ੍ਰਿਤਪਾਲ ਸਿੰਘ ਨਾਲ ਤੇ ਸਾਡੇ ਨਾਲ ਗੱਲ ਕਰਨ ਲੱਗੇ, ਮੇਰੀ ਬੇਟੀ ਵੀ ਸੀ। ਕਹਿੰਦੇ ਦਰਦੀ ਸਾਹਿਬ ਮੈਂ ਅਖਬਾਰ ਦੀ ਗੱਲ ਕਰ, ਨੋ ਚੜ੍ਹਦੀ ਕਲਾ टाइम टीवी, चढ़ती कला नहीं, चढ़ती कला टाइम टीवी हम देखते हैं। गुरु गोबिंद सिंह जी, बगला साहब, हेमकुट साहब किन्नियां गल्लां दस गए जिहड़े मैनूं नहीं पता। हिंदुस्तान का प्रधानमंत्री असें कदे उहनूं मिले ही नहीं। बस एक अरदास करो, असी हमेशा गुरु नानक पातशाह के दरगाह की सेवा करते रहिए, तुहाडी असीस मिलती रहे, कामयाबियां ते अपने आप ही तुहाडे पैर चुम्मणगीਆਂ। सारे इस महान यज्ञ विच योगदान पाओ, ते मैनूं भी, पन्नू साहब नूं भी, ते जिहड़े साडे नाल जुड़े होए जिन्हां दे दर्शन कीते ने, सारिਆਂ ਨੂੰ असीस दिओ कि वाहिगुरू सानूं इस मिशन विच कामयाबी देवे ते खालसा पंथ दोबारा चढ़दी कला जाए। वाहिगुरू जी का खालसा, वाहिगुरू जी की फतेह। मैं सब तो पहला सत्कार लैन वास्ते मंच ते बुलाना चाहांगा डॉक्टर मेजर सिंह जी, साबका प्रिंसीपल गुरु नानक खालसा कॉलेज करनाल, ते मेरी वीर बेनती है वीर जी आहूजा साहब नूं ते वीर गुरतेज सिंह खालसा जी नूं, क्योंकि अज दे प्रोग्राम दे वो मुख संयोजक साडे नाल हन। डॉक्टर मेजर सिंह जी का सत्कार किया जा रहा जी। सरदार अमरीक सिंह जी खालसा इस्माइलाबाद तो वो भी आ जान। इस तो बाद असी बहुत ही सत्कार सहित सन्मान करना चाहुंदे हां जिहड़ी बाबा जुझार सिंह अकैडमी ट्रस्ट जिहड़ा है IAS की ट्रेनिंग वास्ते बनिया है। तरनपाल सिंह जी पंचकुला तो आ जान। श्रोमणी गतका फेडरेशन ऑफ इंडिया के वो कैशियर हैं, वो मंच ते आउण। यमुनानगर तो सरदार धनवंत सिंह जी, कुरुक्षेत्र की टीम में बुलाना चाहांगा। सरदार धनवंत सिंह तो बाद सरदार दिलबाग सिंह जी आ जान। सुखमनी साहब सोसाइटी की जी पूरी टीम आई है, मैं उन्होंने भी सत्कार सहित जिहड़ा मंच ते बुलाना चाहांगा। कुरुक्षेत्र तो बाद मैं बहुत ही सत्कार सहित लाडवे तो सरदार दीदार सिंह ते उन्होंने जिहड़े साथी आए हैं उन्होंने मैं बुलाना चाहांगा। पानीपत तो इस तो बाद मैं बाकी जिहड़ी टीम सारी परविंदर सिंह जी, भुपिंदर सिंह वीर जी ते उन्होंने जिन्ने भी साथी आए हैं मैं सारिਆਂ ਨੂੰ इकट्ठे ही मंच ते बुलाना चाहांगा, सद्दा देना चाहांगा। इस व्यवस्था में साडा सहयोग कर रहे हैं, बहुत धन्यवाद छतवाल साहब तुहाडा भी। बोले सो निहाल। मैं इस तो बाद बेनती करांगा भोला जी नूं, वो आउण अपना सत्कार लैन। इस तो बाद मैं बेनती करांगा दर्दी साहब नूं कि वो एक सत्कार जिहड़ा है डॉक्टर गुरबचन सिंह जी नूं देन। वीर अमृतपाल सिंह जी, मैं इस तो बाद बेनती करना चाहांगा सरदार दलजीत सिंह जी कोचर जिहड़े सीनियर वाइस प्रेजिडेंट हैं, सरदार सुरिंदर सिंह चड्ढा जी नूं बेनती है कि वो भी आउण। इन्हां दा बड़ा वड्डा उपराला जी, हर साल 6000 बच्चों को गुरमत के नाल पेपरां दे राहीं जोड़ते हैं। सलूजा साहब भी इस तो बाद आ जान। सरदार गुरमुख सिंह रूपाना जी वो भी पटियाला तो आए हैं, उन्होंने बेनती है कि वो भी आके सत्कार लैन। ये साडे सैकटरी जनरल ने जी सलूजा साहब, ये अज इन्हां दी जिम्मेदारी मैं निभाई है जी। अमरजीत सिंह जी आ जान, पत्रकार जिहड़े ने चढ़दी कला दे, और जसप्रीत सिंह जी कट्ठी आ जाओ जी, सारे नाल ही आ जाओ। अमरजीत सिंह जसप्रीत सिंह कट्ठी आ जान। मैं खास जिक्र करना चाहांगा जिस जगह ते असी प्रोग्राम कर रहे हैं, ये मालक सुनील बिंदल जी का।
आओ जकारे की गूंज नाल इस सरप्रस्ती की भी प्रवानगी लीए जी। बोले सो निहाल। पन्नू जी अपना सन्मान लैन। बोले